ਕਿਤੇ ਸ਼ਾਪਿੰਗ ਨਾ ਕੀਤੀ ਤੂੰ ਦਵਾਈਆਂ ਘੱਟ ਨਹੀਂ। ਸ਼੍ਰੋਮਣੀ ਕਮੇਟੀ ਜਿਵੇਂ ਬਾਦਲਾਂ ਨੇ ਖਾ ਲਈ ਤੂੰ ਵੀ ਲੁੱਟ ਕੇ ਰਕਾਨੇ ਉਵੇਂ ਖਾ ਗਈ ਜੱਟ ਨੇ। ਜੇ ਤੁਸੀਂ ਸਮਝੌਤਾਵਾਦੀ ਹੋ ਗਏ ਫਿਰ ਜੋ ਤੁਹਾਨੂੰ ਮਾਰਕੀਟ ਮੰਗਦੀ ਹੈ ਫਿਰ ਤੁਹਾਨੂੰ ਉਹੀ ਲਿਖਣਾ ਪੈਣਾ। ਐਵੇਂ ਨਹੀਂ ਜਗਦੇਵ ਮਾਨ ਤਾਂ ਸੱਚੀਆਂ ਲਿਖਦਾ ਹੈ। ਕੀਮਤ ਲਾਉਣੀ ਆਉਂਦੀ ਹੋਵੇ ਸਭ ਕੁਝ ਵਿਕਦਾ ਹੈ। PM CM ਸਾਰੇ ਸਣੇ ਮਿਨਿਸਟਰ ਵਿਕਦੇ ਨੇ ਮੋਗੇ ਮੰਡੀ ਦੇ ਵਿੱਚ ਜਿਵੇਂ ਟਰੈਕਟਰ ਵਿਕਦੇ। ਮੇਰੇ ਵੀ ਕੀੜਾ ਸਿੰਗਿੰਗ ਦਾ ਸੀਗਾ। ਅੱਛਾ ਜੀ। ਮੈਂ ਆਪਣੇ ਵਾਸਤੇ ਲਿਖੇ ਸੀ ਗਾਣੇ, ਮੈਂ ਕੈਸਟ ਕਰਨੀ ਸੀ, ਸਾਰਾ ਕੁਝ ਹੋ ਗਿਆ ਸੀ। ਤੂਤਾਂ ਥੱਲੇ ਬੈਠ ਕੇ ਕਸੀਦਾ ਕੱਢਦੀ, ਗੋਰੇ ਗੋਰੇ ਹੱਥਾਂ ਤੋਂ ਸੁਨਹਿਰੀ ਡੋਰ ਨਹੀਂ, ਭਾਵੇਂ ਫੁਲਕਾਰੀ ਉੱਤੇ ਬੇਲ ਬੂਟੀਆਂ, ਮਿੱਤਰਾਂ ਦੇ ਚਾਦਰੇ ਤੇ ਪਾ ਦੇ ਮੋਰ ਰੌਕਟ ਲਾਂਚਰ ਆ ਮੇਰੇ ਕੋਲੇ। ਮੈਨੂੰ ਅੱਜ ਵੀ ਦੇ ਦਿਓ ਮੁੰਡਾ, ਕੋਈ ਬੰਦਾ ਮੁੰਡਾ ਜਾਂ ਕੁੜੀ ਦੇ ਦਿਓ ਤੇ ਮੈਥੋਂ ਤੁਸੀਂ ਸਟਾਰ ਲੈ ਲਓ। ਮਤਲਬ ਦਾਅਵੇ ਨਾ ਕਹਿਣਾ। ਮੈਂ ਗਿੱਪੀ ਬਾਈ ਨੂੰ ਆਖ ਦਿੱਤੀ ਸੀ ਇਹ ਗੱਲ ਜਦੋਂ ਬਾਈ ਆਇਆ ਸੀ? ਹਾਂ ਮੈਂ ਕਹਤਾ ਸੀ, ਮੈਂ ਕਿਹਾ ਤੂੰ ਸਟਾਰ। ਬਹਾਦਰ ਸਾਹਿਬ ਬੜੇ ਗਰਮ ਸੁਭਾਅ ਦੇ ਸੀ। ਹਾਂ ਮੇਰੀਆਂ ਕਾਪੀਆਂ ਜੇ ਕਈ ਵਾਰੀ ਪਾੜਤੀਆਂ ਸੀ ਉਹਨਾਂ ਨੇ, ਮਤਲਬ ਐਂ ਪਾੜ ਕੇ ਸਿੱਟ ਦਿੰਦੇ ਵਿੱਚ ਇਹ ਕਿਹੜੇ ਕੰਮ 'ਚ ਪਏ। ਅੱਛਾ ਜੀ। ਚੱਕਿਆ ਮੇਰਾ ਹਾਰਮੋਨੀਅਮ ਚੱਕ ਕੇ, ਸਾਡੇ ਕੋਲੇ ਘਰ ਦੇ ਛੱਪੜ ਸੀ, ਛੱਪੜ 'ਚ ਮਾਰਿਆ ਵਗਾ, ਕਹਿੰਦਾ ਐਵੇਂ ਆ ਲਾਈ ਇਹਦੇ ਕੀ ਐਵੇਂ ਕੰਜਰ ਕਾਲਾ ਘਾਟਾਂ ਵਾਲਾ ਕੰਮ ਹੈ। ਅੱਛਾ। ਨੋਟ ਨਾ ਮੰਜੇ ਤੇ ਵਿਛਾ ਲਏ, ਬੈੱਡ ਤੇ ਆਪਦੇ ਵਿਛਾ ਕੇ ਤੇ ਉੱਤੇ ਰਜਾਈ ਲਾ ਕੇ ਪੈ ਗਿਆ ਮੈਂ ਤਾਂ। ਸਵੇਰੇ ਉੱਠਿਆ ਪਤਾ ਨਹੀਂ ਤਾਂ ਉਹਦੇ 'ਚ ਪਤਾ ਨਹੀਂ BP ਵੱਧ ਗਿਆ, ਪਤਾ ਨਹੀਂ ਕੀ ਹੋਇਆ, ਜਾਣੀ ਉਹਦਾ ਖੁਸ਼ੀ ਜੀ ਇਹ ਸਾਰਾ ਸਿਸਟਮ ਹੋ ਗਿਆ। ਉਦੋਂ ਮੁੜ ਕੇ ਫਿਰ ਮੈਂ 6-7 ਮਹੀਨੇ ਮੈਂ ਬੈੱਡ ਤੇ ਰਿਹਾ। ਕਦੇ ਤਾਂ ਸੰਭਾਲੇ ਸਾਂਭੇ ਜਾਂਦੇ ਨੋਟ ਨਾ, ਕਦੇ ਕੱਖੋਂ ਹੌਲੇ ਨਹੀਂ ਕਮਾਈਆਂ ਰਹਿੰਦੀਆਂ, ਸਦਾ ਨਹੀਂ ਹਾਲਾਤ ਰਹਿੰਦੇ ਮਾੜੇ ਬੰਦੇ ਤੇ ਸਦਾ ਨਹੀਂ ਉਹ ਬੰਦਿਆਂ ਚੜਾਈਆਂ ਰਹਿੰਦੀਆਂ। ਤਰ੍ਹਾਂ ਨਾਲ ਜ਼ਿੰਦਗੀ ਖਰਾਬ ਹੋ ਗਈ, ਫਿਰ ਗੀਤਾਂ 'ਚ ਹੀ ਹੋ ਗਈ। ਸ਼ੇਖ ਦੌਲਤ ਵਾਲੇ ਮਾਣ ਵਰਗਾ ਲਿਖਣਾ, ਤੁਸੀਂ ਕਹਿੰਦੇ ਮੇਰੀ ਜ਼ਿੰਦਗੀ ਖਰਾਬ ਹੋ ਗਈ। ਐਕਚੁਅਲੀ ਕੀ ਹੈ ਕਿ ਗੀਤਕਾਰੀ ਨਾ ਜਿਹੜੀ ਇਹ ਤੁਹਾਨੂੰ ਰੋਟੀ ਨਹੀਂ ਦਿੰਦੀ। ਲਾਈਟ ਨਾ ਨਹੀਂ ਲੈ ਜੀ ਸ਼ੇਖ ਦੌਲਤ ਦੇ ਮਾਨ ਨੂੰ, ਉਹਦੇ ਬੀਜੇ ਬੂਟੇ ਅੱਜ ਛੋਂਦੇ ਅਸਮਾਨ ਨੂੰ। ਸਟਾਰ ਕਈ ਬਣਾਏ ਆ ਤੇ ਕਈ ਰੋਟੀ ਪਾਏ ਆ, ਗਾਣੇ ਜਗਦੇਵ ਦੇ ਤੋਂ ਸੁਣੀ ਲਾ ਕੇ ਡਿੱਕ ਤੇ। ਸਤਿ ਸ਼੍ਰੀ ਅਕਾਲ। RMB ਟੈਲੀਵਿਜ਼ਨ ਦੇਖ ਰਹੇ ਹੋ ਤੁਸੀਂ, ਮੈਂ ਹਾਂ ਜਸ ਕਰੇਵਾਲ। ਸਿਆਣੇ ਆਖਦੇ ਨੇ ਪੁਰਾਣਾ 100 ਦਿਨ ਤੇ ਨਵਾਂ 9 ਦਿਨ, ਤੇ ਇਹੋ ਗੱਲ ਕਲਾਕਾਰੀ ਦੇ ਵਿੱਚ ਵੀ ਆ ਕਿ ਸਥਾਪਿਤ ਕਲਾਕਾਰੀ ਜਿਹੜੀ ਆ, ਜੇਕਰ ਉਹ ਤੁਸੀਂ ਸਦੀਆਂ ਬਾਅਦ ਵੀ ਸੁਣੋਗੇ, ਸਾਲਾਂ ਬਾਅਦ ਵੀ ਸੁਣੋਗੇ, ਤਾਂ ਤੁਹਾਨੂੰ ਐਂ ਲੱਗੂ ਕਿ ਅੱਜ ਗੀਤ ਜਿਹੜਾ ਇਹ ਆਇਆ ਆ। ਪਰ ਅੱਜ ਕੱਲ੍ਹ ਦੇ ਗੀਤਾਂ ਦੀ ਉਮਰ ਜਿਸ ਹਿਸਾਬ ਦੇ ਨਾਲ ਘਟਦੀ ਜਾ ਰਹੀ ਆ, ਲੋਕਾਂ ਦੇ ਦਿਲਾਂ ਦੇ ਵਿੱਚੋਂ ਵਿਸਰਦੇ ਜਾ ਰਹੇ ਨੇ। ਤਾਂ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਸਥਾਪਿਤ ਕਲਾਕਾਰਾਂ ਨੂੰ, ਸਥਾਪਿਤ ਗੀਤਕਾਰਾਂ ਨੂੰ ਤੁਹਾਡੀ ਕਚਹਿਰੀ ਦੇ ਵਿੱਚ ਜਿਹੜਾ ਹੈਗਾ ਆ ਹਾਜ਼ਰ ਕੀਤਾ ਜਾਵੇ। ਖਾਸ ਕਰ ਉਹਨਾਂ ਜਿਹੜੇ ਹੈਗੇ ਨਵੇਂ ਨੌਜਵਾਨਾਂ ਦੇ ਅੱਗੇ ਪੇਸ਼ ਕੀਤਾ ਜਾਵੇ, ਜਿਹੜੇ ਨੌਜਵਾਨ ਚਾਹੁੰਦੇ ਆ ਕਲਾਕਾਰੀ ਦੇ ਵਿੱਚ ਆਉਣਾ ਤੇ ਨਵੀਂ ਲੰਮੀ ਰੇਸ ਦਾ ਘੋੜਾ ਜਿਹੜੇ ਹੈਗੇ ਆ ਬਣਨੇ ਚਾਹੁੰਦੇ ਆ। ਤੇ ਇਸੇ ਮੁਲਾਕਾਤ ਦੇ ਤਹਿਤ ਅੱਜ ਅਸੀਂ ਮੋਗੇ ਦੇ ਵਿੱਚ ਪਹੁੰਚੇ ਹੋਏ ਹਾਂ। ਤੇ ਮੋਗੇ ਦੇ ਪਿੰਡ ਸ਼ੇਖ ਦੌਲਤ ਦਾ ਨਾਮ ਤੁਸੀਂ ਗੀਤਾਂ ਦੇ ਵਿੱਚ ਸੁਣਿਆ ਹੋਣਾ, ਜਗਦੇਵ ਮਾਨ ਦਾ ਨਾਮ ਤੁਸੀਂ ਗੀਤਾਂ ਦੇ ਵਿੱਚ ਸੁਣਿਆ ਹੋਣਾ, ਤੇ ਅੱਜ ਸ਼ੇਖ ਦੌਲਤ ਵਾਲਾ ਮਾਨ ਬਾਈ ਸਾਡੇ ਨਾਲ ਆ। ਬਾਈ ਦੇ ਨਾਲ ਗੱਲਬਾਤ ਕਰਾਂਗੇ, ਬਾਈ ਦੀ ਉਸ ਸਫ਼ਰ ਦੇ ਉੱਪਰ, ਗੀਤਕਾਰੀ ਦੇ ਸਫ਼ਰ ਦੇ ਉੱਪਰ, ਸੰਗੀਤ ਦੇ ਸਫ਼ਰ ਦੇ ਉੱਪਰ ਕਿਸ ਤਰ੍ਹਾਂ ਦਾ ਰਿਹਾ ਆ। ਹਿੱਟ ਗੀਤ ਜਿਹੜੇ ਜਾਂ ਮੈਂ ਉਹ ਆਖ ਲਵਾਂ ਕਿ ਹਿੱਟ ਗੀਤਾਂ ਦੀ ਮਸ਼ੀਨ ਜਿਹੜੀ ਆ ਕਿਵੇਂ ਬਾਈ ਬਣਿਆ, ਬਾਈ ਦੇ ਨਾਲ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਬਾਈ ਜੀ ਦਾ ਸਵਾਗਤ ਕਰ ਲੈਂਦੇ ਹਾਂ। ਜਗਦੇਵ ਬਾਈ, ਸਭ ਤੋਂ ਪਹਿਲਾਂ ਸਵਾਗਤ ਹੈ ਬਹੁਤ ਬਹੁਤ। ਸਤਿ ਸ਼੍ਰੀ ਅਕਾਲ ਜੀ ਸਾਰੇ ਦਰਸ਼ਕਾਂ ਨੂੰ ਵੀ ਤੇ ਤੁਹਾਨੂੰ ਵੀ। ਕੀ ਹਾਲ ਚਾਲ ਨੇ? ਠੀਕ ਠਾਕ? ਬਹੁਤ ਵਧੀਆ ਜੀ, ਕਿਰਪਾ। ਅੱਛਾ, ਸ਼ੇਖ ਦੌਲਤ ਵਾਲੇ ਮਾਨ ਨੇ ਕਦੋਂ ਕਲਮ ਫੜੀ, ਕਦੋਂ ਜਿਹੜਾ ਹੈਗਾ ਆ ਕਿ ਦਿਲ ਦੇ ਵਿੱਚ ਫੁਰਨਾ ਫੁਰਿਆ ਕਿ ਮਾਨਸਿਆਂ ਗੀਤਕਾਰੀ ਵਾਲੇ ਪਾਸੇ ਚਲੀ ਗਏ? ਨਹੀਂ, ਗੀਤਕਾਰੀ ਤਾਂ ਐਕਚੁਅਲੀ ਮੈਂ ਛੋਟਾ ਹੁੰਦਾ ਹੀ ਕਲਮ ਕਸਾਈ ਕਰਨ ਲੱਗ ਗਿਆ ਸੀ। ਪ੍ਰਾਇਮਰੀ 'ਚ ਮੇਰਾ ਖਿਆਲ ਕਵਿਤਾ ਮਕਤੂਆਂ, ਉਸ ਤੋਂ ਅੱਗੇ ਕਰਦੇ ਕਰਾਉਂਦੇ ਜਦੋਂ ਗੀਤ ਲਿਖੇ, ਬਾਲ ਸਭਾਵਾਂ 'ਚ ਗਾਇਆ ਜੀ, ਤੇ ਫਿਰ ਰਸਾਲਿਆਂ ਦੇ ਵਿੱਚ ਵੀ ਮੈਂ ਸਕੂਲ ਕਾਲਜ 'ਚ ਛਪਦਾ ਰਿਹਾ। ਤੇ ਮੇਰਾ ਫਿਰ ਜਦੋਂ ਮੇਲ ਹੋਇਆ, ਮੈਂ ਮਾਲਵਾ ਸਕੂਲ ਲੁਧਿਆਣੇ ਪੜ੍ਹਦਾ ਸੀਗਾ ਜੀ। ਉੱਥੇ ਨਾਲ ਜਿਹੜੀ ਸੀ ਸਿੰਗਰ ਇੱਕ ਮੰਡੀ ਸੀ ਜਿਹੜੀ ਉਦੋਂ ਉਸ ਟਾਈਮ ਕਲਾਕਾਰਾਂ ਦੀ ਲੁਧਿਆਣਾ ਸੰਗੀਤ ਮੰਡੀ, ਉੱਥੇ ਫਿਰ ਉਹਨਾਂ ਨਾਲ ਮੇਰਾ ਮੇਲ ਮਾਪ ਵੀ ਹੁੰਦਾ ਰਹਿੰਦਾ ਸੀਗਾ ਤੇ ਕਾਫੀ ਸਾਡਾ ਜਿਹੜਾ ਸੀਗਾ। ਤੇ ਜਦੋਂ ਫਿਰ ਮੇਰਾ ਸ਼ਮਸ਼ੇਰ ਸੰਧੂ ਸਾਹਿਬ ਨਾਲ ਮੇਰਾ ਮੇਲ ਹੋਇਆ ਜੀ, ਫਿਰ ਮੇਰੇ ਗਾਣੇ ਮਤਲਬ ਥੋਕ 'ਚ ਹੀ ਰਿਕਾਰਡ ਹੋਣੇ ਸ਼ੁਰੂ ਹੋ ਗਏ। ਬਿੰਦਰਖੀਆ ਸਾਹਿਬ ਹੋ ਗਿਆ, ਹੰਸਰਾਜ ਹੰਸ ਹੋ ਗਿਆ, ਦਿਲਸ਼ਾਦ ਅਖਤਰ, ਜਗਮੋਹਨ ਕੌਰ, ਅਨੁਰਾਧਾ ਪੌਡਵਾਲ ਤੋਂ ਲੈ ਕੇ ਫਿਰ ਇੱਕ ਲੜੀ ਬਣ ਗਈ ਜਿਹੜੀ ਮੈਂ ਆਪਦੇ ਉੱਥੇ ਬੈਠ ਕੇ ਕੋਲੇ ਕੈਸਟਾਂ ਜਿਹੜੀਆਂ ਕਰਵਾਈਆਂ, ਸਾਰਾ ਜਿਹੜਾ ਕਿੱਦਾਂ ਰਿਕਾਰਡਿੰਗ ਹੁੰਦੀ ਹੈ, ਕੀ ਹੈਗਾ ਸਾਰਾ ਸਿਸਟਮ ਉਹਦਾ ਜਿਹੜਾ ਮੇਰੇ ਹੱਥਾਂ ਤਾਂ ਨਹੀਂ ਨਿਗਾਹ। ਮਨ ਤਾਂ ਕਿੰਨੀ ਉਮਰ 'ਚ ਪਹਿਲਾ ਗੀਤ ਰਿਕਾਰਡ ਹੋ ਗਿਆ ਸੀ, ਯਾਦ ਆ? ਮੈਂ ਉਦੋਂ 17 ਸਾਲ ਦਾ ਸੀ। ਅੱਛਾ ਜੀ। 17-18 ਸਾਲ ਦਾ ਸੀਗਾ ਜਦੋਂ ਮੇਰਾ ਗਾਣੇ ਰਿਕਾਰਡ ਹੋਣੇ ਸ਼ੁਰੂ ਹੋ ਗਏ। ਉਸ ਤੋਂ ਬਾਅਦ ਫਿਰ ਚੱਲ ਸੋ ਚੱਲ ਹੋਇਆ ਤੇ ਪਰਮਾਤਮਾ ਨੇ
ਕਿਰਪਾ ਨਾਲ ਮਤਲਬ ਇਦਾਂ ਨਾਂ ਬਣ ਗਿਆ ਤੇ ਫਿਰ ਤਰ੍ਹਾਂ ਨਾਲ ਜ਼ਿੰਦਗੀ ਖਰਾਬ ਹੋ ਗਈ, ਫਿਰ ਗੀਤਾਂ 'ਚ ਹੀ ਹੋ ਗਈ। ਨਹੀਂ ਜ਼ਿੰਦਗੀ ਖਰਾਬ ਹੋ ਗਈ ਕਿਉਂ ਕਹਿੰਦੇ ਤੁਸੀਂ ਗੀਤਾਂ ਦੇ ਵਿੱਚ? ਮੈਂ ਤੁਹਾਨੂੰ ਦੱਸਾਂ, ਜਿਹੜੇ ਮੁਕਾਮ ਤੇ ਤੁਸੀਂ ਹੋ, ਜਦੋਂ ਤੁਹਾਡਾ ਨਾਮ ਗੀਤਾਂ ਦੇ ਵਿੱਚ ਸੁਣਦੇ ਆ ਤਾਂ ਬਹੁਤੇ ਨੌਜਵਾਨ ਜਾਂ ਬਹੁਤੇ ਗੀਤਕਾਰ ਹੋਣਗੇ ਜਿਹੜੇ ਮੇਰੇ ਵਰਗੇ, ਉਹ ਕਹਿੰਦੇ ਹੋਣਗੇ ਕਿ ਯਾਰ ਇਹਦੇ ਵਰਗਾ ਲਿਖਣਾ, ਸ਼ੇਖ ਦੌਲਤ ਵਾਲੇ ਮਾਨ ਵਰਗਾ ਲਿਖਣਾ। ਤੁਸੀਂ ਕਹਿੰਦੇ ਮੇਰੀ ਜ਼ਿੰਦਗੀ ਖਰਾਬ ਹੋ ਗਈ। ਐਕਚੁਅਲੀ ਕੀ ਹੈ ਕਿ ਗੀਤਕਾਰੀ ਨਾ ਜਿਹੜੀ ਇਹ ਤੁਹਾਨੂੰ ਰੋਟੀ ਨਹੀਂ ਦਿੰਦੀ। ਤੁਸੀਂ ਜਿਸ ਮੁਕਾਮ ਤੇ ਪਹੁੰਚੋ, ਕਿਸੇ ਵੀ ਗੀਤਕਾਰ ਦਾ ਤੁਸੀਂ ਨਾਂ ਲੈ ਕੇ ਦਿਖਾਓ ਇੱਕ ਦੇ। ਪਰ ਵੱਡੇ ਵੱਡੇ ਗੀਤਕਾਰ ਕਹਿੰਦੇ ਆ ਕਿ ਯਾਰ ਅਸੀਂ ਤਾਂ ਉਹ ਰੋਟੀ ਇਹਨਾਂ ਨੇ ਪਾਇਆ। ਝੂਠ ਬੋਲਦੇ ਆ। ਜਾਂ ਤਾਂ ਉਹ ਗਾ ਕੇ ਕਮਾਉਂਦੇ ਆ, ਜਾਂ ਉਹ ਐਲਬਮ ਕਰਦੇ ਆ, ਖੁਦ ਅੱਗੇ ਵੇਚਦੇ ਆ, ਪੇਸ਼ਕਾਰੀ ਕਰਦੇ ਆ, ਜਾਂ ਤਾਂ ਪੇਸ਼ਕਾਰੀ ਕਰਦੇ। ਇਕੱਲੀ ਗੀਤਕਾਰੀ ਤੁਹਾਨੂੰ ਰੋਟੀ ਦੇ ਹੀ ਨਹੀਂ ਸਕਦੀ। ਕਿਸੇ ਗੀਤਕਾਰ ਦਾ ਨਾਂ ਲੈ ਲਓ ਤਾਂ ਵੱਧ ਤੋਂ ਵੱਧ ਕਿਸੇ ਦੇ ਮਤਲਬ ਜਦੋਂ ਸ਼ੁਰੂ ਹੁੰਦਾ, ਜਦੋਂ ਹਿੱਟ ਹੁੰਦਾ ਟਾਈਮ ਆ ਜਿਹੜਾ, ਉਹਦੇ 25 ਤੋਂ 30 ਗੀਤ ਤੋਂ ਜ਼ਿਆਦਾ ਕੋਈ ਮੈਨੂੰ ਕੱਢ ਕੇ ਦਿਖਾ ਦਿਓ ਜਿਹੜਾ ਬਹੁਤ ਹਿੱਟ ਹੋ ਗਿਆ, ਤੇ ਉਹਦੇ 25 ਤੋਂ 30 ਗੀਤ ਤੋਂ ਜ਼ਿਆਦਾ ਰਿਕਾਰਡ ਹੋਏ ਆ ਜਿਹੜੇ, ਕਿਉਂਕਿ ਉਦੋਂ ਤੱਕ ਨਵਾਂ ਬੰਦੇ ਆ ਜਾਂਦੇ, ਨਵੀਂ ਟੀਮ ਆ ਜਾਂਦੀ। ਠੀਕ ਹੈ ਜੀ। 25-30 ਗੀਤਾਂ ਦੇ ਵਿੱਚੋਂ ਜੇ ਤੁਸੀਂ ਕਿੰਨੇ ਕੁ ਪੈਸੇ ਮਿਲ ਜਾਣਗੇ ਇੱਕ ਗੀਤਕਾਰ, ਤੁਸੀਂ ਆਪੇ ਹਿਸਾਬ ਕਿਤਾਬ ਲਾ ਕੇ ਦੇਖ ਲਓ ਵੀ ਉਹ ਇੰਨੇ ਪੈਸੇ ਨਾਲ ਉਹ ਜ਼ਿੰਦਗੀ ਲੰਘਾ ਸਕਦਾ। ਜਦੋਂ ਗੀਤਕਾਰ ਸਾਡੇ ਫੀਲਡ ਦੇ ਵਿੱਚ ਜਦੋਂ ਬੰਦਾ ਹਿੱਟ ਹੁੰਦਾ, ਉਹਦਾ ਬਹੁਤਾ ਪੈਸਾ ਜਿਹੜਾ ਵੀ ਉਹ ਕਮਾਵੇ, ਉਹਦੇ ਲਾਈਫ ਸਟਾਈਲ ਤੇ ਲੱਗ ਜਾਂਦਾ। ਉਹਨੇ ਗੱਡੀ ਵੱਡੀ ਰੱਖਣੀ ਹੈ, ਉਹਨੇ ਕੱਪੜੇ ਵੀ ਬ੍ਰਾਂਡਡ ਪਾਉਣੇ ਆ, ਫਿਰ ਉਹਨੇ ਰਹਿਣਾ ਸਹਿਣਾ ਉੱਦਾਂ ਦਾ ਹੋ ਜਾਂਦਾ ਕਿ ਉਹ ਘਰ ਚਲਾਉਣ ਵਾਸਤੇ ਪੈਸੇ ਕਾਫੀ ਨਹੀਂ ਹੁੰਦੇ। ਅੱਛਾ ਜੀ। ਹਾਂ, ਉਹਨੂੰ ਮਤਲਬ ਬਹੁਤੇ ਸਿੰਗਰ ਜਿਹੜੇ ਨਵੇਂ ਗੀਤਕਾਰ ਉੱਠਦੇ ਆ ਇਸ ਕਰਕੇ ਉੱਠਦੇ ਆ ਕਿ ਸਾਨੂੰ ਸ਼ਾਇਦ ਹਨਾ ਨਾਂ ਬਣ ਜਾਣਾ ਵੱਖਰੀ ਗੱਲ ਹੈ, ਪੈਸਾ ਬਣਨਾ ਉਹ ਜਾਂ ਤਾਂ ਤੁਸੀਂ ਸਿੰਗਿੰਗ ਕਰੋ, ਤੁਹਾਨੂੰ ਗਾਇਕੀ 'ਚੋਂ ਆਊਗਾ, ਜਾਂ ਤੁਸੀਂ ਫਿਰ ਪ੍ਰੋਡਿਊਸਰ ਬਣੋ। ਅੱਛਾ, ਇਹੀ ਕਾਰਨ ਆ ਕਿ ਬਹੁਤੇ ਜਿਹੜੇ ਗੀਤਕਾਰ ਆ ਗਏ ਉਹ ਜਾਂ ਤਾਂ ਸਿੰਗਿੰਗ ਵੱਲ ਆ ਗਏ ਜਾਂ ਫਿਰ ਨਵੇਂ ਮੁੰਡਿਆਂ ਨੂੰ ਰਿਕਾਰਡ ਕਰਕੇ ਜਿਹੜਾ ਪੇਸ਼ਕਾਰੀ ਕਰਨ ਲੱਗੇ। ਬਿਲਕੁਲ ਉਹ ਸਹੀ ਹੈ, ਜਿਹੜੇ ਇੱਦਾਂ ਜਾ ਰਹੇ ਆ। ਜਿਹੜੇ ਬੰਦੇ ਸੋਚਦੇ ਵੀ ਅਸੀਂ ਗੀਤਕਾਰੀ ਕਰਨੀ ਹੈ, ਗੀਤ ਦੇ ਜਾਂ ਤਾਂ ਉਹ ਆਪਣਾ ਕੋਈ ਹੋਰ ਬਿਜ਼ਨਸ ਕਰਨ, ਜੇ ਇੱਥੇ ਹੀ ਰਹਿਣਾ ਤਾਂ ਫਿਰ ਉਹਨਾਂ ਨੂੰ ਇਹ ਕੁਝ ਕਰਨਾ ਪੈਣਾ। ਗੀਤਕਾਰੀ ਪੈਸਾ ਦੇ ਹੀ ਨਹੀਂ ਸਕਦੀ ਕਿਤੇ ਵੀ। ਤੁਸੀਂ ਇਹ ਕਿਹੜਾ ਹੈਗਾ ਫੀਲਡ, ਸਿੰਗਰ ਹੀ ਨਹੀਂ ਦਿੰਦੇ ਪਹਿਲੀ ਗੱਲ ਤਾਂ ਕਿਸੇ ਨੂੰ ਪੈਸਾ ਦੇਣਾ ਕਿਹਨੇ ਹੈ। ਅੱਛਾ, ਇਹ ਮਤਲਬ ਇਹ ਫਿਰ ਗੀਤਕਾਰ ਜਿਹੜੇ ਕਹਿੰਦੇ ਆ ਸੱਚੇ ਆ? ਬਿਲਕੁਲ ਸਾਰੇ ਹੀ ਸੱਚੇ, ਸ਼ੁਰੂ ਤੋਂ ਲੈ ਕੇ ਅੱਜ ਤੱਕ, ਅੱਗੇ ਵੀ ਇਹੀ ਹੋਣਾ। ਅੱਛਾ, ਦੇ ਨਹੀਂ ਸਕਦੇ। ਪਰ ਫਿਰ ਮਾਨ ਸਾਹਿਬ ਇਹ ਕਿਉਂ ਇਹ ਚੀਜ਼ ਆ? ਜੇਕਰ ਹੁਣ ਜਿਹੜੇ ਕਲਾਕਾਰ ਆ, ਜੇਕਰ ਉਹ ਲੱਖਾਂ ਲੱਖਾਂ ਕਮਾ ਰਹੇ ਆ, ਕਰੋੜਾਂ ਕਮਾਉਂਦੇ ਆ, ਤਾਂ ਫਿਰ ਜਿਹੜੀ ਦੀ ਕਲਮ ਦੇ ਵਿੱਚ ਉਪਜਿਆ ਹੁੰਦਾ ਉਹਨੂੰ ਕਿਉਂ ਨਹੀਂ ਪੈਸੇ ਮਿਲਦੇ? ਉਹ ਇੱਕ ਵਾਰ ਦੇ ਦਿੰਦੇ ਆ ਵੀ ਆਹ ਚੱਕੋ ਤੁਹਾਡਾ ਹੋ ਗਿਆ, ਨਿਬੜ ਗਿਆ। ਠੀਕ ਹੈ, ਜੋ ਵੀ ਦੇਣਾ, ਜੋ ਵੀ ਉਹਨਾਂ ਦੀ ਟੇਬਲ ਟਾਕ ਹੈ, ਰਾਈਟ, ਉਹ ਟੇਬਲ ਟਾਕ ਤੇ ਆ। ਤੇ ਉਹਦੇ ਚੱਕਰ ਦੇ ਵਿੱਚ ਹੁੰਦਾ ਵੀ ਜਿਹੜਾ ਗੀਤਕਾਰ ਉਹਨੂੰ ਹੁੰਦਾ ਵੀ ਮੇਰਾ ਨਾਂ ਹੋਵੇ। ਪਹਿਲੀ ਗੱਲ ਤਾਂ ਨਾਂ ਦੇ ਬਿਲਕੁਲ ਨਾ। ਫਿਰ ਉਹਦੀ ਹੁੰਦੀ 2 ਫੋਟੋਆਂ ਪਾਉਣੀਆਂ ਹੁੰਦੀਆਂ, ਮੇਰੀ ਫਲਾਣੇ ਸਿੰਗਰ ਨਾਲ ਆ, ਮੇਰੀ ਉਹ ਜਿਹੜੀ ਉਹ ਚੀਜ਼ ਆ, ਉਹਨੂੰ ਮਤਲਬ ਗੀਤਕਾਰ ਨੂੰ ਅੱਗੇ ਨਹੀਂ ਰੱਖਣਾ। ਅੱਛਾ, ਜਗਦੇਵ ਮਾਨ ਨਾਲ ਵੀ ਇਦਾਂ ਦਾ ਹੋਇਆ? ਨਹੀਂ, ਮੇਰੇ ਨਾਲ ਸ਼ੁਰੂ ਤੋਂ ਨਹੀਂ ਹੋਇਆ, ਕਿਉਂਕਿ ਮੈਂ ਕਿਸੇ ਗਾਇਕ ਦੇ ਮਗਰ ਨਹੀਂ ਫਿਰਿਆ ਕਾਪੀ ਲੈ ਕੇ। ਅੱਛਾ ਜੀ। ਸ਼ੁਰੂ ਤੋਂ ਹੀ ਮਤਲਬ ਸਟੂਡੀਓ 'ਚ ਹੀ ਰਿਕਾਰਡਿੰਗਾਂ ਹੋਈਆਂ। ਮੇਰੇ ਸ਼ਮਸ਼ੇਰ ਸੰਧੂ ਸਾਹਿਬ ਮੇਰੇ ਉਸਤਾਦ ਨੇ, ਉਹਨਾਂ ਨੇ ਉੱਥੇ ਉਹ ਮੇਰੀ ਡਾਇਰੀ ਵੀ ਉੱਥੇ ਪਈ ਸੀ, ਉੱਥੇ ਰਿਕਾਰਡਿੰਗ ਸ਼ੁਰੂ ਹੋ ਗਈ। ਉਹਦੇ ਮੇਰੇ ਕੋਲੇ ਸਿੰਗਰ ਆ ਜਾਂਦੇ ਸੀ। ਮੈਂ ਇੱਕ ਜੂਈ ਤੱਕ ਵੀ ਇੱਕ ਸਿੰਗਰ ਕੋਲੇ ਨਹੀਂ ਗਿਆ। ਹਾਂ, ਸ਼ੁਰੂ 'ਚ ਮੈਂ ਇੱਕ ਗਿਆ ਸੀਗਾ ਦਿਲਸ਼ਾਦ ਅਖਤਰ ਕੋਲੇ, ਉਹ ਵੀ ਕਿੱਸਾ ਹੈਗਾ ਮੇਰਾ ਫੇਵਰੇਟ ਸੀਗਾ। ਹਾਂਜੀ। ਕੋਟਕਪੂਰੇ ਤੇ ਮਤਲਬ ਉਦੋਂ ਅਸੀਂ ਗਏ ਤੇ ਮੇਰੀ ਜੇਬ ਕੱਟੀ ਗਈ, ਬਟੂਏ ਕੱਢ ਲੈ ਕੇ ਨੇ ਬੱਸ 'ਚ। ਅੱਛਾ। ਉਹ ਵੀ ਬੜਾ ਰੌਚਕ ਕਿੱਸਾ ਹੋਇਆ। ਬਾਅਦ 'ਚ ਮੈਂ ਫਿਰ ਗਿਆ ਹੀ ਨਹੀਂ, ਮੈਂ ਕਿਹਾ ਨਹੀਂ ਗਿਆ, ਮੈਂ ਨਹੀਂ ਗਿਆ। ਅੱਛਾ, ਇੱਕ ਗੱਲ ਹੋਰ ਦੱਸਿਓ, ਜਦੋਂ ਹੁਣ ਸਾਡੀਆਂ ਫੈਮਿਲੀ ਦੇ ਵਿੱਚ, ਜੱਟ ਫੈਮਿਲੀ ਦੇ ਵਿੱਚ, ਜਦੋਂ ਅਸੀਂ ਐਸੇ ਲਾਈਨ ਦੇ ਵੱਲ ਆਉਣੇ ਆ ਨਾ, ਤਾਂ ਇਹ ਲਾਈਨ ਦੇ ਵਿੱਚ ਹਾਲਾਂਕਿ ਚਲੋ ਹੁਣ ਤਾਂ ਪੈਸਾ ਤੇ ਲੱਗ ਗਿਆ, ਪਹਿਲਾਂ ਬਹੁਤਾ ਚੰਗਾ ਨਹੀਂ ਸਮਝਦੇ ਸੀ, ਕੰਜਰ ਕਿਤੇ ਆਖਦੇ ਹੁੰਦੇ ਸੀ ਕਿ ਯਾਰ ਕਿਹੜੇ ਪਾਸੇ ਨਾਲ ਬੜਾ। ਮੇਰੇ ਸਾਡੇ ਫਾਦਰ ਸਾਹਿਬ ਬੜੇ ਗਰਮ ਸੁਭਾਅ ਦੇ ਸੀ। ਮੇਰੀਆਂ ਕਾਪੀਆਂ ਜੇ ਕਈ ਵਾਰੀ ਪਾੜਤੀਆਂ ਸੀ ਉਹਨਾਂ ਨੇ, ਮਤਲਬ ਐਂ ਪਾੜ ਕੇ ਸਿੱਟ ਦਿੰਦੇ ਵਿੱਚ ਇਹ ਕਿਹੜੇ ਕੰਮ 'ਚ ਪਏ। ਅੱਛਾ ਜੀ। ਬਹੁਤ ਵਾਰੀ ਹੋਇਆ। ਇੱਕ ਵਾਰੀ ਮੈਂ ਉਹੀ ਹਾਰਮੋਨੀਅਮ ਲੈ ਆਂਦਾ, ਮੈਂ ਕਿਹਾ ਚੱਲ ਰਿਆਜ਼ ਕਰਦੇ ਹਾਂ। ਮੈਂ ਹਾਰਮੋਨੀਅਮ ਬੈਠਾ ਉਹ ਕਰੀਆ, ਪਤਾ ਨਹੀਂ ਕੀ ਆਇਆ ਚੱਕ ਕੇ ਬਾਜਾ ਚੱਕਿਆ, ਮੇਰਾ ਹਾਰਮੋਨੀਅਮ ਚੱਕ ਕੇ ਸਾਡੇ ਕੋਲੇ ਘਰ ਦੇ ਛੱਪੜ ਸੀ, ਛੱਪੜ 'ਚ ਮਾਰਿਆ ਵਗਾ। ਕਹਿੰਦਾ ਐਵੇਂ ਆ ਲਾਈ ਇਹਦੇ 'ਚ ਕੀ, ਐਵੇਂ ਕੰਜਰ ਕਾਲਾ ਘਾਟਾਂ ਵਾਲਾ ਕੰਮ ਹੈ। ਅੱਛਾ। ਇੱਦਾਂ ਨਹੀਂ, ਬੜੀਆਂ ਵਾਪਰੀਆਂ ਉਹਦੇ 'ਚ, ਕੁਛ ਨਹੀਂ, ਚੱਕਿਆ ਜਾ ਕੇ ਮੇਰੇ ਫੜਿਆ ਵੱਜ ਜਾ ਕੇ ਛੱਪੜ 'ਚ। ਤੇ ਮਾਨ ਸਾਹਿਬ ਤੁਹਾਨੂੰ ਨਹੀਂ ਫਿਰ ਦੁੱਖ ਹੁੰਦੇ ਵੀ ਐਡੀ ਆਪਦੀ ਲਿਖਿਆ ਹੋਇਆ? ਉਹ ਹੁੰਦਾ ਸੀ ਇੱਦਾਂ ਲੱਗਦਾ ਸੀਗਾ ਕਿ ਵੀ ਇੱਦਾਂ ਹੈ ਨਾ, ਪਰ ਉਹ ਮਤਲਬ ਮੈਨੂੰ ਪਤਾ ਸੀ ਵੀ ਯਾਰ ਬਸ ਇੱਦਾਂ ਹੀ ਲੰਘਣਾ, ਜੇ ਆਉਣਾ ਤਾਂ ਫਿਰ ਇਹ ਇੱਦਾਂ ਹੀ ਕਰਨੀ ਪੈਣੀ ਹੈ ਤੁਹਾਨੂੰ। ਤੇ ਫਿਰ ਉੱਥੋਂ ਨਿਕਲੇ ਕਿਵੇਂ ਫਿਰ ਇੱਕ ਗੀਤਕਾਰ ਨਿਕਲਿਆ? ਉਦੋਂ ਘਰ ਦੇ ਵਿੱਚੋਂ ਇੱਦਾਂ ਸਾਥ ਨਹੀਂ ਮਿਲਿਆ ਉਸ ਹਿਸਾਬ ਦਾ? ਜਦੋਂ ਨਾ ਗਾਣੇ ਮੇਰੇ ਰਿਕਾਰਡ ਹੋ ਕੇ ਆਉਣ ਲੱਗੇ, ਉਦੋਂ ਆ ਗਏ, ਫਿਰ ਜਦੋਂ ਲੋਕਾਂ ਨੇ ਕਹਿਣਾ ਸ਼ੁਰੂ ਕਰਤਾ ਵੀ ਹਾਂ ਵੀ ਇਹ ਹੈਗੀ ਗੱਲਬਾਤ, ਤਾਂ ਫਿਰ ਉਹ ਐਕਸੈਪਟ ਕਰ ਲਿਆ। ਫਿਰ ਹਾਂ, ਇੰਨਾ ਤਾਂ ਇੱਦਾਂ ਹੀ ਸੀ। ਤੇ ਉਸ ਤੋਂ ਬਾਅਦ ਫਿਰ ਮਾਣ ਵੀ ਕਰਦੇ ਹੁਣ? ਨਹੀਂ, ਫਿਰ ਉਸ ਤੋਂ ਬਾਅਦ ਤਾਂ ਕਾਫੀ ਬੜਾ ਪਿੰਡ ਦੇ ਵਿੱਚ ਵੀ ਵਜਾ ਹੋਣ ਲੱਗ ਗਈ ਸੀ। ਸਾਰੇ ਪਿੰਡਾਂ ਦੇ ਵਿੱਚ ਤਾਂ ਇਦਾਂ ਹੀ ਹੁੰਦੇ ਆ ਵੀ ਲੋਕ ਤੁਹਾਨੂੰ
ਚੰਗੀ ਕਹਿਣ ਵਾਲੇ ਵੀ ਹੁੰਦੇ ਆ ਕਿ ਚੰਗਾ ਨੂੰ ਜਦੋਂ ਠੀਕ ਹੈ ਪਿੰਡਾਂ ਦਾ ਸੁਭਾਅ ਇੱਕ ਹਾਂ ਮਾਣ ਤਾਣ ਕਰਦੇ ਜਦੋਂ ਉਹਨਾਂ ਦਾ ਕੋਈ ਰਿਸ਼ਤੇਦਾਰ ਆ ਕੇ ਪੁੱਛਦਾ ਫਿਰ ਉਹ ਕਹਿਣਗੇ ਹਾਂ ਵੀ ਸਾਡੇ ਨੇ ਹੋ ਸਕਦਾ ਮੈਨੂੰ ਉਹਨਾਂ ਦਾ ਕੰਮ ਪੈ ਜੇ ਫਿਰ ਉਹ ਮੈਨੂੰ ਹੈ ਨਾ ਪਿੰਡਾਂ ਦਾ ਇਹ ਸੁਭਾਅ ਆ ਮੈਂ ਇੱਕ ਗਾਣੇ 'ਚ ਵੀ ਲਿਖਿਆ ਸੀ ਵੀ ਬਹੁਤੇ ਤਾਨੇ ਚੰਗੇ ਵਿੱਚ ਵਿਚਾਲੇ ਦੇ ਥੋੜੇ ਜਿਹੇ ਨੇ ਚੁਗਲਖੋਰ ਵੀ ਮੇਰੇ ਸਾਲੇ ਦੇ ਭੋਲੇ ਭਾਲੇ ਬਿਲਕੁਲ ਭੰਗ ਦੀ ਲੋਰ ਤਰ੍ਹਾਂ ਦੇ ਆ ਸਾਡੇ ਪਿੰਡ ਦੇ ਲੋਕ ਥੋੜਾ ਜਿਹਾ ਹੋਰ ਤਰ੍ਹਾਂ ਦੇ ਹਾਏ ਹੈ ਕੀ ਬਾਤ ਹੈ ਕੀ ਬਾਤ ਜਿਹੜੇ ਸ਼ਰੀਕ ਜਹਾਜ਼ ਦਿਲੋਂ ਤਾਂ ਦੁੱਖ ਮਨਾਉਂਦੇ ਆ ਤਾਂ ਵੀ ਜਾ ਕੇ ਘਰੇ ਵਧਾਈਆਂ ਦੇ ਕੇ ਆਉਂਦੇ ਕੀ ਬਾਤ ਹੈ ਇਹ ਨਾ ਪਿੰਡਾਂ ਦਾ ਸੁਭਾਅ ਅੱਛਾ ਲਿਖਤ ਵੇਲੇ ਜਦੋਂ ਤੁਸੀਂ ਲਿਖਦੇ ਹੋ ਕੀ ਚੀਜ਼ ਵਿਸ਼ਾ ਦਿਮਾਗ ਦੇ ਵਿੱਚ ਰਹਿੰਦਾ ਕੀ ਚੀਜ਼ ਦਿਮਾਗ ਦੇ ਵਿੱਚ ਰਹਿੰਦੀ ਕਿ ਯਾਰ ਮਨ ਇਦਾਂ ਦਾ ਲਿਖਣਾ ਯਾਰ ਆਹ ਚੀਜ਼ ਨਹੀਂ ਲਿਖਣੀ ਨਹੀਂ ਆਏ ਨਹੀਂ ਕੁਛ ਕੁ ਹੁੰਦਾ ਕਿ ਪਰਿਵਾਰ 'ਚ ਬੈਠ ਕੇ ਲਿਮਿਟੇਸ਼ਨ ਨਾ ਰੱਖੀਆਂ ਵੀ ਪਰਿਵਾਰ ਦੇ ਵਿੱਚ ਬੈਠ ਕੇ ਸੀ ਜਿਹੜਾ ਹੋਵੇ ਤੇ ਜਿਹੜਾ ਮੈਂ ਆਪਣੇ ਘਰੇ ਸੁਣਾ ਸਕਦਾ ਉਹੀ ਮੈਂ ਬਾਹਰ ਦੇ ਮਾਰਾ ਹੀ ਦੂਜਾ ਹੁੰਦਾ ਇੱਕ ਵਾਰੀ ਅਸੀਂ ਗੱਲ ਮੈਂ ਤੇ ਭਗਵੰਤ ਮਾਨ ਅਸੀਂ ਬੈਠੇ ਮੈਨੂੰ ਕਹਿੰਦੇ ਭਗਵੰਤ ਬਾਈ ਜੀ ਕਹਿੰਦੇ ਮੈਨੂੰ ਕਹਿੰਦਾ ਯਾਰ ਤੇਰੇ ਅੰਦਰ ਨਾ ਆ ਜਿਹੜੇ ਸ਼ਬਦ ਆ ਤੇਰੇ ਅੰਦਰ ਮਟ ਬਣਿਆ ਹੋਇਆ ਮੈਂ ਕਿਹਾ ਕਿੱਦਾਂ ਮੈਨੂੰ ਕਹਿੰਦਾ ਵੀ ਜਿਹੜੀ ਨਾ ਆਥਣ ਦੀ ਰੋਟੀ ਵੇਲੇ ਆਪਣੇ ਪਾਈਆ ਮਿੱਟੀ ਅੰਦਰ ਜਾਂਦੀ ਹੈ ਪਿੰਡਾਂ 'ਚ ਹਨਾ ਅੱਛਾ ਜੀ ਹਾਂ ਉਹ ਤੇਰੇ ਅੰਦਰ ਜੰਮ ਗਈ ਕਹਿੰਦਾ ਹੁਣ ਸ਼ਬਦ ਬਣ ਨਿਕਲਦੀ ਹੈ ਜਿਹੜਾ ਰਿਸ਼ਤਾ ਮਿੱਟੀ ਰੋਟੀਆਂ ਨਾਲ ਖਾਧਾ ਹੋਇਆ ਨਾ ਸ਼ਾਮ ਦੀਆਂ ਸਵੇਰ ਦੀਆਂ ਤੇ ਉਹ ਚੀਜ਼ਾਂ ਉੱਦਾਂ ਦੀਆਂ ਮਤਲਬ ਇਹ ਚੀਜ਼ਾਂ ਮੈਨੂੰ ਵੀ ਲੱਗਦਾ ਕਿ ਉਹ ਚੀਜ਼ਾਂ ਜਿਹੜੀਆਂ ਇਹ ਉਹੀ ਆ ਜਿਹੜਾ ਅੰਦਰੋਂ ਨਿਕਲਦਾ ਅੱਛਾ ਮਾਨ ਸਾਹਿਬ ਇੱਕ ਸਾਹਿਤ ਦਾ ਦੱਸਿਓ ਕਹਿੰਦੇ ਨੇ ਕਿ ਜੇਕਰ ਗੀਤਕਾਰ ਬਣਨਾ ਆ ਚੰਗਾ ਗੀਤਕਾਰ ਦੀ ਮੈਂ ਗੱਲ ਕਰ ਰਿਹਾ ਜੇਕਰ ਤੁਸੀਂ ਚੰਗੇ ਗੀਤਕਾਰ ਕਹਿੰਦੇ ਬਣਨਾ ਆ ਤਾਂ ਤੁਹਾਨੂੰ ਸਾਹਿਤ ਪੜ੍ਹਨਾ ਬੜਾ ਜ਼ਰੂਰੀ ਹੈ ਕਿਤਾਬਾਂ ਦੇ ਨਾਲ ਜੁੜਨਾ ਜਿਹੜਾ ਬੜਾ ਜ਼ਰੂਰੀ ਹੈ ਬਿਲਕੁਲ ਇਹ ਤਾਂ ਹੈ ਹੀ ਜਿੱਦਾਂ ਸ਼ਬਦ ਤੁਹਾਡੇ ਕੋਲੇ ਹੋਣਗੇ ਨਹੀਂ ਤੁਸੀਂ ਕਿੱਦਾਂ ਲਿਖੋਗੇ ਸ਼ਬਦ ਤੁਹਾਨੂੰ ਕਿਤਾਬਾਂ 'ਚ ਹੀ ਆਉਣੇ ਆ ਠੀਕ ਹੈ ਜੇ ਤੁਸੀਂ ਪੜ੍ਹੋਗੇ ਤੁਹਾਡੇ ਥਾਟ ਜਿਹੜੇ ਆ ਜਿਹੜੀ ਤੁਹਾਡੀ ਕੋਈ ਮਤਲਬ ਗੀਤਾਂ ਦੇ ਵਾਸਤੇ ਜੋ ਲੋੜੀਂਦਾ ਸਿਸਟਮ ਹੈ ਸਮਾਨ ਹੈ ਉਹ ਤਾਂ ਤੁਹਾਨੂੰ ਸ਼ਬਦਾਂ 'ਚ ਹੀ ਮਿਲਣਾ ਨਾ ਸ਼ਬਦ ਤੁਹਾਡੇ ਕੋਲੇ ਤਾਂ ਹੀ ਹੋਣਗੇ ਜੇ ਤੁਸੀਂ ਕਿਤਾਬਾਂ ਪੜ੍ਹੋਗੇ ਤੇ ਚੰਗੇ ਹਾਂ ਲਿਟਰੇਚਰ ਇਹਨਾਂ ਨੂੰ ਪੜ੍ਹਨਾ ਤੁਸੀਂ ਪਸੰਦ ਕਰਦੇ ਹੋ ਮੈਂ ਮਤਲਬ ਸ਼ੁਰੂ ਦੇ ਵਿੱਚ ਤਾਂ ਜਿੱਦਾਂ ਹੈਗੇ ਕਵਿਤਾਵਾਂ ਵਾਲਾ ਹੀ ਲਿਖਿਆ ਪੜ੍ਹਿਆ ਹੈ ਨਾ ਫਿਰ ਬਹੁਤ ਕੁਛ ਪਿਆ ਜਿਹੜਾ ਪੜ੍ਹਨ ਵਾਲਾ ਪੰਜਾਬੀ ਦੇ ਵਿੱਚ ਬਹੁਤ ਕੁਛ ਇੱਦਾਂ ਦਾ ਪਿਆ ਜਿਹੜਾ ਮੈਂ ਤੁਹਾਨੂੰ ਹੁਣ ਜੇ ਗਿਣਾਉਣ ਲੱਗ ਜਾਂ ਤਾਂ ਪਤਾ ਨਹੀਂ ਕਿੰਨਾ ਕੁ ਮੇਰੇ ਕੋਲ ਘਰੇ ਮਤਲਬ ਕਿਤਾਬਾਂ ਮੇਰੇ ਘਰੇ ਇਸ ਚੱਕਰ 'ਚ ਵੀ ਗਾਲਾਂ ਪੈਂਦੀਆਂ ਰਹਿੰਦੀਆਂ ਵੀ ਦੂਜਾ ਸਮਾਨ ਰੱਖਣ ਨੂੰ ਹੈ ਜਗ੍ਹਾ ਨਹੀਂ ਹੈ ਕਿਤਾਬਾਂ ਪਈਆਂ ਮਤਲਬ ਹਰ ਕਮਰੇ 'ਚ ਮੇਰੇ ਘੱਟੋ ਘੱਟ ਮਤਲਬ ਕਿਤਾਬਾਂ ਹੀ ਹੁੰਦੀਆਂ ਜਿੱਥੇ ਮੈਂ ਹੋਵਾਂ ਮੇਰੇ ਕੋਲ ਕਿਤਾਬਾਂ ਦਾ ਬਹੁਤ ਸ਼ੌਕ ਆ ਮੈਂ ਜੇ ਕਿਤੇ ਬਾਹਰ ਅੰਦਰ ਜਾਂਦਾ ਸੀ ਤੇ ਮੈਂ ਕਿਰਾਏ ਜੋਗੇ ਪੈਸੇ ਰੱਖ ਕੇ ਬਾਕੀ ਦੀਆਂ ਕਿਤਾਬਾਂ ਖਰੀਦ ਲੈਂਦਾ ਸੀ ਮਤਲਬ ਵੀ ਘਰੇ ਪਹੁੰਚਣ ਜੋਗਾ ਕਰਕੇ ਜਦੋਂ ਜਾਂਦੇ ਸੀ ਪਹਿਲਾਂ ਹੈ ਨਾ ਜਦੋਂ ਮੈਂ ਪੜ੍ਹਦਾ ਸੀ ਜਦੋਂ ਕਾਲਜ ਦੀਆਂ ਸੀ ਤੇ ਮੈਂ ਉਦੋਂ ਬਹੁਤ ਕੁਛ ਪੜ੍ਹਿਆ ਪਰ ਕੁਛ ਤਾਂ ਹੁਣ ਮੈਨੂੰ ਯਾਦ ਵੀ ਹੈ ਨਹੀਂ ਗਾ ਮਤਲਬ ਕੀ ਪੜ੍ਹਿਆ ਤੇ ਉਹ ਜਦੋਂ ਗੱਲ ਤੁਰਦੀ ਆ ਫਿਰ ਅੱਗੇ ਬੜਾ ਕੁਛ ਹੈ ਨਾ ਆ ਜਾਂਦਾ ਤੇ ਉੱਚ ਕੋਟੀ ਦਾ ਸਾਹਿਤ ਬਹੁਤ ਪਿਆ ਪੰਜਾਬੀ 'ਚ ਪੁਰਾਣਾ ਜਿਹੜਾ ਪਹਿਲਾਂ ਹੁਣ ਤਾਂ ਉੱਦਾਂ ਦਾ ਕੁਛ ਨਹੀਂ ਆ ਰਿਹਾ ਬਹੁਤ ਘੱਟ ਆ ਜਿਹੜਾ ਹੈ ਨਾ ਪਹਿਲਾਂ ਦਾ ਬਹੁਤ ਕੁਛ ਪਿਆ ਜਿਹੜਾ ਤੁਸੀਂ ਪੜ੍ਹ ਸਕਦੇ ਹੋ ਅੱਛਾ ਇੱਕ ਚੀਜ਼ ਹੋਰ ਦੱਸੋ ਇੱਕ ਜਦੋਂ ਗਿੱਪੀ ਬਾਈ ਦੇ ਨਾਲ ਤੁਹਾਡੀ ਐਲਬਮ ਆਉਂਦੀ ਆ ਤੁਹਾਡੇ ਗੀਤ ਜਿਹੜੇ ਤੁਹਾਡੇ ਗੀਤਾਂ ਨੂੰ ਆਵਾਜ਼ ਗਿੱਪੀ ਬਾਈ ਦੀ ਮਿਲਦੀ ਆ ਤਾਂ ਫਿਰ ਮੈਨੂੰ ਲੱਗਦਾ ਮਕਬੂਲੀਅਤ ਦਾ ਅਲੱਗ ਹੀ ਮੁਕਾਮ ਜਿਹੜਾ ਹਾਸਲ ਹੋ ਜਾਂਦਾ ਉਸ ਜਿਵੇਂ ਫੁਲਕਾਰੀ ਜਿਹੜਾ ਹੈਗਾ ਟੇਪ ਦੀ ਗੱਲ ਕਰ ਲਵਾਂ ਜਦੋਂ ਬਾਈ ਹੋਰਾਂ ਦੇ ਨਾਲ ਤੁਹਾਡੀ ਮੇਲ ਹੁੰਦਾ ਹੈ ਨਾ ਬਾਈ ਹੋਰ ਤੁਹਾਡੇ ਕੋਲੇ ਆਉਂਦੇ ਨੇ ਤਾਂ ਮੈਨੂੰ ਦੱਸੋ ਵੀ ਉਹ ਪਹਿਲੀ ਟੇਪ ਸੀ ਬਾਈ ਹੋਰਾਂ ਦੀ ਉਦੋਂ ਨਹੀਂ ਉਹ ਤੋਂ ਪਹਿਲਾਂ ਉਹਨਾਂ ਦੀਆਂ 2 ਐਲਬਮ ਆ ਚੁੱਕੀਆਂ ਸੀਗੀਆਂ ਸ਼ਾਇਦ ਬੋਲੀਆਂ ਹੀ ਆਈਆਂ ਸੀ ਮੈਨੂੰ ਲੱਗਦਾ ਨਹੀਂ ਇੱਕ ਹੋਰ 2 ਸੀਗੀਆਂ ਮੈਨੂੰ ਹੁਣ ਨਾਂ ਯਾਦ ਨਹੀਂ ਹਾਂਜੀ ਤੇ ਉਹ ਇਸ ਤਰ੍ਹਾਂ ਉਸ ਤੋਂ ਬਾਅਦ ਫਿਰ ਜਦੋਂ ਗੱਲ ਬਣੀ ਨਾ ਫਿਰ ਜਦੋਂ ਫੁੱਟਬਾਲ ਮੇਰੇ ਕੋਲੇ ਆਈ ਹਾਂਜੀ ਫਿਰ ਜਦੋਂ ਮੈਂ ਆਪਣੇ ਤਰੀਕੇ ਨਾਲ ਕੈਰੀਗਰੀ ਕਰਕੇ ਗੋਲਾਂ 'ਚ ਪਾਈ ਅੱਛਾ ਫਿਰ ਉਹ ਗੱਲ ਬਣ ਗਈ ਬਾਬੇ ਦੀ ਕਿਰਪਾ ਨਾਲ ਫਿਰ ਅੱਧੀ ਲੱਗ ਗਈ ਸੀ ਸਿਸਟਮ ਉਹ ਤਾਂ ਜਦੋਂ ਅਸੀਂ ਰਿਕਾਰਡਿੰਗ ਹੋ ਗਈ ਸੀਗੀ ਉਦੋਂ ਹੀ ਪਤਾ ਲੱਗ ਗਿਆ ਸਾਨੂੰ ਵੀ ਟੇਪ ਨਿਕਲ ਜਾਣੀ ਤੇ ਅਸੀਂ ਫਿਰ ਉਹਦੀ ਮਤਲਬ ਮੇਰਾ ਖਿਆਲ ਇਹ ਆਈ ਸੀਗੀ ਨਵੰਬਰ 'ਚ ਐਲਬਮ ਆਈ ਸੀ ਤੇ ਅਸੀਂ ਜੁਲਾਈ 30 ਜੁਲਾਈ ਨੂੰ ਅਸੀਂ ਕੁਫਰੀ ਚਲੇ ਗਏ ਸੀ ਉਹਦੀ ਪਾਰਟੀ ਕਰਨ ਅੱਛਾ ਜੀ ਹਾਂ ਮਤਲਬ ਅਸੀਂ ਉਹ ਐਲਬਮ ਕਰਨ ਤੋਂ ਬਾਅਦ ਅਸੀਂ ਸਾਰੇ ਗਰੁੱਪ ਪੂਰਾ ਗਿੱਪੀ ਸਿੱਪੀ ਸਾਰੇ ਅਸੀਂ ਉੱਪਰ ਚਲੇ ਗਏ ਪਹਾੜਾਂ 'ਚ ਉਹਦੀ ਮਤਲਬ ਪਾਰਟੀ ਕਰਨ ਕੇ ਸਾਨੂੰ ਪਤਾ ਲੱਗ ਗਿਆ ਸੀ ਵੀ ਇਹ ਕੰਮ ਹਿੱਟ ਆ ਅੱਛਾ ਬਾਈ ਕਿਵੇਂ ਪਹੁੰਚੇ ਕਿਵੇਂ ਤੁਹਾਡੇ ਕੋਲੇ ਤੁਸੀਂ ਮੇਰੇ ਕੋਲੇ ਮੇਰੇ ਐਕਚੁਅਲੀ ਰਿਸ਼ਤੇਦਾਰ ਕੈਨੇਡਾ 'ਚ ਜੀ ਉਹਨਾਂ ਨਾਲ ਇਹਨਾਂ ਦਾ ਸੀਗਾ ਬ੍ਰਦਰ ਦਾ ਹਾਂ ਤੇ ਉਹ ਫਿਰ ਇਹਨਾਂ ਨੇ ਉਹਨਾਂ ਨੂੰ ਕਿਹਾ ਵੀ ਯਾਰ ਵੀ ਸਾਨੂੰ ਜਗਦੇਵ ਮਾਨ ਨਾਲ ਨਾ ਇੱਦਾਂ ਕਰਕੇ ਫਿਰ ਅਸੀਂ ਇਕੱਠੇ ਹੋ ਗਏ ਫਿਰ ਟੀਮ ਬਣ ਗਈ ਫਿਰ ਤਾਂ ਅਸੀਂ ਬਾਬੇ ਦੀ ਕਿਰਪਾ ਨਾਲ ਹਜੇ ਤੱਕ ਉੱਦਾਂ ਹੀ ਚੱਲੀ ਜਾਂਦਾ ਫਿਰ ਸਾਰਾ ਫਿਰ ਤਾਂ ਉਹਨੂੰ
ਜਿਹੜਾ ਸਾਰਾ ਕੰਮ ਹੀ ਮੈਂ ਉਹ ਕੀਤਾ ਸਾਰਾ। ਇਹ ਕਿਵੇਂ ਦੇਖਿਆ ਸੀ ਵੀ ਯਾਰ ਇਹ ਬੰਦਾ ਆਇਆ, ਇਹ ਬੰਦੇ ਦੀ ਵੋਕਲ ਇਦਾਂ ਦੀ ਆ, ਉਸ ਹਿਸਾਬ ਦੇ ਨਾਲ ਗੀਤ ਲਿਖੇ ਸੀ? ਕਿਸ ਤਰ੍ਹਾਂ ਦਾ ਸੀਗਾ, ਕੀ ਕਨਸੈਪਟ ਸੀ? ਇਹ ਐਕਚੁਅਲੀ ਕੀ ਹੋਇਆ, ਮੈਂ ਨਾ ਮੇਰੇ ਵੀ ਕੀੜਾ ਸਿੰਗਿੰਗ ਦਾ ਸੀਗਾ। ਅੱਛਾ ਜੀ। ਮੈਂ ਆਪਣੇ ਵਾਸਤੇ ਲਿਖੇ ਸੀ ਗਾਣੇ, ਮੈਂ ਕੈਸਟ ਕਰਨੀ ਸੀ, ਸਾਰਾ ਕੁਝ ਹੋ ਗਿਆ ਸੀ ਤੇ ਮੈਨੂੰ ਪ੍ਰੋਬਲਮ ਆ ਗਈ, ਮੇਰੀਆਂ ਲੱਤਾਂ ਬਾਹਾਂ ਖੜ ਗਈਆਂ ਸੀ। ਅੱਛਾ ਹਾਂ 6-7 ਮਹੀਨੇ ਮੈਂ ਮਤਲਬ ਬੈੱਡ 'ਤੇ ਹੀ ਰਿਹਾ। ਹਾਂਜੀ। ਉਸ ਤੋਂ ਬਾਅਦ ਕੀ ਹੋਇਆ ਕਿ ਮੈਂ ਜਿਹੜੀ ਮੈਡੀਸਨ ਮੈਨੂੰ ਦਿੱਤੀ, ਜਿਹੜੀ ਖਾਧੀ, ਉਹ ਬੜਾ ਇੰਨੀ ਕਿਸੇ ਗਰਮ ਸੀ ਜਾਂ ਖੁਸ਼ਕ ਸੀ, ਕੁਛ ਵੀ, ਮੇਰਾ ਗਲਾ ਮਤਲਬ ਖੁਸ਼ਕ ਹੋ ਜਾਂਦਾ ਇੱਕ ਅੱਧਾ ਗਾਣਾ ਗਾਉਣ ਤੋਂ ਬਾਅਦ। ਫਿਰ ਮੈਨੂੰ ਲੱਗ ਗਿਆ ਵੀ ਮੇਰਾ ਇਹਦੇ 'ਚ ਫਿਊਚਰ ਨਹੀਂ ਹੈਗਾ, ਕੁਦਰਤ ਨੂੰ ਜੋ ਮਨਜ਼ੂਰ ਹੁੰਦਾ ਉਹ ਸੀ। ਫਿਰ ਫੁਲਕਾਰੀ ਵਗੈਰਾ ਹੋਰ ਗੀਤ ਸੀ ਉਹਦੇ ਵਿੱਚ, ਉਹ ਸਾਰੇ ਗੀਤ ਫਿਰ ਮੈਂ ਗਿੱਪੀ ਨੂੰ ਮੈਂ ਕਿਹਾ ਵੀ, ਅਤੇ ਇਹ ਗਿੱਪੀ ਇਹਦੀ ਤਰਜ਼ ਬੜੀ ਵਧੀਆ ਸੀ ਜਿਹੜੀ ਫੁਲਕਾਰੀ ਦੀ, ਮੇਰੀ ਆਪਣੀ ਸਾਰੀਆਂ ਉਹ 'ਚ ਜਿਹੜੀਆਂ ਤਰਜ਼ਾਂ ਮੇਰੀਆਂ ਸੀ ਆਪਣੀਆਂ ਬਣਾਈਆਂ ਸੀ। ਉਹ ਫਿਰ ਜਦੋਂ ਆਇਆ ਤੇ ਫਿਰ ਉਹ ਉਦੋਂ ਹਿੱਟ ਹੋਇਆ। ਹਾਂ ਸੋਚਿਆ ਸੀ ਕਿ ਗੀਤ ਇਸ ਲੈਵਲ ਤੱਕ ਹਿੱਟ ਜਾਊਗਾ? ਹਾਂ ਮੈਨੂੰ ਪਤਾ ਸੀ ਉਸ ਚੀਜ਼ ਦਾ, ਮੈਨੂੰ ਸੱਚੀ ਮੁੱਚੀ ਪਤਾ ਸੀ, ਕਿਉਂਕਿ ਮੈਂ ਉਹਨੂੰ ਲਿਖਿਆ ਹੀ ਮਿੱਥ ਕੇ ਸੀ। ਜਦੋਂ ਨਾ ਤੁਸੀਂ ਮਤਲਬ ਮੇਰਾ ਇੱਕ ਸ਼ੁਰੂ ਤੋਂ ਇਹ ਸੋਚਣਾ ਵੀ ਜੇ ਤਾਂ ਤੁਸੀਂ ਜਾਣਾ ਦਿੱਲੀ ਤੱਕ ਜਾਣਾ ਜਾਂ ਚੰਡੀਗੜ੍ਹ ਜਾਣਾ, ਤੁਸੀਂ ਬੱਸ 'ਤੇ, ਟ੍ਰੇਨ 'ਤੇ ਜਾਂ ਕਾਰ 'ਤੇ ਚਲੇ ਜਾਓਗੇ, ਠੀਕ ਹੈ। ਬਿਲਕੁਲ। ਜੇ ਤੁਸੀਂ ਕੈਨੇਡਾ ਅਮਰੀਕਾ ਜਾਣਾ ਤਾਂ ਤੁਹਾਨੂੰ ਜਹਾਜ਼ ਦੀ ਟਿਕਟ ਲੈਣੀ ਪੈਣੀ ਹੈ, ਤੇ ਜੇ ਤੁਸੀਂ ਚੰਦ 'ਤੇ ਜਾਣਾ ਤਾਂ ਤੁਹਾਨੂੰ ਰਾਕਟ ਚਾਹੀਦਾ, ਠੀਕ ਹੈ। ਉਹ ਜਿਹੜਾ ਲਾਂਚਰ ਆ ਨਾ, ਜਿਹੜੀ ਲਾਂਚਿੰਗ ਆ ਉਹ ਆ ਐਕਚੁਅਲੀ ਗੇਮ ਜਿਹੜੀ ਆ ਲਾਂਚਿੰਗ 'ਤੇ ਖੜੀ ਆ ਨਾ। ਤੇ ਇਵੇਂ ਹੀ ਮੇਰਾ ਮਤਲਬ ਸ਼ੁਰੂ ਤੋਂ ਉਸ ਤੋਂ ਬਾਅਦ ਵੀ ਮੈਂ ਸਿੰਗਰ ਕੀਤੇ ਜਿੰਨੇ ਵੀ, ਮੈਂ ਲਾਂਚਿੰਗ ਜਿਹੜੀ ਆ ਮੇਰੇ ਕੋਲੇ ਪੈਟਰਨ ਆ ਜਿਹੜਾ ਲਾਂਚਿੰਗ ਦਾ, ਮੇਰੇ ਕੋਲੇ ਮਤਲਬ ਰਾਕਟ ਲਾਂਚਰ ਆ ਮੇਰੇ ਕੋਲੇ। ਮੈਨੂੰ ਅੱਜ ਵੀ ਦੇ ਦਿਓ ਮੁੰਡਾ, ਕੋਈ ਬੰਦਾ ਮੁੰਡਾ ਜਾਂ ਕੁੜੀ ਦੇ ਦਿਓ ਤੇ ਮੈਥੋਂ ਤੁਸੀਂ ਸਟਾਰ ਲੈ ਲਓ। ਮਤਲਬ ਦਾਅਵੇ ਨਾ ਕਹਿਣਾ, ਮੈਂ ਪਰਮਾਤਮਾ ਦੀ ਮੈਨੂੰ ਇੰਨਾ ਹੈ ਕੋਈ, ਹਾਂ ਪਰਮਾਤਮਾ ਵੱਲੋਂ ਮਤਲਬ ਮੈਂ ਕਹਿਣਾ ਮੇਰੇ ਅੱਜ ਵੀ ਲਿਆਓ ਬੰਦਾ ਮੁੰਡਾ ਕੁੜੀ, ਮੈਂ ਆਪਣੇ ਤਰੀਕੇ ਨਾਲ ਕਰੂੰਗਾ, ਆਪਣੇ ਸਿਸਟਮ ਨਾਲ ਕਰੂੰਗਾ, ਮੈਂ ਲਾਂਚ ਕਰ ਦੂੰਗਾ। ਜੇ ਨਾ ਹਿੱਟ ਹੋਵੇ ਜੋ ਸਜ਼ਾ ਲਾਉਂਗੇ ਮੈਂ ਲੈ। ਗਿੱਪੀ ਬਾਈ ਨੂੰ ਆਖ ਦਿੱਤੀ ਸੀ ਇਹ ਗੱਲ ਜਦੋਂ ਬਾਈ ਆਇਆ ਸੀ? ਹਾਂ ਮੈਂ ਕਹਤਾ ਸੀ, ਮੈਂ ਕਿਹਾ ਤੂੰ ਸਟਾਰ ਆ, ਪੁੱਛ ਲਓ। ਉਹ ਹਾਂ ਕਿਹਾ ਸੀ ਵੀ ਅੱਜ ਤੋਂ ਬਾਅਦ ਤੂੰ ਬਸ। ਮੇਰੇ ਘਰਦਿਆਂ ਨੇ ਮੈਨੂੰ ਕਿਹਾ ਸੀਗਾ ਕਿ ਯਾਰ ਬਈ ਤੂੰ ਇਹ ਨਵੇਂ ਮੁੰਡੇ 'ਤੇ ਮਤਲਬ ਤੂੰ ਗੇਮ ਖੇਡ ਰਿਹਾ, ਪੈਸਾ ਖਰਾਬ ਹੋਊਗਾ, ਟਾਈਮ ਖਰਾਬ ਹੋਊਗਾ ਵੀ ਨਹੀਂ। ਮੈਂ ਕਿਹਾ ਤੁਸੀਂ ਦੇਖਿਓ ਇਹਨੇ ਜਦੋਂ ਵੀ ਜੇ ਨਾ ਚੱਲਿਆ ਤਾਂ ਜੋ ਮਰਜ਼ੀ ਕਰ ਲਿਓ। ਤੇ ਮੈਂ ਕਿਹਾ ਵੀ ਤੁਸੀਂ ਵੀ ਕਿਸੇ ਦਿਨ ਮੈਨੂੰ ਕਹਿਣਾ ਵੀ ਯਾਰ ਇਹ ਤੋਂ ਆਪਣੇ ਸ਼ੋਅ 'ਤੇ ਲਾਉਣਾ ਯਾਰ ਫਲਾਣੇ ਰਿਸ਼ਤੇਦਾਰੀ 'ਚ ਵੀ ਪੈਸੇ ਕਟਵਾ ਦੇ। ਅੱਛਾ। ਮੈਂ ਕਿਹਾ ਹੋਊਗਾ, ਉਹ ਹੋਇਆ ਉੱਦਾਂ ਹੀ ਹੋਇਆ। ਅੱਛਾ। ਹਾਂ ਬਾਅਦ ਵਿੱਚ ਕਹਿੰਦੇ ਵੀ ਹੁੰਦੇ ਹਾਂ ਬਾਅਦ 'ਚ ਤਾਂ ਫਿਰ ਯਾਰ ਗਿੱਪੀ ਅਸੀਂ ਕਰਨਾਗਾ ਹੋਇਆ ਨਾ। ਨਹੀਂ ਬੜੇ ਇੱਦਾਂ ਹੀ ਆ, ਬੜਾ ਕੁਛ ਹੁੰਦਾ ਕਿ ਜਦੋਂ ਗਿੱਪੀ ਦੀ ਅਸੀਂ ਫੁਲਕਾਰੀ ਕਰ ਲਈ ਸੀ ਨਾ, ਤੇ ਗਿੱਪੀ ਦੀ ਰਿਸ਼ਤੇਦਾਰੀ 'ਚ ਵਿਆਹ, ਤੇ ਅਸੀਂ ਉਹਨਾਂ ਨੂੰ ਕਿਹਾ ਵੀ ਉਹ ਵਿਆਹ, ਤੇ ਮੈਨੂੰ ਗਿੱਪੀ ਕਹਿੰਦਾ ਯਾਰ ਉਹਨਾਂ ਦੇ ਵਿਆਹ ਵਾ ਤੇ ਵੀ ਕਰੀਏ। ਮੈਂ ਚਲੋ ਉਹਨਾਂ ਨੂੰ ਮੈਂ ਕਿਹਾ ਵੀ ਯਾਰ ਤੁਸੀਂ ਗਿੱਪੀ ਕਰ ਲਓ ਵੀ, ਤਾਂ ਉਹ ਕਹਿੰਦੇ ਯਾਰ ਉਹ ਕੁੜੀ ਵਾਲਿਆਂ ਨੇ ਕਿਹਾ ਵੀ ਕੋਈ ਵਧੀਆ ਸਿੰਗਰ ਲੈ ਕੇ ਆਇਆ। ਗਿੱਪੀ ਮੈਨੂੰ ਕਹਿੰਦਾ ਹੁਣ ਕੀ ਕਰੀਏ? ਮੈਂ ਕਿਹਾ ਜਾਣਾ ਨਹੀਂ। ਮੈਂ ਉਹਨਾਂ ਨੂੰ ਕਿਹਾ ਸਾਡੀ ਟੇਪ ਹੋਈ ਪਈ ਆ, ਟੇਪ ਹਿੱਟ ਆ, ਇਹਨੇ ਬਣ ਜਾਣਾ, ਤੁਸੀਂ ਇਹਨੂੰ ਕਰ ਲਓ। ਅਸੀਂ ਕਿਹਾ ਵੀ ਤੁਸੀਂ ਇਹ ਹੋਰ ਕੁਛ ਨਹੀਂ, ਖਰਚਾ ਮਜੀਸ਼ਨਾਂ ਦਾ ਖਰਚਾ ਦੇ ਦਿਓ, ਅਸੀਂ ਫਰੀ ਆ ਜਾਣਾ, ਕੋਈ ਨਹੀਂ ਹੈ ਨਾ, ਤੇ ਵੀ ਤੁਸੀਂ ਲਿਆਓ। ਨਹੀਂ ਜੀ ਚਲੋ ਕਰ। ਜਦੋਂ ਉਹਨਾਂ ਦੇ ਵਿਆਹ ਤੋਂ ਪਹਿਲਾਂ, ਉਹਨਾਂ ਦਾ ਜਨਵਰੀ 'ਚ ਮੈਂ ਵਿਆਹ ਸੀ, ਸਾਡਾ ਨਵੰਬਰ 'ਚ ਟੇਪ ਆ ਗਈ ਸੀ। ਅੱਛਾ ਜੀ। ਟੇਪ ਆ ਗਈ, ਫਿਰ ਉਹੀ ਕਹਿਣ ਵੀ ਯਾਰ ਹਾਂ ਵੀ ਗਿੱਪੀ ਫਿਰ ਸਾਡਾ ਰਿਸ਼ਤੇਦਾਰ ਆ। ਮੈਂ ਕਿਹਾ ਵੀ ਉਦੋਂ ਵੀ ਤਾਂ ਸਾਡਾ ਤੁਹਾਡਾ ਰਿਸ਼ਤੇਦਾਰੀ ਸੀ ਜਦੋਂ। ਫਿਰ ਉਹ ਚਲੋ ਅਸੀਂ ਉਹ ਬੜੇ ਇੰਜੋਏ ਕੀਤਾ ਇਹਨਾਂ ਚੀਜ਼ਾਂ ਨੂੰ, ਨਜ਼ਾਰੇ ਮਤਲਬ ਉੱਦਾਂ ਹੀ ਸਵਾਦ ਲੈਣ ਵਾਸਤੇ ਬੜਾ ਕੁਛ। ਹਾਂ ਇੱਦਾਂ ਹੀ ਹੁੰਦਾ ਹੀ ਆ, ਸਾਰਿਆਂ ਨਾਲ ਹੀ ਹੁੰਦਾ ਜੀ। ਬਿਲਕੁਲ ਹੁੰਦਾ। ਅੱਛਾ ਮੈਂ ਚਾਹੂੰਗਾ ਫੁਲਕਾਰੀ ਗੀਤ ਦੀਆਂ ਜ਼ਰੂਰ ਚੰਦ ਰਹਿਣਾ ਹੋ ਜਾਂਦਾ। ਹਾਂ ਉਹ ਸੀਗੀ ਰੂਪ ਦੀਏ ਹੱਟੀਏ ਨਹੀਂ, ਦਾਰੂ ਦੀਏ ਮੱਟੀਏ ਨਹੀਂ, ਡਾਹ ਕੇ ਮੰਜੀ ਬੈਠ ਜਾਵੇਂ ਤੂਤਾਂ ਥੱਲੇ ਜੱਟੀਏ ਨਹੀਂ, ਤੂਤਾਂ ਥੱਲੇ ਬੈਠ ਕੇ ਕਸੀਦਾ ਕੱਢਦੀ, ਗੋਰੇ ਗੋਰੇ ਹੱਥਾਂ ਤੋਂ ਸੁਨਹਿਰੀ ਡੋਰ ਨਹੀਂ, ਪਾਵੇਂ ਫੁਲਕਾਰੀ ਉੱਤੇ ਬੇਲ ਬੂਟੀਆਂ, ਮਿੱਤਰਾਂ ਦੇ ਚਾਦਰੇ ਤੇ ਪਾ ਦੇ ਮੋਰ ਨਹੀਂ। ਕਿਆ ਬਾਤ। ਹਾਂ ਉਹ ਚੀਜ਼ ਜਿਹੜੀ ਤੁਸੀਂ ਕਿ ਵੀ ਚੰਨ ਤੇਰੇ ਮੁਖੜੇ ਨੂੰ ਮੈਂ ਨਹੀਂ ਆਖਦਾ, ਚੰਨ ਉੱਤੇ ਕਿੱਥੇ ਤੇਰੇ ਜਿੰਨਾ ਰੂਪ ਨਹੀਂ, ਉਹ ਲਾਈਨ ਮੈਨੂੰ ਬੜੀ ਪਿਆਰੀ ਲੱਗਦੀ ਸੀ। ਇਹਦੇ ਵਿੱਚ ਹਾਂ ਉਹਦੇ ਵਿੱਚ ਸੀ ਫੁਲਕਾਰੀ 'ਚ ਸੀ। ਕੀ ਕਾਰਨ ਉਹ ਲਾਈਨ ਪਿਆਰੀ ਲੱਗਣ ਦਾ ਕਾਰਨ ਕੀ ਸੀ? ਵੈਸੇ ਉੱਦਾਂ ਹੀ ਕਈ ਚੀਜ਼ਾਂ ਇੱਦਾਂ ਦੀਆਂ ਹੁੰਦੀਆਂ ਵੀ ਤੁਹਾਨੂੰ ਤਸਵੀਰ ਨਹੀਂ ਲੱਭਦੀ ਉਹਦੇ ਬਾਰੇ। ਜੇ ਤੁਸੀਂ ਕਿਸੇ ਨਾਲ ਮੇਲ ਆਉਂਦੇ ਹੋ, ਬਹੁਤੇ ਲੋਕ ਚੰਦ ਨਾਲ ਮੁਖੜੇ ਨੂੰ ਹੈ ਨਾ, ਵੀ ਚੰਦਰਮਾ ਵਰਗਾ ਮੁਖੜਾ ਤੇਰਾ, ਤੇ ਮੇਰੇ ਯਾਰ ਵੀ ਜਿੰਨਾ ਸੋਹਣਾ ਮੇਰਾ ਮਹਿਬੂਬ ਆ, ਚੰਦਰਮਾ ਤਾਂ ਉਹਦੇ ਲਾਗੇ ਸਾਗੇ ਵੀ ਹੈ ਨਹੀਂ। ਮੈਂ ਤਾਂ ਲਿਖਿਆ ਸੀ ਵੀ ਚੰਨ ਤੇਰੇ ਮੁਖੜੇ ਨੂੰ ਮੈਂ ਨਹੀਂ ਆਖਦਾ, ਚੰਦ ਉੱਤੇ ਕਿੱਥੇ ਤੇਰੇ ਜਿੰਨਾ ਰੂਪ। ਤਦ ਕਰਕੇ ਉਹ ਚੀਜ਼ ਸੀ। ਤਾਂ ਇਹ ਚੀਜ਼ਾਂ ਮੁੱਖ ਮੈਟਰ ਕਰਦੀਆਂ ਜਦੋਂ ਗੀਤ ਲਿਖਦੇ ਹੁੰਦੇ ਤੁਸੀਂ? ਹਾਂ ਬਿਲਕੁਲ ਲੱਗਦੀਆਂ, ਬਿਲਕੁਲ ਕਰਦੀਆਂ ਬਹੁਤ। ਇਹ ਚੀਜ਼ਾਂ ਜਿਹੜੀਆਂ
ਵਾਕਈ ਮੈਂ ਹੈਗਾ ਇਹਨਾਂ ਤੇ ਜਦੋਂ ਉਸ ਹਿਸਾਬ ਦੀ ਮਕਬੂਲੀਅਤ ਮਿਲਦੀ ਹੈ ਉਸ ਤੋਂ ਬਾਅਦ ਘਰ ਦੇ ਵੀ ਪਸੰਦ ਕਰਦੇ ਆ, ਫਿਰ ਯਾਰ ਦੋਸਤ ਵੀ ਪਸੰਦ ਕਰਦੇ, ਫਿਰ ਇੱਕ ਜ਼ਿੰਮੇਵਾਰੀ ਹੋਰ ਨਹੀਂ ਵੱਧ ਜਾਂਦੀ ਮਨ ਸਾਹਿਬ ਕਿ ਫੁਲਕਾਰੀ ਗੀਤ ਦਿੱਤੀ ਉਹ ਹਿੱਟ ਚਲੀ ਗਈ, ਹੁਣ ਇਦੋਂ ਅਗਲੇ ਇਸ ਮੁੰਡੇ ਨੂੰ ਹੀ ਫਿਰ ਉਸ ਤੋਂ ਬਾਅਦ ਇੱਕ ਟੇਪ ਕਰਨੀ ਹੈ ਤਾਂ ਉਦੋਂ ਹਿੱਟ ਕਿਵੇਂ ਹੋਈ? ਹਾਂ ਇਹ ਨਹੀਂ ਚੈਲੰਜ ਹੋ ਜਾਂਦਾ, ਪਰ ਮੈਂ ਇਹਨੂੰ ਕਦੇ ਚੈਲੰਜ ਨੂੰ ਬਹੁਤਾ ਇੱਦਾਂ ਨਹੀਂ ਲਿਆ ਵੀ ਕੋਈ ਹੈ ਨਾ ਵੀ ਤੁਹਾਡੀ ਲੜਾਈ ਹੈ। ਬਿਲਕੁਲ ਮੈਂ ਨੋਰਮਲ ਇਹਨੂੰ ਕੰਮ ਕੀਤਾ। ਫਿਰ ਅਸੀਂ ਇਹਦੇ ਉੱਤੋਂ ਦੀ ਪਾਇਆ ਜਦੋਂ ਚੀਰੇ ਵਾਲਿਆ ਵੀ ਅੱਖ ਲੜ ਗਈ ਕੱਤ ਦੀ ਨੇ ਪੂਣੀਆਂ ਵਿਚਾਲੇ ਛੱਡੇ, ਠੀਕ ਹੈ ਜੀ। ਬਿਲਕੁਲ ਉਸ ਤੋਂ ਬਾਅਦ ਫਿਰ ਆਇਆ ਸਦਾ ਨਹੀਂ ਹਾਲਾਤ ਰਹਿੰਦੇ ਮਾੜੇ ਬੰਦੇ ਦੇ, ਸਦਾ ਨਹੀਂ ਬੰਦੇ ਦੇ ਚੜਾਈਆਂ ਰਹਿੰਦੀਆਂ, ਮਤਲਬ ਅਲੱਗ-ਅਲੱਗ ਤਰੀਕੇ ਤੇ ਅਲੱਗ। ਫਿਰ ਜੁੱਦੀ ਨੂੰ ਤੇ ਗੁੱਪੀ ਦਾ ਜਿਹੜਾ ਮੇਲ ਉਹ ਜਿਹੜਾ ਉਹਨਾਂ ਦਾ ਡਿਊਟ ਕੀਤੇ ਸੀ ਦੋਨਾਂ ਦਾ, ਜੁੱਦੀ ਦਾ ਹਾਂ ਜਦੋਂ ਗੱਭਰੂ ਟੇਪ ਸੀਗੀ ਜਾਂ ਗੈਸਟਰ ਨਾ, ਜਦੋਂ ਕਿਸੇ ਗੱਭਰੂ ਤੇ ਦਿਲ ਆ ਗਿਆ ਆਪੇ ਪਤਾ ਲੱਗ ਜੂ ਕੀ ਹੁੰਦਾ ਪਿਆਰ ਹੈ ਨਾ। ਇਹ ਚੀਜ਼ਾਂ ਫਿਰ ਮਤਲਬ ਚੱਲ ਹੋ ਜਾਂਦੀਆਂ। ਹਲੇ ਵੀ ਮੇਰੇ ਕੋਲੇ ਮੈਟਰ ਮੈਂ ਲਿਖਦਾ ਰਹਿਣਾ, ਰੂਟੀਨ 'ਚ ਲਿਖਦਾ ਮੈਂ, ਤੇ ਮੇਰੇ ਕੋਲੇ ਕਾਫੀ ਕੁਛ ਪਿਆ ਜਿਹੜਾ ਹਲੇ ਜਿਹੜਾ ਸਮਾਂ ਚੱਲ ਰਿਹਾ। ਇਹ ਗੀਤ ਨਾ ਤੁਹਾਨੂੰ ਮਤਲਬ 2-4 ਪੌੜੀਆਂ ਪਿੱਛੇ ਉਤਰ ਕੇ ਲਿਖਣ ਵਾਲੀ ਚੀਜ਼ ਹੈ। ਜਿਹੜੇ ਅੱਜ ਕੱਲ੍ਹ ਜੋ ਚੱਲ ਰਿਹਾ ਥੋੜ੍ਹਾ ਜਿਹਾ ਸਿੰਸੀਅਰਟੀ ਜਿਹੜੀ ਘੱਟ ਆ ਗੀਤਾਂ 'ਚ ਹੈ ਨਾ, ਬਹੁਤੇ ਲੋਕ ਇਹਨੂੰ ਹੋਰ ਤਰ੍ਹਾਂ ਦਾ ਹੋ ਗਿਆ ਮਾਹੌਲ ਜਿਹੜਾ ਉਹ ਇਹਨਾਂ ਨੂੰ ਗੀਤ ਵੀ ਨਹੀਂ ਕਿਹਾ ਜਾ ਸਕਦਾ ਜੇ ਉਹਨਾਂ ਨੂੰ ਕਿਸੇ ਟਰਮ ਐਂਡ ਕੰਡੀਸ਼ਨ 'ਚ ਦੇਖਿਆ ਜਾਵੇ ਤਾਂ ਉਹ ਗੀਤ ਵੀ ਨਹੀਂ ਹੈਗੇ ਹੈ ਨਾ। ਅਤੇ ਇੱਦਾਂ ਦਾ ਹੈਗਾ, ਮੈਂ ਤਾਂ ਚੁੱਪ ਕਰ ਗਿਆ, ਮੈਂ ਕਿਹਾ ਕੋਈ ਨਹੀਂ ਥੋੜ੍ਹਾ ਟਾਈਮ। ਇਹ ਤੁਸੀਂ ਕੀ ਮੰਨਦੇ ਹੋ ਇਹ ਕਲਾਕਾਰੀ ਆਖਰ ਇਹ ਕਲਾਕਾਰੀ ਕਿਉਂ ਆਈ ਹੈ? ਇਸ ਚੀਜ਼ ਤਰ੍ਹਾਂ ਦੀ ਕਲਾਕਾਰੀ ਜਦੋਂ ਉੱਚੇ ਪੱਧਰ ਦੀ ਕਲਾਕਾਰੀ ਹੁੰਦਿਆਂ ਇਹ ਕਲਾਕਾਰੀ ਫਿਰ ਕਿਵੇਂ ਆ ਗਈ? ਕੁਛ ਤਾਂ ਸਰਕਾਰਾਂ ਦੀਆਂ ਪਾਲਿਸੀਆਂ ਨੂੰ ਵੀ ਮੈਂ ਮੰਨਦਾ ਕਿ ਕਿਉਂਕਿ ਪੰਜਾਬ ਦੇ ਯੂਥ ਨੂੰ ਕਿਸੇ ਪਾਸੇ ਜਿਹੜਾ ਹੈਗਾ ਟਾਰਗੇਟ ਕੀਤਾ ਗਿਆ ਹੈ ਨਾ, ਨਸ਼ੇ ਬਾੜੇ ਗਏ ਕਿਉਂਕਿ ਬਾਰਡਰ ਸਟੇਟ ਆ। ਦੂਜਾ ਮਤਲਬ ਏਜੰਸੀਆਂ ਨੂੰ ਪਤਾ ਕਿ ਜੇ ਇੱਕ ਬਾਕੀ ਸਾਰੇ ਕੋਈ ਅਣਖ ਗੈਰਤ ਦੀ ਗੱਲ ਨਹੀਂ ਹੈ ਇੰਡੀਆ 'ਚ, ਇੱਥੇ ਹੈਗੀ ਆ। ਅਤੇ ਇਸੇ ਨੂੰ ਮਤਲਬ ਗਲਤ ਰਾਸਤਿਆਂ 'ਤੇ ਲੈ ਕੇ ਜਾਣਾ ਮੈਂ ਮੰਨਦਾ, ਮੇਰਾ ਆਪਣਾ ਮੈਂ ਗਲਤ ਵੀ ਹੋ ਸਕਦਾ, ਮੈਂ ਠੀਕ ਵੀ ਹੋ ਸਕਦਾ, ਪਰ ਮੈਨੂੰ ਲੱਗਦਾ ਕਿ ਇਹ ਕੋਈ ਇੱਕ ਤਰ੍ਹਾਂ ਨਾਲ ਨਾ ਕੋਈ ਗੇਮ ਹੀ ਆ ਕਿ ਦੂਜੇ ਗੀਤਾਂ ਨੂੰ ਪ੍ਰਮੋਸ਼ਨ ਹੀ ਨਹੀਂ ਮਿਲਣੀ ਤੇ ਸਿੰਸੀਅਰ ਬੰਦੇ ਪਿੱਛੇ ਹਟ ਗਏ, ਠੀਕ ਹੈ। ਸਿੰਸੀਅਰਟੀ ਤਾਂ ਰਹੀ ਨਹੀਂ ਨਾ। ਤੇ ਗੀਤਾਂ ਦੀ ਮੈਨੂੰ ਲੱਗਦਾ ਬਾਈ ਜੀ ਬਜਟ ਵੀ ਬੜਾ ਵੱਡਾ ਹੋਊਗਾ, ਜਿੰਨੇ ਦੇ ਵਿੱਚ ਸ਼ਾਇਦ ਪਹਿਲਾਂ ਟੇਪ ਤਿਆਰ ਹੁੰਦੀ ਸੀ, ਹੁਣ ਮਤਲਬ ਉਦੋਂ ਵੱਧ ਦੇ ਵਿੱਚ ਇੱਕ ਗੀਤ ਤੇ ਲੱਗ ਜਾਂਦਾ। ਅੱਜ ਦੀ ਤਰੀਕ ਦੇ ਵਿੱਚ ਜੇ ਸਹੀ ਮਾਇਨੇ 'ਚ ਗੀਤ ਕਰਨਾ ਹੋਵੇ ਮੇਰੇ ਹਿਸਾਬ ਨਾਲ 35 ਤੋਂ 50 ਲੱਖ ਰੁਪਈਆ ਚਾਹੀਦਾ ਇੱਕ ਗੀਤ ਤੇ, ਜੇ ਸਹੀ ਮੀਨਿੰਗ ਜੇ ਤੁਸੀਂ ਮਤਲਬ ਕਰਨਾ। ਫਿਰ ਸਿੰਗਲ ਗੀਤਾਂ ਦਾ ਜਿਹੜਾ ਟਰੈਂਡ ਹੈ ਵੈਸੇ ਹੀ ਗਲਤ ਆ, ਕਿਉਂਕਿ ਇੱਕ ਗੀਤ ਵਾਲੇ ਨੂੰ ਤੁਸੀਂ ਨਾ ਤਾਂ ਵਿਆਹਾਂ 'ਤੇ ਲਿਜਾ ਸਕਦੇ ਹੋ। 8 ਗੀਤਾਂ 'ਚੋਂ ਇੱਕ ਉਹ ਚੱਲਿਆ ਨਾ ਚੱਲਿਆ ਤਾਂ ਵੀ ਸੁਣੋ। 8 ਗੀਤ ਹੁੰਦੇ ਸੀ ਐਲਬਮ ਦੇ ਵਿੱਚ, ਉਹ 'ਚ ਇੱਕ ਨਹੀਂ ਚੱਲਦਾ ਸੀ ਦੂਜਾ ਚੱਲ ਪੈਂਦਾ ਸੀ, ਦੂਜਾ ਨਹੀਂ ਤੀਜਾ। ਉਦੋਂ ਜਿਹੜੇ ਚਾਂਸ ਬੜੇ ਸੀ। ਫਿਰ ਸੀ 1.5 ਲੱਖ ਦੇ ਵਿੱਚ ਮਿਊਜ਼ਿਕ ਹੋ ਜਾਂਦਾ ਸੀ ਵਧੀਆ 8 ਗੀਤਾਂ ਦਾ ਹੈ ਨਾ, ਘੱਟ 'ਚ ਵੀ ਹੋ ਜਾਂਦਾ ਸੀ। 30,000 ਤੋਂ ਲੈ ਕੇ ਲੱਖ, ਸਵਾ ਲੱਖ, 1.5 ਲੱਖ ਤੱਕ ਚਲਿਆ ਗਿਆ ਸੀ। ਅਤੇ ਹੁਣ ਜਿਹੜਾ ਵਾ ਉਹ 5-5 ਲੱਖ ਇੱਕ ਗੀਤ ਦਾ ਲਈ ਜਾਂਦੇ ਆ ਮਿਊਜ਼ਿਕ ਡਾਇਰੈਕਟਰ। ਹਾਲਾਂਕਿ ਕੰਮ ਘੱਟ ਗਿਆ, ਪਹਿਲਾਂ ਹਰ ਸਟੂਡੀਓ ਵੱਡਾ ਹੁੰਦਾ ਸੀ, ਹਰ ਚੀਜ਼ ਜਿਹੜੀ ਆ ਮਾਸਟਰ ਮਿਕਸਿੰਗ ਹੋਣੀ, ਫਿਰ ਸਟੂਡੀਓ 'ਚ ਕਿੰਨੇ ਸਜਿੰਦੇ ਹੁੰਦੇ ਸੀ ਸਾਰਾ। ਹੁਣ ਤੁਸੀਂ ਕੰਪਿਊਟਰ 'ਚ ਹੀ ਕਰਕੇ ਸਾਰਾ ਕੁਛ ਕਰ ਲਿਆ, ਉਹਦੇ 'ਤੇ ਖਰਚ ਕੋਈ ਨਹੀਂ ਹੋਇਆ, ਤੁਹਾਡਾ ਬੈਠੇ ਆ ਤੁਸੀਂ ਰਾਈਟ, ਉਹਨੂੰ ਵੀ ਕਰ ਲਿਆ, ਪੈਸਾ ਤੁਹਾਡਾ ਖਰਚ ਘੱਟ ਗਿਆ ਅਤੇ ਤੁਸੀਂ ਰੇਟ ਵਧਾਤੇ ਹੈ ਨਾ। ਬਿਲਕੁਲ। ਅਤੇ ਕਲਾਕਾਰ ਵੀ ਮਤਲਬ ਉਦੋਂ ਹੰਢ ਕੇ ਆਉਂਦੇ ਹੁੰਦੇ ਸੀ ਉਦੋਂ, ਹਾਂ ਬਿਲਕੁਲ, ਉਹ ਸਟੇਜਾਂ ਤੋਂ ਆਉਂਦੇ ਸੀ ਅੱਗੇ ਕਲਾਕਾਰ। ਪਹਿਲਾਂ ਮੇਲਿਆਂ ਤੇ ਸਟੇਜਾਂ 'ਤੇ ਚੜ੍ਹਦੇ ਸੀ, ਹੁਣ ਉਹ ਕਿਤੇ ਨਹੀਂ ਜਾਂਦੇ, ਹੁਣ ਸਿੱਧੇ ਸਟੂਡੀਓ 'ਚ ਜਾਂਦੇ, ਹੁਣ ਸਟੂਡੀਓ 'ਚੋਂ ਬਾਹਰ ਨਿਕਲਦੇ ਆ। ਅਤੇ ਉਹ ਆਟੋ ਟਿਊਨਰ ਆ ਜਿਹੜੇ ਆਟੋ ਟਿਊਨਰ ਨੇ ਸਾਡੀ, ਮਤਲਬ ਉਹਨਾਂ ਨੂੰ ਸਟਾਰਡਮ ਹੈ ਜਾਂ ਪਤਾ ਨਹੀਂ ਕੀ ਇਹਨੂੰ ਮੈਂ ਸਮਝਦਾ। ਸਟਾਰਡਮ ਤਾਂ ਹੁਣ ਲੋਕ ਸ਼ਾਇਦ ਉਹਨਾਂ ਨੂੰ ਇੱਦਾਂ ਦਾ ਮੰਨਦੇ ਆ ਹੈ ਨਾ, ਜਿਹੜਾ ਇੱਕ ਜਿਹੜਾ ਵਿਊ ਜੇ ਲੈਣ ਵਾਲਾ ਹੋ ਗਿਆ, ਫੇਕ ਵਿਊ ਵਾਲਾ ਸਿਸਟਮ ਹੋ ਗਿਆ, ਉਹ ਆਪੇ ਹੀ ਮਤਲਬ ਮੱਕੜੀ ਜਾਲ ਬੁਣੀ ਜਾਂਦੀ, ਆਪੇ ਹੀ ਉਹ 'ਚ ਫਸੀ ਜਾਂਦੀ ਆ, ਠੀਕ ਹੈ ਨਾ। ਅੱਜ ਕੱਲ੍ਹ ਤਾਂ ਕਹਿੰਦੇ ਫਿਰ ਜੇ ਵਿਊ ਨਾ ਆਉਣ ਕਹਿੰਦੇ ਗੀਤ ਹੀ ਨਹੀਂ ਚੱਲਿਆ। ਹਾਂ ਮਤਲਬ ਇਹੀ ਇੱਕ ਚੀਜ਼ਾਂ ਜਿਹੜੀਆਂ ਨਾ ਥੋੜ੍ਹਾ ਜਿਹਾ ਮਤਲਬ ਇਹਨੇ ਮਿਊਜ਼ਿਕ ਇੰਡਸਟਰੀ ਨੂੰ, ਟੋਟਲ ਇੰਡਸਟਰੀ ਹੈ ਜਿਹੜੀ ਐਂਟਰਟੇਨਮੈਂਟ ਇੰਡਸਟਰੀ, ਇਹਨੂੰ ਕੈਪਚਰ ਕਰ ਲਿਆ। ਅਤੇ ਇਹ ਜਿਹੜੀ ਕੈਪਚਰਿੰਗ ਆ, ਇਹ ਜਿਹੜੇ ਨਵੇਂ ਮੁੰਡੇ ਆ ਉਹਨਾਂ ਨੂੰ ਸਮਝ ਮਤਲਬ ਨਹੀਂ ਹਜੇ ਇਸ ਚੱਕਰ 'ਚ ਆਉਂਦੀ, ਕਿਉਂਕਿ ਉਹਨਾਂ ਨੂੰ ਸਟਾਰਡਮ ਦਿਖਦਾ ਹੁੰਦਾ, ਉਹਨਾਂ ਦਾ ਜੋਸ਼ ਹੁੰਦਾ, ਉਹਨਾਂ 'ਚ ਕੁਛ ਕਰਨ ਦਾ ਜਜ਼ਬਾ ਹੁੰਦਾ, ਪਰ ਉਹ ਜਿਹੜੇ ਉੱਥੇ ਬੈਠੇ ਨੇ ਇਸ ਬਹੁਤੇ ਥੋੜ੍ਹੇ ਜਿਹੇ ਨੂੰ ਛੱਡ ਕੇ ਬਹੁਤੇ ਬੈਠੀ ਇਸ ਚੱਕਰ 'ਚ ਹੁੰਦਾ ਵੀ ਨਵੇਂ ਮੁੰਡੇ ਆਏ ਤਾਂ ਉਹਨਾਂ ਨੂੰ ਆਓ ਜੀ ਆਹ ਉੱਦਾਂ ਬਸ ਸਟਾਰਡਮ ਥੋੜ੍ਹਾ। ਇਹ ਚੀਜ਼ਾਂ ਜਿਹੜੀਆਂ ਮਤਲਬ
ਤੁਹਾਨੂੰ ਲੱਗਦਾ ਇਹ ਗੀਤ ਲੰਬਾ ਸਮਾਂ ਰਾਜ ਕਰਨਗੇ? ਜਿਵੇਂ ਹੁਣ ਤੁਹਾਡੇ ਵਾਲੇ ਤੁਸੀਂ ਹਾਲਾਤ ਗੀਤ ਦੀ ਗੱਲ ਕਰੀ ਆ, ਫੁਲਕਾਰੀ ਗੀਤ ਅੱਜ ਵੀ ਵਿਆਹਾਂ ਤੇ ਬਾਈ ਜੀ ਮੈਂ ਦੇਖਦਾ ਬਹੁਤੇ ਥਾਂ ਤੇ ਵਿਆਹਾਂ ਤੇ ਅੱਜ ਵੀ ਚੱਲਦਾ ਹੈ ਨਾ, ਤੇ ਬਹੁਤ ਤੁਹਾਡੇ ਗੀਤ ਨੇ ਜਿਹੜੇ ਅੱਜ ਵੀ ਉਹ ਜਿਉਂਦੇ ਤਿਉਂ ਵੱਜਦੇ ਨੇ, ਬੜਾ ਟਾਈਮ ਹੋ ਗਿਆ। ਤੁਹਾਨੂੰ ਲੱਗਦਾ ਜਿਹੜੇ ਅੱਜ ਦੇ ਗੀਤ ਜਿਹੜੀ ਚੀਜ਼ਾਂ ਆ ਰਹੀਆਂ ਨੇ ਇਹ ਲੰਬਾ ਸਮਾਂ ਰਾਜ ਕਰ ਸਕਦੀਆਂ ਨੇ ਇੰਡਸਟਰੀ ਤੇ? ਨਹੀਂ, ਇਹ ਨਾ ਮੈਂ ਤੁਹਾਨੂੰ ਦੱਸਦਾ, ਮੇਰਾ ਬੇਟਾ 8-10 ਸਾਲ ਦਾ ਹੀ ਆ, ਜੀ ਉਹ ਮਿਊਜ਼ਿਕ ਨਾਲ ਬੜਾ ਜੁੜਿਆ ਹੋਇਆ, ਤੇ ਮੈਂ ਨਾ ਮਤਲਬ ਬੜਾ ਹੈਰਾਨ ਹੋਇਆ। ਉਹਨੇ ਮੈਨੂੰ ਇੱਕ ਦਿਨ ਕਹਿੰਦਾ ਪਾਪਾ ਵੀ ਆ ਜਿਹੜੇ ਗੀਤ ਗਾਉਂਦੇ ਆ, ਜਿਹੜੇ ਆ ਗੀਤ ਆਪਾਂ ਮੈਂ ਸੁਣ ਰਿਹਾ ਵਾਂ, ਹੈ ਨਾ, ਵੀ ਇਹ ਥੋੜ੍ਹਾ ਚਿਰ ਅਸੀਂ ਸੁਣ ਲੈਂਦੇ ਹਾਂ, ਨੱਚ ਲੈਂਦੇ ਹਾਂ ਆਪਾਂ, ਉਦੋਂ ਬਾਅਦ ਸੁਣਨ ਨੂੰ ਜੀ ਕਰਦਾ। ਅੱਛਾ, ਮੈਨੂੰ ਕਹਿੰਦਾ ਵੀ ਇਹ ਕਾਹਤੋਂ ਆ, ਵੀ ਇਹ ਗੀਤ ਇੱਦਾਂ ਦੇ ਕਾਹਤੋਂ ਬਣਾਉਂਦੇ ਆ ਵੀ ਇੱਕ ਵਾਰੀ ਵੀ ਸੁਣੇ ਜਾਣ ਬਸ, ਫਿਰ 2 ਵਾਰੀ ਸੁਣੇ ਜਾਣ। ਤੇ ਮੈਂ ਕਿਹਾ ਵੀ ਪੁੱਤ ਮੈਨੂੰ ਤਾਂ ਆਪ ਨਹੀਂ ਪਤਾ, ਜੇ ਮੈਨੂੰ ਇਹ ਗੱਲ ਦਾ ਪਤਾ ਲੱਗ ਜੇ ਤੇ ਮੈਂ ਵੀ ਹੈ ਨਾ ਕਰ ਲਾਂ। ਨਹੀਂ, ਕਹਿੰਦੇ ਤੁਹਾਡੇ ਵਾਲਾ ਗੀਤ ਅਸੀਂ ਜਿੰਨਾ ਮਰਜ਼ੀ ਸੁਣੀਏ, ਮੇਰੇ ਦੋਸਤ ਆ ਛੋਟੇ ਉਹ ਵੀ, ਉਹਨਾਂ ਨੂੰ ਜਦੋਂ ਮੈਂ ਦੱਸਦਾ ਉਹ ਹਜੇ ਵੀ ਉਹ ਮਤਲਬ ਮੈਨੂੰ ਕਹਿੰਦੇ ਅਸੀਂ ਸੁਣਦੇ ਹਾਂ ਜੀ, ਉਹ ਸੁਣੇ ਜਾ ਸਕਦੇ ਆ। ਫਿਰ ਹੋਰ ਮੇਰੇ 2-4 ਗੀਤਾਂ ਦੇ ਉਹਨਾਂ ਨਾਂ ਲਏ ਵੀ ਆਹ ਗੀਤ ਵੀ ਇੱਦਾਂ ਅਸੀਂ ਸੁਣ ਲੈਂਦੇ ਹਾਂ। ਉਹ ਹੈ 5ਵੀਂ 'ਚ ਆ, ਮਤਲਬ ਉਹਨੂੰ ਇੱਦਾਂ ਮੈਨੂੰ ਲੱਗਦਾ ਕਿ ਅਗਲੀ ਪੀੜ੍ਹੀ ਹੈ ਜਿਹੜੀ ਉਹ ਅਵੇਅਰ ਹੋ ਕੇ ਆਊਗੀ ਇਹਨਾਂ ਚੀਜ਼ਾਂ ਤੋਂ। ਅੱਛਾ, ਫਿਰ ਜਿਹੜਾ ਗੀਤਕਾਰ ਹੁੰਦਾ ਉਹ ਤਾਂ ਲਿਖ ਜ਼ਰੂਰ ਦਿੰਦਾ, ਫਿਰ ਅੱਜ ਕੱਲ੍ਹ ਦੀ ਗੀਤਕਾਰੀ ਕਲਾਕਾਰੀ ਤੇ ਕੁਝ ਲਿਖਿਆ ਨਹੀਂ ਤੁਸੀਂ ਆਪਦੀ? ਨਹੀਂ, ਲਿਖਿਆ ਬੜਾ ਕੁਛ ਆ, ਪਰ ਉਹਨਾਂ ਨੇ ਗੱਲ, ਜਿਹੜੀ ਚੀਜ਼ ਨੂੰ ਤੁਸੀਂ ਖਤਮ ਕਰਨਾ ਉਹਦੀ ਗੱਲ ਨਾ ਕਰੋ, ਨੈਗੇਟਿਵ ਕਰੋ, ਪੋਜ਼ਿਟਿਵ ਕਰੋ। ਜਦੋਂ ਉਹਦੀ ਤੁਸੀਂ ਗੱਲ ਕਰੋਗੇ ਇਹਦਾ ਮਤਲਬ ਤੁਸੀਂ ਉਹਨੂੰ ਪ੍ਰਮੋਟ ਕਰ ਰਹੇ ਹੋ। ਇਹ ਚੀਜ਼ ਹੈ, ਗੱਲ ਸਮਝ ਆਈ ਨਾ? ਨਸ਼ੇ ਦੀ ਗੱਲ ਕਰਦੇ, ਸਕੂਲਾਂ ਤੇ ਲਿਖਤਾ ਵੀ ਇੱਥੇ, ਉਹ ਪੁੱਛਦੇ ਪਾਪਾ ਆ ਕੀ ਆ ਜਿਹੜਾ ਇੱਥੇ ਲਿਖਿਆ ਹੋਇਆ ਨਸ਼ਾ ਕੀ ਹੁੰਦਾ? ਠੀਕ ਹੈ, ਬਿਲਕੁਲ। ਇਹ ਵੀ ਮੈਂ ਇਹਨੂੰ ਮੰਨਦਾ ਕਿ ਇਹ ਗਲਤ ਗੱਲ ਆ। ਜਿਹੜੀ ਚੀਜ਼ ਨੂੰ ਤੁਸੀਂ ਉੱਥੇ ਲਿਖਤਾ ਜੀ ਇੱਥੇ ਇਹ ਤੰਬਾਕੂ, ਨਹੀਂ ਉਹਦੇ ਤੇ ਸਕੂਲਾਂ ਤੇ ਲਿਖਿਆ ਇਹ ਤੰਬਾਕੂ ਮੁਕਤ ਸਕੂਲ ਹੈ, ਬਿਲਕੁਲ ਲਿਖਿਆ ਨਾ। ਤਾਂ ਬੱਚਿਆਂ ਨੂੰ ਜਿਨ੍ਹਾਂ ਨੂੰ ਪਤਾ ਹੀ ਨਹੀਂ ਹੈ, ਉਹਨਾਂ ਦੇ ਦਿਮਾਗ 'ਚ ਤੰਬਾਕੂ ਪਤਾ ਨਾ, ਬਿਲਕੁਲ ਪੈ ਗਿਆ ਨਾ। ਇਵੇਂ ਇਹ ਸਾਡਾ, ਜਿਹੜੀ ਚੀਜ਼ ਨੂੰ ਤੁਸੀਂ ਨਹੀਂ ਕਰਨਾ ਚਾਹੁੰਦੇ ਤਾਂ ਉਹਦਾ ਨਾਂ ਨਾ ਲਓ, ਉਹਦਾ ਜ਼ਿਕਰ ਨਾ ਕਰੋ, ਉਹਨੂੰ ਇਗਨੋਰ ਕਰੋ। ਜਦੋਂ ਇਗਨੋਰ ਕਰੋਗੇ ਉਹ ਫੇਰ ਖਤਮ ਹੋਣੀ ਹੈ। ਜਿੰਨਾ ਚਿਰ ਉਹਦੇ ਨੈਗੇਟਿਵ ਵੀ ਤੁਸੀਂ ਕਰੋਗੇ, ਹੈ ਨਾ, ਤੇ ਜੇ ਨਸ਼ਾ ਖਤਮ ਕਰਨ ਲਈ ਤੁਸੀਂ ਮੁਹਿੰਮਾਂ ਚਲਾਓਗੇ ਨਾ, ਨਾਂ ਲੈ ਕੇ, ਹੈ ਨਾ, ਤਾਂ ਉਹ ਪ੍ਰਮੋਟ ਹੋ ਰਿਹਾ, ਉਹ ਜਿਹਨੂੰ ਨਹੀਂ ਪਤਾ ਉਹਦੇ ਤੱਕ ਵੀ ਜਾ ਰਿਹਾ। ਪਰ ਇੱਥੇ ਤਾਂ ਗਾਣਿਆਂ ਦੇ ਵਿੱਚ ਨਸ਼ੇ ਤੇ ਵੀ, ਮੈਂ ਤਾਂ ਤੈਨੂੰ ਕਹੀ ਜਾਂਦਾ ਵੀ ਇਹ ਗੇਮ ਹੈ, ਮੈਂ ਤਾਂ ਆਪ ਕਹੀ ਜਾਂਦਾ ਵੀ ਏਜੰਸੀਆਂ ਦੀ ਗੇਮ ਹੈ। ਇਹਨੂੰ ਨੌਜਵਾਨਾਂ ਨੂੰ ਗੁੰਮਰਾਹ ਕਰਨ ਲਈ ਸਭ ਤੋਂ ਸੌਖਾ ਤਰੀਕਾ ਗੀਤਾਂ 'ਚ। ਠੀਕ ਹੈ, ਬਿਲਕੁਲ। ਇਹੀ ਕਾਰਨ ਹੈ ਵੀ ਤੁਸੀਂ ਥੋੜਾ ਜਿਹਾ ਪਿੱਛੇ ਹਟੇ ਬੈਠੇ ਹੋ, ਜੇ ਦੇਖਦੇ ਆ ਯਾਰ ਟਾਈਮ। ਹਾਂ ਮੈਨੂੰ ਪਤਾ ਕਿ ਟਾਈਮ ਆਊਗਾ, ਵਾਕਈ ਆਊਗਾ, ਟਾਈਮ ਆਊਗਾ, ਆਉਣ ਵੀ ਲੱਗ ਗਿਆ, ਬਹੁਤੇ ਚੰਗੇ ਗੀਤ ਚੱਲਣ ਵੀ ਲੱਗ ਗਏ। ਠੀਕ ਹੈ, ਤੇ ਉਹਨਾਂ ਦੇ ਵਿੱਚ ਹੈਗਾ ਅਗਲੇ ਮਤਲਬ 2-4 ਸਾਲਾਂ ਤੱਕ ਮੈਨੂੰ ਲੱਗਦਾ ਕਿ ਇਹਦੇ 'ਚ ਬਦਲਾਅ ਆਊਗਾ। ਕੁਛ ਲਿਖਤ ਬਾਈ ਜ਼ਰੂਰ ਹੋ ਜਾਂਦਾ। ਐਵੇਂ ਨਹੀਂ, ਜਗਦੇਵ ਮਾਨ ਤਾਂ ਸੱਚੀਆਂ ਲਿਖਦਾ ਹੈ। ਕੀਮਤ ਲਾਉਣੀ ਆਉਂਦੀ ਹੋਵੇ ਸਭ ਕੁਝ ਵਿਕਦਾ ਹੈ। PM CM ਸਾਰੇ ਸਣੇ ਮਿਨਿਸਟਰ ਵਿਕਦੇ ਨੇ, ਮੋਗੇ ਮੰਡੀ ਦੇ ਵਿੱਚ ਜਿਵੇਂ ਟਰੈਕਟਰ ਵਿਕਦੇ ਨੇ। ਠੀਕ ਹੈ ਜੀ, ਇਹ ਚੀਜ਼ਾਂ ਨੂੰ ਤੁਸੀਂ, ਲੋਕ ਤੱਥ ਜਿਹੜੇ ਆ ਉਹ ਹਮੇਸ਼ਾ ਜਿਉਂਦੇ ਰਹਿਣਗੇ, ਹੈ ਨਾ। ਜਿਹੜੀਆਂ ਸੱਚੀਆਂ ਗੱਲਾਂ ਨੇ ਉਹ ਮਤਲਬ ਪਿੰਡਾਂ ਦੇ ਲੋਕਾਂ ਦੇ ਸੁਭਾਅ ਮੈਨੂੰ ਬੜੇ ਵਧੀਆ ਲੱਗਦੇ ਆ। ਮਤਲਬ ਇੱਦਾਂ ਦੇ ਕੁਛ ਨੇ ਸਾਡੇ ਪਿੰਡਾਂ ਦੇ ਵਿੱਚ ਇਹ ਸੁਭਾਅ ਵੀ ਸੀਰੀ ਸੂਰੀ ਭਜਾ ਦਿੰਦੇ ਆ। ਤੁਹਾਨੂੰ ਪਤਾ ਹੀ ਹੈ ਪਿੰਡਾਂ 'ਚ ਨਾ, ਕਿਉਂਕਿ ਇਹਦਾ ਚੰਗਾ ਸੀਰੀ ਆ ਉਹ ਭਜਾ ਦੇਣਾ। ਮੇਰਾ ਵੀ ਭਜਾਤਾ ਇੱਕ ਬੰਦੇ ਨੇ ਸਾਡੇ ਪਿੰਡ। ਮੈਂ ਕਿਹਾ ਵੀ ਮੈਂ ਤੇਰੇ ਡਾਂਗ ਤਾਂ ਭਰਾਵਾ ਮਾਰਨੀ ਨਹੀਂ ਗੀ, ਤੇ ਚਲੋ ਮੈਂ ਗੀਤ 'ਚ ਪਾਤਾ ਉਹਦਾ ਨਾਂ ਫਿਰ, ਹੈ ਨਾ। ਤੇ ਬੜਾ ਮਤਲਬ ਹੈਗਾ ਸ਼ੁਗਲ ਹੀ ਆ, ਮੈਂ ਗੀਤ ਰਿਕਾਰਡ ਵੀ ਹੋ ਗਿਆ, ਵਧੀਆ ਵੱਜਿਆ। ਉਹ 'ਤੇ ਲਿਖਿਆ ਸੀ ਮੈਂ ਵੀ ਇਸੇ 'ਚ ਹੀ ਜਿਹੜਾ ਸੱਚੀਆਂ ਗੱਲਾਂ, ਉਹ 'ਤੇ ਲਿਖਿਆ ਸੀ ਐਂਡ 'ਤੇ ਸੀਗਾ ਵੀ ਆਦਤ ਪੈ ਜੇ ਲੱਭ ਮਿੱਟੀ ਖਾਂਦਾ ਖੋਲੇ ਦੀ, ਪਿੰਡ ਸ਼ੇਖ ਦੌਲਤ ਦੇ ਵਿੱਚ ਫੇਮਸ ਚੁਗਲੀ ਬੋਲੇ ਦੀ, ਉਂਗਲ ਲਾਲਾ ਸੀਰੀ ਰਹੇ ਭਜਾਉਂਦਾ ਲੋਕਾਂ ਦੇ, ਲੋਕ ਰੱਖਣਗੇ ਚੇਤੇ ਜੋ ਕੰਮ ਆਉਂਦਾ ਲੋਕਾਂ ਦੇ। ਇਹ ਗੱਲ ਹਰੇਕ ਪਿੰਡ, ਇਹ ਸਾਰੇ ਪਿੰਡਾਂ 'ਚ ਆ। ਸੀਰੀ ਨਹੀਂ ਟਿਕਣ ਦਿੰਦੇ, ਵਧੀਆ ਨੌਕਰ ਵਧੀਆ ਤੋਂ, ਹੈ ਨਾ। ਇਹ ਚੀਜ਼ਾਂ ਹੈਗੀਆਂ, ਬੜਾ ਪਿੰਡਾਂ ਦਾ ਸੁਭਾਅ, ਇਹ ਤੋਂ ਪਿੰਡ ਵੀ ਮਰ ਜਾਣਾ, ਹੈ ਨਾ। ਤੇ ਇੱਦਾਂ ਹੀ ਆ ਚੀਜ਼ਾਂ ਜਿਹੜੀਆਂ ਚੱਲੀ ਜਾਂਦੀਆਂ, ਜਿਹੜਾ ਹੈਗਾ ਸਾਰਾ। ਤੇ ਇਹਦੇ ਪਿੱਛੇ ਦਾ ਕਾਰਨ ਵੀ ਇਹੀ ਹੈ, ਜਿਵੇਂ ਤੁਸੀਂ ਇਹ ਗੱਲਾਂ ਨੇ ਹੁਣ, ਇਹ ਗੱਲ ਤੁਹਾਡੀ ਆ, ਇਹ ਗੱਲ ਮੇਰੀ ਆ, ਇਹ ਗੱਲ ਤੁਹਾਡੇ ਕੈਮਰਾ ਪਰਸਨਾਂ ਦੀ ਆ, ਆਲੇ ਦੁਆਲੇ ਦੀ ਆ, ਤਾਂ ਚੱਲਦੀ ਆ। ਹੁਣ ਗੀਤਾਂ ਦੇ ਵਿੱਚ ਮੈਂ ਇਸ ਲਈ ਵੀ ਛੋਟੇ ਆ। ਨਹੀਂ, ਉਹ ਸਾਨੂੰ ਜ਼ਿਆਦਾ ਚੱਲਦੇ ਆ ਮੇਰੇ ਹਿਸਾਬ ਨਾਲ, ਮੈਂ ਵਾਲੇ ਜ਼ਿਆਦਾ ਚੱਲਦੇ। ਪਰ ਉਹ ਐਂ ਲੱਗਦਾ ਵੀ ਉਹ ਇਕੱਲੇ ਆਪ ਦੀ ਗੱਲ ਹੀ ਕਰੀ ਜਾਂਦਾ।
ਹੁਣ ਮੈਨੂੰ ਤਾਂ ਲੱਗਦਾ ਪਰ ਜਿਨ੍ਹਾਂ ਨੇ ਉਹਨਾਂ ਤੋਂ ਪੈਸੇ ਮਾਰਨੇ ਆ, ਜਿਨ੍ਹਾਂ ਨੇ ਉਹਨੂੰ ਪ੍ਰਮੋਟ ਕਰਨਾ, ਜਿਨ੍ਹਾਂ ਨੇ ਪੈਸੇ ਦੇਣੇ ਆ, ਉਹਨਾਂ ਦਾ ਘਰ ਚਲਾਉਣਾ, ਉਹਨਾਂ ਨੂੰ ਚੰਗੀ ਲੱਗਦੀ ਆ। ਜਿਨ੍ਹਾਂ ਨੇ ਉਹ ਗੀਤ ਸੁਣਨੇ ਆ, ਜਿਨ੍ਹਾਂ ਨੇ ਮਤਲਬ ਲਲਕਾਰੇ ਮਾਰਨੇ ਗੀਤਾਂ 'ਤੇ, ਉਹਨਾਂ ਲਈ ਉਹ ਚੰਗੀ ਲੱਗਦੀ। ਪਰ ਤੁਹਾਨੂੰ ਨਹੀਂ ਲੱਗਦਾ ਕਿ ਜੇਕਰ ਇਹ ਚੀਜ਼ ਅੱਜ ਪੈਸਾ ਬੜਾ ਵੀ ਜੇ ਆਪਦੇ ਆਪ ਨੂੰ ਜਗਦੇਵ ਚੇਂਜ ਕਰ ਲਈਏ ਤਾਂ ਸ਼ਾਇਦ ਯਾਰ ਪੈਸਾ ਬੜਾ ਆ ਜੇ? ਨਹੀਂ, ਤੁਸੀਂ ਮੈਨੂੰ ਇੱਕ ਸਿੰਗਰ ਦੱਸੋ, ਜੱਟ ਦੀ ਨਾ ਇੱਕ ਆਦਤ ਆ, ਜੇ ਉਹ ਘਰ ਪਾਉਣ ਲੱਗ ਜੇ, ਜੇ ਉਹਦੇ ਕੋਲੇ ਪੈਸਾ ਹੋਵੇ, ਚਾਹੇ ਉਹ ਕਰਜ਼ਾ ਚੱਕ ਕੇ ਲਿਆਂਦਾ ਹੋਵੇ, ਚਾਹੇ ਉਹਦੇ ਕੋਲੇ ਆਪਣਾ ਹੋਵੇ, ਉਹ ਜਦੋਂ ਘਰ ਪਾਉਣ ਲੱਗ ਗਿਆ, ਠੀਕ ਹੈ, ਫਿਰ ਉਹ ਕਿੰਗਰੇ ਕੱਢ ਕੇ ਰੰਗ ਰੂਟ ਕਰਕੇ ਉਹਨਾਂ ਚਿਰ ਮਿਸਤਰੀ ਨਹੀਂ ਕੱਢਦਾ ਜਿੰਨਾ ਚਿਰ ਉਹਦੇ ਪੈਸੇ ਮੁੱਕਦੇ ਨਹੀਂ। ਠੀਕ ਹੈ ਜੀ। ਜੇ ਕਿਸੇ ਵੱਡੇ ਸਿੰਗਰ ਦੀ ਕੋਠੀ ਮਨਾ ਸੱਤਿਆ ਪਿਆ ਤੇ ਉਹਨੂੰ ਹਜੇ ਦਰਵਾਜ਼ੇ ਨਹੀਂ ਲੱਗੇ 5-7 ਸਾਲਾਂ ਤੋਂ, ਤੁਸੀਂ ਕਿਵੇਂ ਮੰਨਦੇ ਹੋ ਵੀ ਪੈਸਾ ਹੈਗਾ? ਤੁਸੀਂ ਕਿੱਥੇ ਕਹੋਗੇ ਪੈਸਾ ਹੈਗਾ? ਕਾਰ ਲੈਣੀ ਹੈ ਤਾਂ ਕਾਰ ਤਾਂ ਇੱਥੇ 25,000 ਰੁਪਈਆ ਦੇ ਕੇ 50,000 ਰੁਪਈਆ ਦੇ ਕੇ ਕਿਸ਼ਤਾਂ 'ਤੇ ਜਿੱਥੋਂ ਮਰਜ਼ੀ ਲੈ ਲਾ ਵੱਡੀ। ਠੀਕ ਹੈ ਨਾ ਜੀ। ਪਰ ਪੈਸਾ ਜਿਹੜਾ ਆਉਣਾ ਉਹ ਹੋਰ ਗੱਲ ਆ। ਸਿਸਟਮ ਨੂੰ ਮਤਲਬ 1-2 ਬੰਦਿਆਂ ਨੂੰ ਛੱਡ ਕੇ, ਇੱਕ ਲਾਟਰੀ ਤਾਂ ਕਿਸੇ ਦੀ ਵੀ ਲੱਗ ਸਕਦੀ ਹੈ ਨਾ। ਤੁਸੀਂ ਇਹ ਤਾਂ ਨਹੀਂ ਵੀ ਸਾਰੇ ਕੰਮ ਛੱਡ ਕੇ ਫਿਰ ਲਾਟਰੀ ਪਾਉਣ ਤੇ ਹੋ ਜਾਓਗੇ ਫਲਾਣੇ ਦਿਨ ਨਿਕਲੇ। ਉਹ 1-2 ਹਰੇਕ ਥਾਂ 'ਤੇ ਹੁੰਦੇ ਆ, ਹਰ ਫੀਲਡ 'ਚ 1-2 ਬੰਦਿਆਂ ਦਾ ਹੁੰਦਾ ਜਿਹਦਾ ਜਿਹੜੇ ਚੱਲਦੇ ਆ ਤੇ ਉਹ ਮਤਲਬ ਉਹਨਾਂ ਨੂੰ ਤੁਸੀਂ ਉਹ ਨਹੀਂ ਕਰ ਸਕਦੇ। ਅੱਛਾ, ਇੱਕ ਗੱਲ ਹੋਰ ਆ, ਕਹਿੰਦੇ ਜਿਹੜਾ ਕੋਈ ਕਲਾਕਾਰ ਹੁੰਦਾ ਨਾ ਅੱਜ ਦੇ ਟਾਈਮ ਦੇ ਵਿੱਚ, ਜਿਵੇਂ ਤੁਸੀਂ ਆਖੀ ਪਹਿਲਾਂ ਮੰਡੀ ਜਿਹੜਾ ਹੈਗਾ ਲੁਧਿਆਣਾ ਹੁੰਦੀ ਸੀ, ਕਿਸੇ ਵੇਲੇ ਬਠਿੰਡਾ ਹੁੰਦੀ ਸੀ, ਲੁਧਿਆਣਾ, ਉਸ ਤੋਂ ਹੁਣ ਸ਼ਿਫਟ ਜਾ ਕੇ ਚੰਡੀਗੜ੍ਹ। ਕਹਿੰਦੇ ਜੇ ਕਿਸੇ ਨੇ ਇੱਕ ਟਰੈਕ ਵੀ ਕੱਢਣਾ, ਪਹਿਲਾਂ ਉਹਨੂੰ ਰਹਿਣਾ ਚੰਡੀਗੜ੍ਹ ਪੈਣਾ, ਉਦੋਂ ਬਿਨਾਂ ਗੀਤ ਨਹੀਂ ਹਿੱਟ ਹੁੰਦਾ ਹੈ। ਇੱਦਾਂ ਦਾ ਮਤਲਬ ਲੋਕਾਂ 'ਚ ਇਹ ਰੁਝਾਨ ਹੈਗਾ, ਕਿਉਂਕਿ ਉੱਥੇ ਬੈਠੇ ਨੇ, ਉਹ ਸਿਸਟਮ ਜਿਹਾ ਹੋਰ ਮਤਲਬ ਹੁਣ ਤਾਂ ਇਹ ਸਮਝ ਤੋਂ ਬਾਹਰ ਦੀਆਂ ਗੱਲਾਂ ਹੋ ਗਈਆਂ। ਮਤਲਬ ਜਿਹੜੀ ਨਵੀਂ ਜਨਰੇਸ਼ਨ ਆ ਨਾ, ਉਹ ਹੁਣ ਅੱਜ ਕੱਲ੍ਹ ਗੀਤਾਂ ਦਾ ਨਹੀਂ, ਅੱਜ ਕੱਲ੍ਹ ਮਿਊਜ਼ਿਕ ਟਰੈਂਡ ਆ। ਅੱਜ ਕੱਲ੍ਹ ਟਰੈਂਡ ਆ ਨਾ, ਜਿਹੜਾ ਗੀਤਕਾਰੀ ਦਾ ਟਰੈਂਡ ਨਹੀਂ ਹੈ, ਮਿਊਜ਼ਿਕ ਦਾ ਟਰੈਂਡ ਆ। ਮਿਊਜ਼ਿਕ ਸੁਣਦੇ ਲੋਕ, ਗੀਤ ਕੀ ਬੋਲਿਆ ਕੀ ਆ, ਕਿੱਦਾਂ ਹੋਇਆ, ਉਹ ਕੋਈ ਨਹੀਂ ਸੁਣਦਾ। ਤੁਸੀਂ ਕਿਵੇਂ ਮੰਨਦੇ ਹੋ ਕਿ ਗੀਤਕਾਰੀ ਪਹਿਲਾਂ ਵਾਲੀ ਔਖੀ ਸੀ ਕਿ ਹੁਣ ਦੀ ਔਖੀ ਹੈ? ਦੇਖੋ ਜੀ, ਚੱਲਣਾ ਪਹਿਲਾਂ ਵੀ ਔਖਾ ਸੀ, ਚੱਲਣਾ ਅੱਜ ਵੀ ਔਖਾ। ਬਿਲਕੁਲ ਠੀਕ ਹੈ ਜੀ। ਬਿਲਕੁਲ। ਪਹਿਲਾਂ ਜਿਹੜੇ ਗੀਤ ਸੀ, ਜਿਹੜੇ ਲੋਕਾਂ ਦੇ ਬਹੁਤ ਨੇੜੇ ਸੀ, ਲੋਕਾਂ ਨੂੰ ਮਤਲਬ ਉਹਨਾਂ ਦੀਆਂ ਗੱਲਾਂ ਸੀ, ਉਹੀ ਉਹਨਾਂ ਨੂੰ ਉਹ ਸੁਣਦੇ ਸੀ। ਅੱਜ ਦੀ ਜਿਹੜੀ ਚੀਜ਼ ਆ, ਉਹ ਕਈ ਗੱਲਾਂ ਤਾਂ ਲੋਕਾਂ ਨੂੰ ਸਮਝ ਨਹੀਂ ਲੱਗਦੀਆਂ ਵੀ ਇਹ ਕੀ ਲਿਖਿਆ ਯਾਰ, ਕੀ ਹੋ ਗਿਆ, ਹੈ ਨਾ। ਅੱਜ ਗੀਤਕਾਰੀ ਨੂੰ ਸੌਖੀ ਮੈਂ ਇਸ ਕਰਕੇ ਮੰਨਦਾ ਵੀ ਅੱਜ ਕੱਲ੍ਹ ਗੀਤਕਾਰੀ 'ਚ ਇਹ ਥੋੜ੍ਹੀ ਵੀ ਤੁਸੀਂ ਕਾਫੀਏ ਨਾ ਕਾਫੀਏ ਬਣਾਉਣ, ਜੋ ਮਰਜ਼ੀ ਲਿਖ ਦਿਓ, ਬਸ ਟੂ ਹੋਣਾ ਚਾਹੀਦਾ, ਬਸ ਗੱਲ ਖਤਮ। ਬਿਲਕੁਲ। ਅੱਛਾ, ਜਦੋਂ ਤੁਸੀਂ ਆਪਣੇ ਦੌਰ ਦੇ ਜਿਹੜੇ ਗੀਤਕਾਰ ਕਲਾਕਾਰ ਨਾਲ ਬੈਠ ਕੇ ਗੱਲਬਾਤ ਕਰਦੇ ਹੋਗੇ, ਕੀ ਸੋਚਦੇ ਆ ਅੱਜ ਦੇ ਸੰਗੀਤ ਬਾਰੇ? ਕੀ ਸੋਚਦੇ, ਕੀ ਗੱਲਾਂ ਹੁੰਦੀਆਂ ਨੇ ਬਾਈ ਜੀ? ਯਾਰ ਗੱਲਾਂ ਕੀ, ਹੁਣ ਬਸ ਉਹ ਇਹ ਕਹਿੰਦੇ ਵੀ ਚੰਡੋਲ ਸਾਲੀ ਇੰਨੀ ਤੇਜ਼ ਹੋ ਗਈ ਵੀ ਹੁਣ ਆਪਾਂ ਤਾਂ ਚੜ੍ਹ ਹੀ ਨਹੀਂ ਸਕਦੇ ਇਹ 'ਚ। ਅੱਛਾ, ਚੜ੍ਹਨਾ ਚਾਹੁੰਦੇ ਆ? ਜੇ ਚੜ੍ਹਨਾ ਵੀ ਚਾਹੀਏ, ਡਿੱਗਾਂਗੇ ਹੀ, ਕਿਉਂਕਿ ਸੁਣਨਾ ਹੀ ਕਿਸੇ ਨੇ ਨਹੀਂ ਵਧੀਆ ਲੈ ਕੇ, ਤੁਸੀਂ ਕਰੋਗੇ ਕੀ? ਅੱਗੇ ਗੀਤਕਾਰ ਸੀ, ਉਹ ਕਿਸੇ ਨਾ ਕਿਸੇ ਵਿਚਾਰਧਾਰਾ ਨਾਲ ਜੁੜਿਆ ਸੀ। ਗੀਤਕਾਰ ਸੀ ਜਿਹੜੇ, ਉਹਨਾਂ ਦੀ ਵਿਚਾਰਧਾਰਾ ਸੀ ਆਪਣੀ। ਬਿਲਕੁਲ। ਠੀਕ ਹੈ। ਹੁਣ ਕੋਈ ਵਿਚਾਰਧਾਰਾ ਤਾਂ ਨਹੀਂ ਹੈ। ਹੁਣ ਤਾਂ ਇਹ ਦੇਖਦੇ ਵੀ ਮੇਰਾ ਟੀਵੀ 'ਤੇ ਨਾ ਆ ਜੇ, ਮੇਰਾ ਇਹਦੇ 'ਤੇ ਨਾ ਆ ਜੇ, ਉਹ ਆਪੇ ਹੀ ਇੱਥੇ ਪਾ ਲੈਂਦੇ, ਆਪੇ ਹੀ ਆਪਦੇ ਸ਼ੇਅਰ ਕਰੀ ਜਾਂਦੇ ਆ, ਫਿਰ ਮਿੰਨਤਾਂ ਕਰੀ ਜਾਂਦੇ ਆ। ਬਹੁਤ ਸਿੰਗਰਾਂ ਮੈਨੂੰ ਵੀ ਫੋਨ ਆਉਂਦੇ, ਭਾਜੀ ਇੱਕ ਵਾਰੀ ਸ਼ੇਅਰ ਕਰ ਦਿਓ ਪਲੀਜ਼ ਸ਼ੇਅਰ। ਇਹ ਚੀਜ਼ਾਂ ਜਿਹੜੀਆਂ ਹੋਰ ਹੀ ਹੋ ਗਿਆ ਕੁਛ ਮਾਹੌਲ। ਇਹ ਵੀ ਆਖਦੇ ਕਿ ਪਿੱਛੇ ਰਹਿਣ ਦਾ ਕਹਿੰਦੇ ਕਾਰਨ ਵੀ ਇਹ, ਉਹ ਵੀ ਤੁਹਾਡੀ ਗੱਲ, ਅਸੀਂ ਬੜੇ ਕਲਾਕਾਰਾਂ ਦੇ ਨਾਲ ਗੱਲ ਕਰਦੇ ਤੁਹਾਡੇ ਦੌਰ, ਉਹ ਕਹਿੰਦੇ ਅਸੀਂ ਆਪਣਾ ਸਮਾਂ ਹੀ ਉਡੀਕ ਰਹੇ ਹਾਂ ਕਿ ਦੁਬਾਰੇ ਉਹ ਸਮਾਂ ਆਊਗਾ ਜ਼ਰੂਰ। ਉਮੀਦ ਹਰ ਇੱਕ ਨੂੰ ਜ਼ਰੂਰ ਨਹੀਂ ਉਡੀਕਣ ਨਾਲ ਕੁਛ ਨਹੀਂ ਆਉਣਾ। ਇਹ ਕਿਹੜਾ ਬੱਸ ਆ ਵੀ ਤੁਸੀਂ ਉਹਨੂੰ, ਹੈ ਨਾ, ਇਹ ਬੱਸ ਨਹੀਂ ਹੈਗੀ। ਪਰ ਇਹ ਵੀ ਅਸੀਂ ਇੱਕ ਜਨਰੇਸ਼ਨ, ਜਿਹੜੀ ਆਹ ਜਨਰੇਸ਼ਨ, ਇਹਨੂੰ ਨਹੀਂ ਅਸੀਂ ਸਮਝਾ ਸਕਦੇ। ਤੁਸੀਂ ਇਹਦੇ ਨਾਲ ਨਹੀਂ ਗੱਲ ਕਰ ਸਕਦੇ, ਜਿਹੜੀ ਇਹ ਜਨਰੇਸ਼ਨ ਆ। ਠੀਕ ਹੈ ਨਾ। ਜਿਹੜੀ ਨੈਕਸਟ ਜਨਰੇਸ਼ਨ ਆ ਰਹੀ ਹੈ, ਬਿਲਕੁਲ, ਉਹਦੇ ਲਈ ਅਸੀਂ ਤਿਆਰੀ ਕਰ ਰਹੇ ਹਾਂ। ਕਿਉਂਕਿ ਇੱਕ ਜਨਰੇਸ਼ਨ ਲੰਘਣੀ ਆ। ਇਹਨੂੰ ਨਹੀਂ ਤੁਸੀਂ, ਜੇ ਤੁਸੀਂ ਕਹੋ ਵੀ ਚੰਗੇ ਗੀਤ ਸੁਣੋ, ਇਹਨਾਂ ਨੂੰ ਜੋ ਆਦਤ ਪੈ ਗਈ ਉਹ ਪੈ ਗਈ। ਜਿਹਨੂੰ ਸੁਣਨ ਲੱਗੇ। ਹੁਣ ਹੰਸ ਭਾਜੀ ਕਿਹੜਾ ਗਾਉਣਾ ਭੁੱਲ ਗਏ? ਬਿਲਕੁਲ। ਸਰਦੂਲ ਭਾਜੀ ਦੀ ਪ੍ਰਮਾਤਮਾ ਰੂਹ ਨੂੰ ਆਤਮਾ ਦੇਵੇ, ਉਹ ਕਿਹੜਾ ਗਾਉਣਾ ਭੁੱਲ ਗਏ ਸੀ? ਰਾਈਟ। ਤੇ ਉਹ ਇਹ ਤਾਂ ਉਹਨਾਂ ਨੂੰ ਨਹੀਂ ਸੁਣਦੇ। ਠੀਕ ਹੈ ਜੀ। ਬਿਲਕੁਲ। ਇਸ ਕਰਕੇ ਜਿਹੜੀ ਜਨਰੇਸ਼ਨ ਨਾ ਚੱਲ ਰਹੀ ਆ, ਇਹਨੂੰ ਤਾਂ ਸਾਨੂੰ ਛੱਡਣਾ ਹੀ ਪੈਣਾ, ਇਹਨੂੰ ਲੰਘਣ ਦੇਣਾ। ਬਸ ਸਾਡਾ ਕੰਮ ਹੈ ਵੀ ਇਹਨੂੰ ਲੰਘਣ ਦਈਏ। ਜਿਹੜੀ ਨੈਕਸਟ ਜਨਰੇਸ਼ਨ ਆ, ਉਹਨੂੰ ਅਸੀਂ ਉਹਦੇ 'ਤੇ ਵਰਕ ਕਰੀਏ। ਅੱਛਾ, ਇੱਕ ਬਾਈ ਜੀ ਮੈਂ ਇੱਕ ਤੁਹਾਡੀ ਵੀਡੀਓ ਸਾਡੀ ਬੜੀ ਵਾਇਰਲ ਹੋਈ ਸੀ, ਗੱਡੀ ਦੇ ਵਿੱਚ ਬੈਠੇ ਸੀ, ਗਿੱਪੀ ਬਾਈ ਸੀ, ਗੀਤ ਗਾ ਰਹੇ ਸੀ, ਜੱਟਾਂ ਦੇ ਆ ਮੁੰਡੇ ਬਸ 10ਵੀਂ ਸੀ। ਉਹ ਗੀਤ ਹੋ ਜੇ, ਫਿਰ ਉਹਦੇ 'ਤੇ ਆਪਾਂ ਗੱਲ ਕਰਾਂਗੇ। ਹਾਂ, ਉਹ ਹੈਗਾ ਸੀਗਾ ਵੀ ਜੱਟਾਂ ਦੇ ਮੁੰਡੇ ਬਸ 10ਵੀਂ ਹੀ ਕੀਤੀ ਆ, ਮੋਟਰਾਂ 'ਤੇ ਬੈਠ ਬੜੀ ਦਾਰੂ ਪੀਤੀ ਹੈ।
ਇੱਥੇ ਕਿਹੜਾ ਲੱਗਣਾ ਸੀ, ਡੀਸੀ ਪੜ੍ਹ ਕੇ ਆ ਗਏ ਆਸਟ੍ਰੇਲੀਆ ਜਹਾਜ਼ ਚੜ੍ਹ ਕੇ। ਇੱਥੇ ਆ ਕੇ ਟੈਕਸੀ ਚਲਾਉਣ ਲੱਗ ਪਏ, ਸੜਕਾਂ ਤੇ ਡਾਲਰ ਕਮਾਉਣ ਲੱਗ ਪਏ। ਖੂਬ ਮੌਜ ਲੁੱਟੀ ਦੀ ਆ ਵੀਕਐਂਡ ਨੂੰ, ਤਾਂ ਵੀ ਚੰਦਰਾ ਨਾ ਭੁੱਲੇ ਪਿੰਡ ਨੂੰ। ਚਿੱਤ ਕਰੇ ਦੇ ਦਿਆਂ ਜਵਾਬ ਸਾਹਿਬ ਨੂੰ, ਵੱਟੋ ਵੱਟੀ ਪੈ ਕੇ ਭੱਜ ਜਾ ਪੰਜਾਬ ਨੂੰ, ਵੱਟੋ ਵੱਟੀ ਪੈ ਕੇ ਭੱਜ ਜਾ। ਇਹ ਉੱਥੇ ਸੀ ਉਦੋਂ ਜਦੋਂ ਤੁਸੀਂ ਗੀਤ ਗਾਏ, ਬਾਹਰ ਸੀ ਕਿਤੇ? ਆਸਟ੍ਰੇਲੀਆ ਸੀ। ਅਸੀਂ ਇੱਥੇ ਲਿਖਿਆ ਸੀ ਆਸਟ੍ਰੇਲੀਆ ਜਾ ਕੇ ਅਸੀਂ ਉਹ ਜਿਹੜਾ ਗੋਲਡ ਕੋਸਟ ਸੀ, ਅਸੀਂ ਉੱਥੇ ਘੁੰਮ ਰਹੇ ਸੀ, ਉੱਥੇ ਉਹ ਗੀਤ ਜਿਹੜਾ ਗਾਇਆ। ਹੁਣ ਹਰੀ ਹੀਟਰ 2009 ਦੁਆਰਾ ਉਹ ਕੀਤਾ ਨਾ। ਹਾਂ। ਅੱਛਾ, ਇਹ ਕਿਵੇਂ ਸੋਚ ਦੇ ਵਿੱਚ ਵੀ ਯਾਰ ਆਏ ਜੀ ਸਾਡੇ ਜਿਹੜੇ 10ਵੀਂ ਪੜ੍ਹੀ ਬਾਹਰ? ਉਦੋਂ 10ਵੀਂ ਪੜ੍ਹ ਕੇ ਜਾਂਦੇ ਸੀ, PR ਨੂੰ 2 ਸਾਲ ਲੱਗਦੇ ਸੀ ਉਦੋਂ, ਫਿਰ ਉਦੋਂ ਬਾਅਦ 4 ਸਾਲ ਜ਼ਿਆਦਾ ਹੋਣ ਲੱਗੇ, ਉਦੋਂ 2 ਸਾਲ ਲੱਗਦੇ ਸੀ। ਮੈਂ ਹਨਾ ਆਖਦੇ ਸ਼ਰੀਕ ਮੁੰਡਾ ਗਿਆ ਬਾਹਰ ਨੂੰ, ਹੈਨਾ 2 ਸਾਲ ਲੱਗਣੇ ਆ PR ਨੂੰ, ਹਨਾ ਪਿੰਡ ਆ ਕੇ ਕੋਠੀ ਪਾਊਗਾ ਪਰਾਰ ਨੂੰ। ਇੱਦਾਂ ਉਹ ਸਾਰਾ ਸਿਸਟਮ ਜਿਹੜਾ ਉਦੋਂ ਮਾਹੌਲ ਨਵੇਂ ਆਈਲੈਟਸ ਦਾ ਸਿਸਟਮ ਚੱਲਿਆ ਸੀਗਾ। ਹਾਂ, ਉਦੋਂ ਹਜੇ ਚੱਲਿਆ ਸੀਗਾ, ਤੇ ਉਹ ਫਿਰ ਮੈਂ ਉਦੋਂ ਲਿਖਿਆ ਸੀ ਇਹਨਾਂ ਨੂੰ। ਹਾਂ। ਅੱਛਾ, ਜਦੋਂ ਫਿਰ ਬਾਹਰ ਜਾਂਦੀ ਕਿਸ ਤਰ੍ਹਾਂ ਦਾ ਰਿਸਪੌਂਸ, ਕਿਸ ਤਰ੍ਹਾਂ ਦਾ ਮਿਲਿਆ? ਤੋਂ ਤਾਂ ਬਹੁਤ ਮੈਨੂੰ ਪਿਆਰ ਬਹੁਤ ਮਿਲਿਆ। ਪੈਸਾ ਬੇਸ਼ੱਕ ਨਹੀਂ ਮਿਲਿਆ, ਮੈਂ ਨਹੀਂ ਕਮਾਇਆ, ਪਰ ਪਿਆਰ ਬਹੁਤ ਕਮਾਇਆ ਮੈਨੂੰ। ਮਤਲਬ ਇੱਕ ਜਦੋਂ ਮੈਨੂੰ ਇਹ ਸੰਤੁਸ਼ਟੀ ਹੈ ਇਸ ਗੱਲ ਦੀ ਵੀ ਜਦੋਂ ਕਿਤੇ ਗੱਲ ਕਰਦੇ ਆ ਤਾਂ ਮਤਲਬ ਮੈਨੂੰ ਬਹੁਤ ਸਾਰੇ ਜਿਹੜੇ ਜਿਨ੍ਹਾਂ ਨੂੰ ਆਪਾਂ ਧਨੰਤਰ ਕਹਿ ਦਿੰਦੇ ਹਾਂ, ਬਹੁਤ ਮੈਨੂੰ ਉਹਨਾਂ ਨੇ ਵੀ ਐਪਰੀਸ਼ੀਏਟ ਕੀਤਾ। ਉਹਨਾਂ ਨੇ ਕਿਹਾ ਯਾਰ ਵੀ ਤੇਰੇ ਆ ਜਿਹੜੇ ਗਾਣੇ ਆ ਨਾ, ਮਤਲਬ ਕਮਾਲ ਆ। ਮਤਲਬ ਮੈਨੂੰ ਇੱਜ਼ਤ ਬਹੁਤ ਮਿਲੀ। ਇਸ ਚੀਜ਼ ਦਾ ਮਲਾਲ ਤਾਂ ਨਹੀਂ ਹੈ ਕਿ ਯਾਰ ਪੈਸਾ ਨਹੀਂ, ਪੈਸੇ ਕਮਾਉਣ ਲਈ ਬਹੁਤ ਹੋਰ ਸਾਧਨ ਬੜੇ ਇਹਦੇ ਵੱਲ ਫਿਰ ਅਸੀਂ ਝਾਕੇ ਹੀ ਨਹੀਂ ਵੀ ਪੈਸਾ ਇੱਥੋਂ ਹੀ ਕਮਾਉਣਾ। ਫਿਰ ਹੋਰ ਬੜਾ ਕੁਛ ਕੀਤਾ ਮੈਂ, ਗਾਵਾਂ ਦਾ ਫਾਰਮ ਪਾਇਆ ਮੈਂ, ਢਾਬੇ ਪਾਏ, ਬੜਾ ਕੁਛ ਮੇਰਾ ਆਪਣਾ ਸਿਸਟਮ ਮੈਂ ਚੱਲੀ ਜਾਂਦਾ ਸਿਸਟਮ। ਇਹਨੂੰ ਇਹ ਨਹੀਂ ਵੀ ਤੋਰੀ ਫੁਲਕਾ ਇਹ ਤੋਂ ਹੀ ਚਲਾਉਣਾ। ਨਾ, ਜੇ ਤੁਸੀਂ ਇਹਦੇ ਤੇ ਫਿਰ ਤੁਹਾਨੂੰ ਸਮਝੌਤੇ ਕਰਨੇ ਪੈਣਗੇ। ਤੁਹਾਨੂੰ ਸਮਝੌਤੇ ਕਰਨੇ ਪੈਣਗੇ। ਜੇ ਤੁਸੀਂ ਸਮਝੌਤਾ ਨਹੀਂ ਕਰਨਾ ਫਿਰ ਤੁਸੀਂ ਆਪਣੇ ਆਪਣਾ ਵੀ ਹਾਲਾਤਾਂ ਨਾਲ ਵੀ, ਠੀਕ ਹੈ ਨਾ ਜੀ। ਬਿਲਕੁਲ। ਇਸ ਕਰਕੇ ਜੇ ਤੁਸੀਂ ਸਮਝੌਤਾਵਾਦੀ ਹੋ ਗਏ, ਫਿਰ ਜੋ ਤੁਹਾਨੂੰ ਮਾਰਕੀਟ ਮੰਗਦੀ ਹੈ ਫਿਰ ਤੁਹਾਨੂੰ ਉਹੀ ਲਿਖਣਾ ਪੈਣਾ। ਬਿਲਕੁਲ। ਫਿਰ ਤੁਸੀਂ ਮਾਰਕੀਟ ਨੂੰ ਇਗਨੋਰ ਨਹੀਂ ਕਰ ਸਕਦੇ, ਮਾਰਕੀਟ ਨੂੰ ਤੁਸੀਂ ਅੱਖ ਨਹੀਂ ਦਿਖਾ ਸਕਦੇ। ਬਿਲਕੁਲ। ਅੱਛਾ, ਸੰਧੂ ਸਾਹਿਬ ਦੀ ਗੱਲ ਕਰੀਏ ਤਾਂ ਸੰਧੂ ਸਾਹਿਬ ਕੋਲੇ ਆਪਣੇ ਗੀਤ ਤੁਸੀਂ ਉਹਨਾਂ ਨੂੰ ਦਿਖਾਏ ਤਾਂ ਉਹਨਾਂ ਨੇ ਕੀ ਆਖਿਆ ਸੀ ਗੀਤ ਦੇਖ ਕੇ? ਜਦੋਂ ਨੇ ਪਹਿਲੀ ਵਾਰੀ ਮੈਨੂੰ ਕਿਹਾ ਸੀ ਵੀ ਜਿੱਦਣ ਤੇਰੇ ਗੀਤ ਆ ਗਏ ਨਾ, ਪਹਿਲਾ ਜਿੱਦਣ ਗੀਤ ਆ ਗਿਆ ਤੇ ਤੈਨੂੰ ਗਾਉਣ ਵਾਲੇ ਲੱਭਦੇ ਫਿਰਨਗੇ। ਇਹ ਗੱਲ ਉਦੋਂ ਹੀ ਸੱਚ ਹੋਈ, ਫਿਰ ਉਵੇਂ ਹੀ ਹੋਈ ਉਹ। ਅੱਛਾ, ਗੀਤਕਾਰਾਂ ਦੇ ਨਾਲ ਅੱਜ ਕੱਲ੍ਹ ਦੇ ਨਾਲ ਜੇ ਗੱਲ ਕਰਦੇ ਹਾਂ, ਅੱਜ ਕੱਲ੍ਹ ਦੇ ਗੀਤ ਇੱਕ ਗੱਲ ਬੜੀ ਕਹਿੰਦਾ ਕਿ ਯਾਰ ਕਹਿੰਦੇ ਅਸੀਂ ਕਲਾਕਾਰ ਕੋਲੇ ਵਗ ਜਾਂਦੇ ਹਾਂ, ਕਲਾਕਾਰ ਸਾਡੇ ਗੀਤ ਲੈ ਕੇ ਰੱਖ ਲੈਂਦੇ ਆ, ਉਹ ਤੋਂ ਕਹਿੰਦੇ ਨਾਮ ਨੂੰ ਜਾਂ ਕੱਟ ਕੇ ਆਪਦਾ ਪੜ੍ਹਦੇ। ਇਹ ਚੀਜ਼ਾਂ ਉਸ ਵੇਲੇ ਵੀ ਹੁੰਦੀਆਂ ਸੀ? ਚੱਲ ਇਹ ਸ਼ੁਰੂ ਤੋਂ ਹੀ ਚੱਲੀ ਜਾਂਦਾ, ਬੜਾ ਕਰਨੀ। ਚਲੋ ਮੈਂ ਕਿਸੇ ਦਾ ਜ਼ਿਕਰ ਨਹੀਂ ਕਰਦਾ, ਨਾਂ ਨਹੀਂ ਲੈ ਸਕਦੇ, ਬੜੇ ਰਿਸਪੈਕਟਫੁਲ ਨੇ ਚੀਜ਼ਾਂ। ਉਦੋਂ ਵੀ ਹੋਇਆ, ਮੇਰੇ ਨਾਲ ਵੀ ਹੋਇਆ, ਇਹ ਨਹੀਂ ਹੈ। ਪਰ ਮੈਂ ਇਹਨੂੰ ਕਿਉਂਕਿ ਮੈਂ ਸਾਬਤ ਕਰਤਾ ਉਸ ਅੱਗੇ ਜਾ ਕੇ। ਮੈਂ ਆਪਦੇ ਗੀਤਾਂ 'ਚ ਬਹੁਤ ਸਾਡੇ ਪਿੰਡ ਦੇ ਕਈਆਂ ਉਹੀ ਨਾਂ ਪਾ ਦਿੰਦਾ ਸੀ ਮੈਂ। ਜਿਵੇਂ 1-2 ਮਿੱਤਰ ਮੇਰੇ, ਹੁਣ ਰੱਬਾ ਮੇਰੇ ਆ ਬਣਾਤੇ ਸ਼ੀਸ਼ਾ ਯਾਰ ਦਾ, ਮੈਂ ਮੂਹਰੇ ਬੈਠਾ ਤੱਕਦਾ ਰਮ। ਉਹ ਮੇਰਾ ਇੱਕ ਮਿੱਤਰ ਸੀ, ਮੈਨੂੰ ਕਹਿੰਦਾ ਯਾਰ ਮੇਰਾ ਨਾਂ ਪਾ ਦੇ। ਮੈਂ ਉਹਦਾ ਆਪਦਾ ਜਗਦੇਵ ਕੱਟਿਆ ਉਹਦੀ ਥਾਂ 'ਤੇ ਉਹਦਾ ਨਾਂ ਲਿਖਤਾ। ਉਹ ਨਾਂ ਉਹ ਉਵੇਂ ਹੀ ਰਿਕਾਰਡ ਹੋ ਗਿਆ। ਦੂਜੇ ਦਿਨ ਮੈਨੂੰ ਦੂਜਾ ਸੰਧੂ ਸਾਹਿਬ ਦਾ ਫੋਨ ਆਇਆ, ਮੈਨੂੰ ਕਹਿੰਦਾ ਉਹ ਨਾਂ ਯਾਰ ਬਈ ਉਹ ਗੀਤ ਤੇਰਾ ਹਿੱਟ ਆ ਯਾਰ, ਉਹ 'ਤੇ 'ਚ ਨਾਂ ਆਪਦਾ ਪਾਉਣਾ ਤੂੰ। ਉਹ ਮੈਂ ਕਿਹਾ ਜੀ ਮੈਂ ਵਾਅਦਾ ਕਰ ਲਿਆ, ਹੁਣ ਉਹਨੂੰ ਮੈਂ ਕੀ ਕਹੂੰਗਾ, ਮੈਂ ਉਹਨੂੰ ਕਹਿ ਬੈਠਾ ਵੀ ਪੈ ਗਿਆ ਤੇਰਾ ਨਾਂ। ਮੈਂ ਕਿਹਾ ਜੀ ਉਹ ਮੈਂ ਚੱਲ ਮਿੱਤਰ ਆ, ਹਨਾ, ਉਹ ਉਵੇਂ ਹੀ ਰਿਕਾਰਡ ਹੋਇਆ। ਤੇ ਫਿਰ ਅਗਲੇ ਦਿਨ ਕਿਤੇ ਉਹਨੂੰ ਤਾਂ ਨਹੀਂ ਭਾਲਦੇ ਫਿਰਦੇ ਕਲਾਕਾਰ ਵੀ ਆਹ ਕਿਹੜਾ? ਨਹੀਂ, ਉਹ ਤਾਂ ਪਤਾ ਉੱਤੇ, ਕਿਉਂਕਿ ਉਹਦੇ ਤੇ ਲਿਖਿਆ ਹੋਇਆ ਸੀ ਮੇਰਾ ਨਾਂ, ਰੈਪਰ ਤੇ ਮੇਰਾ ਨਾਂ ਲਿਖਿਆ ਹੋਇਆ ਸੀ। ਉਹ ਇਸ ਕਰਕੇ ਪਤਾ ਨਹੀਂ ਤਾਂ ਮਤਲਬ ਉਹ ਨਾ ਬੜਾ ਉਹ ਚੀਜ਼ਾਂ ਕਹਾਣੀਆਂ। ਮਤਲਬ ਇੱਦਾਂ ਮੈਂ ਬਹੁਤ ਬੰਦੇ ਦੇ ਨਾਂ ਪਾਇਆ, ਮਾਨਾ ਬਿਸ਼ਨ ਕੇ ਬਿੰਦਰ ਵਰਗੇ, ਕਈ ਇਸ਼ਕ ਦੀ ਭੇਟਾ ਚੜ੍ਹ ਗਏ, ਪਿੰਡ ਸ਼ੇਖ ਦੌਲਤ ਦੀ ਛੋਟੀ ਤੁਰਦੇ ਬਣੇ ਜਹਾਨੋਂ ਗੁੱਡੀਆਂ ਇਸ਼ਕ ਦੀਆਂ ਚੜ੍ਹ ਡਿੱਗਣ ਸਮਾਨ। ਇੱਦਾਂ ਹੀ ਮੈਂ ਗੀਤਾਂ 'ਚ ਬੜੇ ਬੰਦਿਆਂ ਦਾ ਆਪਦੇ ਮਿੱਤਰ ਜਿਹੜੇ ਕੋਈ ਖਾਸ ਪਾਤਰ ਜਿਹੇ ਹੁੰਦੇ ਸੀ ਪਿੰਡਾਂ ਦੇ, ਹਨਾ, ਉਹ ਮੈਂ ਬੜਾ ਜ਼ਿਕਰ ਕੀਤਾ। ਮਤਲਬ ਨਾਂ ਮੈਂ ਪਾ ਦਿੰਦਾ ਸੀ ਕੋਈ ਮੈਨੂੰ ਐਕਸਟਰਾ ਆਰਡੀਨਰੀ ਜਿਹੇ ਪਾਤਰ ਪਿੰਡਾਂ ਦੇ ਜਿਹੜੇ ਇੱਕ ਮਾਹੌਲ ਹੁੰਦਾ ਉਹਦੇ 'ਚ ਕੁਛ ਪਾਤਰ ਹਰੇਕ ਪਿੰਡਾਂ 'ਚ ਇੱਦਾਂ ਦੇ ਹੁੰਦੇ ਆ ਵੀ ਜਿਹੜੇ ਕੁਛ ਸਪੈਸ਼ਲ ਹੁੰਦੇ ਆ, ਅਤੇ ਉਹਨਾਂ ਤੋਂ ਬਿਨਾਂ ਤੁਹਾਡਾ ਪਿੰਡ ਨਾ ਸੁੰਨਾ ਲੱਗਦਾ ਜੇ ਤੁਹਾਨੂੰ ਉਹ ਨਾ। ਇਹ ਚੀਜ਼ਾਂ ਜਿਹੜੀਆਂ ਉਹ ਮੈਂ ਉਹਨਾਂ ਨੂੰ ਬੜਾ ਇੰਜੋਏ ਵੀ ਕਰਦਾ ਅਤੇ ਆਭਾਰਿਆ ਵੀ ਮੈਂ ਉਹਨੂੰ। ਬਿਲਕੁਲ। ਅੱਛਾ ਬਈ, ਹਾਲਾਤ ਕਿੱਦਾਂ ਜ਼ਰੂਰ ਲੈਣਾ ਮੈਂ ਚਾਹੂੰਗਾ ਆਪਣੀ ਜ਼ੁਬਾਨ ਦੇ ਵਿੱਚ। ਹਾਂ, ਉਹ ਸੀਗਾ ਜੀ, ਕਦੇ ਉੱਤੇ ਕਦੇ ਥੱਲੇ, ਕਦੇ ਪੂਰੀ ਬੱਲੇ ਬੱਲੇ, ਕਦੇ ਤਾਂ ਸੰਭਾਲੇ ਸਾਂਭੇ ਜਾਂਦੇ ਨੋਟ ਨਾ, ਕਦੇ ਕੱਖੋਂ ਹੌਲੇ ਨਹੀਂ ਕਮਾਈਆਂ ਰਹਿੰਦੀਆਂ, ਸਦਾ ਨਹੀਂ ਹਾਲਾਤ ਰਹਿੰਦੇ ਮਾੜੇ ਬੰਦੇ ਤੇ ਸਦਾ ਨਹੀਂ ਉਹ ਬੰਦਿਆਂ ਚੜਾਈਆਂ ਰਹਿੰਦੀਆਂ। ਬੱਟਾਂ ਉੱਤੇ ਹੁੰਦੇ ਸੀ ਜੋ ਘਾਹ ਖੋਤਦੇ, ਪਹੁੰਚ ਗਏ ਵਲੈਤ ਅੱਜ ਗੱਲਾਂ ਹੋਰ ਨੇ। ਪਿੰਡ ਦੇ ਵਿਚਾਲੇ ਛੱਤ ਲਈਆਂ ਕੋਠੀਆਂ, ਕੱਚੀਆਂ ਕੰਧੋਲੀਆਂ ਤੋਂ ਢਾਹ ਤੇ ਮੋਰ ਨੇ।
ਕਿਸੇ ਦੇ ਤਾਂ ਤੋਕੜਾਂ ਭਰਾਉਣ ਬਾਲਟੀ, ਕਿਸੇ ਦੇ ਨਹੀਂ ਝੋਟੀਆਂ ਲਵਾਈਆਂ ਰਹਿੰਦੀਆਂ, ਸਦਾ ਨਹੀਂ ਹਾਲਾਤ ਰਹਿੰਦੇ ਮਾੜੇ ਬੰਦੇ ਦੇ, ਤੇ ਸਦਾ ਨਹੀਂ ਉਹ ਬੰਦਿਆਂ ਚੜਾਈਆਂ ਸ਼ੇਖ ਰਹਿੰਦੀਆਂ। ਦੌਲਤ ਵਾਲਾ ਟੱਪਾ ਜ਼ਰੂਰ ਹੋ ਜੇ। ਉਹ ਸੀਗਾ ਵੀ ਮੰਗੀ ਨਹੀਂ ਦੀਵਾਨੀ ਸੀ ਕੋਈ ਦਿੰਦਾ ਮਾਨ ਨੂੰ, ਅੱਜ ਸ਼ੇਖ ਦੌਲਤ 'ਚ ਮੌਜਾਂ ਮਾਣਦਾ, ਨੀਲੀ ਛੱਤ ਵਾਲੇ ਦੀਆਂ ਖੇਲਾਂ ਸਾਰੀਆਂ, ਕੌਣ ਜਗਦੇਵ ਨੂੰ ਸੀ ਹੁੰਦਾ ਜਾਣਦਾ, ਲੰਘਦੇ ਸੀ ਯਾਰ ਜਿਹੜੇ ਪਾਸਾ ਵੱਟ ਕੇ, ਅੱਜ ਘਰੇ ਮਹਿਫਲਾਂ ਸਜਾਈਆਂ ਰਹਿੰਦੀਆਂ, ਸਦਾ ਨਹੀਂ ਹਾਲਾਤ ਰਹਿੰਦੇ ਮਾੜੇ ਬੰਦੇ ਦੇ, ਤੇ ਸਦਾ ਨਹੀਂ ਉਹ ਬੰਦਿਆਂ ਕਹਾਣੀ ਚੜਾਈਆਂ। ਕੀ ਇਸ ਗੀਤ ਦੇ ਪਿੱਛੇ ਦੀ? ਵੈਸੇ ਹੀ ਬਸ ਆਹ ਦੇਖ ਕੇ ਉੱਪਰ ਥੱਲੇ ਕਦੇ ਮਤਲਬ ਜਿਹੜੀਆਂ ਚੀਜ਼ਾਂ ਜਿਹੜਾ ਵਰਤਾਰਾ ਵਾਪਰੀਆਂ ਚੀਜ਼ਾਂ ਦੇਖੀਆਂ, ਸਦਾਮ ਹੁਸੈਨ ਆ ਕਿਸੇ ਟਾਈਮ ਹੁਕਮ ਚੱਲਦਾ ਸੀ, ਕਿਸੇ ਟਾਈਮ ਹੈ ਨਾ, ਤੇ ਕਿਸੇ ਟਾਈਮ ਕਈ ਮਤਲਬ ਚੋਟੀ ਦੇ ਪਲੇਅਰ ਬੈਠੇ ਜਿਨ੍ਹਾਂ ਨੂੰ ਵੀਲ ਚੇਅਰਾਂ ਤੇ ਕੀ ਫਿਰਦੇ ਆ ਨਾ, ਇਹ ਚੀਜ਼ਾਂ ਮੈਂ ਹੰਡਾਈਆਂ ਦੇਖੀਆਂ ਕਿੱਦਾਂ, ਤੇ ਇਹ ਕੁਦਰਤ ਦਾ ਵਰਤਾਰਾ, ਪੱਤਝੜ ਆਉਣੀ ਹੈ, ਪੱਤਝੜ ਵੀ ਦਿਨ ਚਾਰ ਬਹਾਰਾਂ ਨੇ, ਇੱਕ ਰੋਜ਼ ਪੁਰਾਣੇ ਹੋ ਜਾਣਾ ਨਹੀਂ ਤੇਰੇ ਨਵਿਆਂ ਯਾਰਾਂ ਨੇ। ਇਹ ਚੀਜ਼ਾਂ ਜਿਹੜੀਆਂ ਵਰਤਾਰਾ ਕੁਦਰਤ ਦਾ। ਅੱਛਾ, ਸੱਚਾਈ ਦੇ ਕਿੰਨੇ ਕੁ ਨੇੜੇ ਤੇੜੇ ਹੁੰਦੇ ਆ ਜਗਦੇਵ ਮਾਨ ਦੇ ਗੀਤ ਖਾਸ ਕਰਕੇ? ਮੇਰੀ ਕੋਸ਼ਿਸ਼ ਹੁੰਦੀ ਹੈ ਵੀ ਨੇੜੇ ਤੇੜੇ ਹੀ ਰਹਿਣ, ਪਰ ਫਿਰ ਵੀ ਕਿਉਂਕਿ ਐਂਟਰਟੇਨਮੈਂਟ ਆ ਉਹਦੇ 'ਚ ਉੱਦਾਂ ਦਾ ਕਦੇ ਕਦੇ ਫਿਰ ਚੰਨ ਤਾਰੇ ਤੋੜਨੇ ਹੀ ਪੈਂਦੇ ਆ। ਚੰਨ ਤਾਰੇ ਮੈਂ ਤੋੜੇ ਨਹੀਂ, ਮੈਂ ਚੰਨ ਤਾਰੇ ਨਹੀਂ ਤੋੜੇ, ਮੈਂ ਹੋਰ ਬੜਾ ਕੁਝ ਮਤਲਬ ਕੀਤਾ। ਮੈਂ ਕੋਸ਼ਿਸ਼ ਕਰਦਾ ਨਾ ਵੀ ਹੈ ਨਾ ਚੀਜ਼ਾਂ। ਤੇ ਇੱਕ ਗੀਤ ਸੀ ਮੇਰਾ ਹੰਸ ਭਾਜੀ ਨੂੰ, ਸੰਧੂ ਸਾਹਿਬ ਨੇ ਹੰਸ ਭਾਜੀ ਨੂੰ ਸੁਣਾਇਆ, ਤੇ ਉਹ ਰੋਪੇ ਗਾਣਾ ਸੁਣ ਕੇ, ਕਹਿੰਦੇ ਮੈਂ ਕਰਾਉਣਾ ਗਾਣਾ। ਮੈਨੂੰ ਸੰਧੂ ਸਾਹਿਬ ਕਹਿੰਦੇ ਯਾਰ ਵੀ ਬਾਅਦ 'ਚ ਮੈਨੂੰ ਕਹਿੰਦੇ ਯਾਰ ਵੀ ਚਾਹੇ ਹੰਸ ਬਹੁਤ ਸੁਰੀਲਾ, ਤੇਰੇ ਵੀ ਦਿਲ 'ਚ ਹੋਊ, ਬਹੁਤ ਵੱਡਾ ਸਟਾਰ ਹੈ ਵੀ ਕਹਿੰਦਾ, ਪਰ ਇਹ ਗਾਣੇ ਨੂੰ ਜਿੰਨਾ ਦਿਲਸ਼ਾਦ ਅਖਤਰ ਨਿਭਾ ਸਕਦਾ ਉਹਨਾਂ ਹੰਸ ਤੋਂ ਨਿਭਣਾ ਨਹੀਂ। ਅੱਛਾ ਜੀ। ਮੈਂ ਕਿਹਾ ਠੀਕ ਹੈ ਜੀ। ਉਹ ਬੜੀ ਗੱਲ ਹੁੰਦੀ ਹੈ ਮਤਲਬ ਮੈਂ ਕਿਹਾ ਜੀ ਤੁਸੀਂ, ਕਹਿੰਦਾ ਯਾਰ ਬਈ ਬਹੁਤ ਨੇੜੇ ਆ, ਕੁਝ ਵਾਪਰੀਆਂ ਗੱਲਾਂ ਇੱਦਾਂ ਦੀਆਂ ਹੁੰਦੀਆਂ ਹੈ ਨਾ। ਮੈਨੂੰ ਹੰਸ ਭਾਜੀ ਨੇ ਦੱਸਿਆ ਵੀ ਉਹ ਗਾਣਾ ਸੀਗਾ ਵੀ ਦਿਲਸ਼ਾਦ ਭਾਈ ਦਾ ਗਾਣਾ ਆਇਆ ਸੀਗਾ ਪ੍ਰੀਤੋ ਹੈ ਨਾ, ਉਹਦਾ ਜਵਾਬ ਲਿਖਿਆ ਸੀ ਮੈਂ। ਅੱਛਾ ਜੀ। ਉਹ ਸੀਗਾ ਵੀ ਕੀ ਤੈਨੂੰ ਦੱਸਾਂ ਸੱਜਣਾ ਹਾਲ ਪ੍ਰੀਤੋ ਦੇ, ਤਲੀਆਂ ਉੱਤੇ ਮਹਿੰਦੀ ਤੇ ਚੂੜਾ ਲਾਲ ਪ੍ਰੀਤੋ ਦੇ, ਪਾ ਸ਼ਗਨਾਂ ਦੀ ਡੋਰੀ ਗੁੰਦੇ ਵਾਲ ਪ੍ਰੀਤੋ ਤੇ। ਉਹਦੇ 'ਚ ਲਾਈਨ ਸੀਗੀ ਜਿਹਦੇ ਕਰਕੇ ਉਹਨਾਂ ਨੂੰ ਹੋਇਆ ਸੀ, ਉਹ ਸੀਗਾ ਵੀ ਦਿਨ ਵਿਆਹ ਦੇ ਵਿੱਚ ਥੋੜ੍ਹੇ ਉਹ ਤਾਂ ਮਾਈਏ ਪੈ ਗਈ ਆ, ਤੇਰੀ ਪਸੰਦ ਦਾ ਸੂਟ ਗੁਲਾਬੀ ਲੱਗਣ ਲੈ ਗਈ, ਕੰਮ ਨਹੀਂ ਹੁਣ ਤੇਰੇ ਯਾਰ ਰਮਾਲ ਪ੍ਰੀਤੋ ਦੇ, ਤਲੀਆਂ ਉੱਤੇ ਮਹਿੰਦੀ। ਇਹ ਲਾਈਨ ਸੁਣ ਕੇ ਉਹਨਾਂ ਨੂੰ ਮਤਲਬ ਸੱਚੀ ਮੁੱਚੀ ਅਥਰੂ ਵਗਿਆ ਸੀ। ਤੇ ਜਦੋਂ ਇੰਨੇ ਵੱਡੇ ਸਟਾਰ ਦੇ ਅੱਖਾਂ ਦੇ ਵਿੱਚ ਅਥਰੂ ਵਜਨੇ ਤਾਂ ਫਿਰ ਮੇਰੀ ਉਹ ਪ੍ਰਾਪਤੀ ਹੈ। ਮੈਨੂੰ ਲੱਗਿਆ ਵੀ ਹਾਂ ਵੀ ਮੇਰੇ ਮਤਲਬ ਕੁਛ ਹੈ ਦਮ ਹੈ ਨਾ ਬਈ ਗੀਤਾਂ ਦੇ ਵਿੱਚ ਦਮ ਹੈ ਦੇ ਵਿੱਚ। ਬਿਲਕੁਲ ਪ੍ਰਮਾਤਮਾ ਇਸੇ ਗੀਤ ਨਹੀਂ ਮਤਲਬ ਐਕਚੁਅਲੀ ਸੰਧੂ ਸਾਹਿਬ ਨੂੰ ਮੇਲ ਵੀ ਇਸੇ ਗੀਤ ਕਰਕੇ ਮੇਰਾ ਹੋਇਆ ਸੀਗਾ। ਅੱਛਾ। ਹਾਂ ਮੈਨੂੰ ਅਸੀਂ ਉੱਥੇ ਪੰਜਾਬੀ ਭਵਨ ਬੈਠੇ, ਗੁਰਭਜਨ ਗਿੱਲ ਜੀ ਨੇ ਬੜੇ ਪਿਆਰ ਕਰਦੇ ਆ ਨਾ ਆਰਟਿਸਟਾਂ ਨੂੰ, ਲੇਖਕਾਂ ਨੂੰ। ਉਹਨਾਂ ਨੇ ਮੈਨੂੰ ਬੜੀ ਵਾਰੀ ਸੁਣਨਾ ਗਾਣਾ ਵੀ ਯਾਰ ਸੁਣਾ ਗਾਣਾ। ਉਦੋਂ ਮੇਰੀ ਚੜ੍ਹਦੀ ਦੀ ਉਮਰ ਸੀ, ਮੈਂ ਹੈ ਨਾ ਸਕੂਲ ਟਾਈਮ 'ਚ ਆਈ ਸੀ ਮੇਰਾ। ਉਹਨਾਂ ਨੇ ਬੜੀ ਮੇਰੀ ਇੰਟਰੋਡਕਸ਼ਨ ਵੀ ਕਰਾਉਣੀ ਵੀ ਆਹ ਦੇਖ ਯਾਰ ਗਾਣਾ ਲਿਖਿਆ ਕਿੱਦਾਂ, ਮਤਲਬ ਵੀ ਬੜਾ। ਤੇ ਉਹ ਫਿਰ ਸੰਧੂ ਸਾਹਿਬ ਨੂੰ ਉਹਨਾਂ ਨੇ ਆਹ ਗਾਣਾ ਸੁਣਾਇਆ ਸੀ, ਕਹਿੰਦਾ ਯਾਰ ਮੁੰਡਾ ਤੇਰੇ ਲੜ ਲਾਉਣਾ ਆ ਜਾ ਕੇ। ਉਹ ਕਹਿੰਦਾ ਮੈਂ ਕਹਿੰਦਾ ਗਾਣਾ ਸੁਣੀ ਫਿਰ ਜਵਾਬ ਦੇਈ। ਉਹ ਇਸ ਚੱਕਰ ਇਹਨੇ ਮਤਲਬ ਅੱਗੇ ਫਿਰ ਮੈਨੂੰ ਵਧਾਇਆ ਸੀ ਗਾਣੇ। ਅੱਛਾ, ਗਿੱਪੀ ਬਾਈ ਨਾਲ 8 ਟੇਪਾਂ ਆਈਆਂ ਸ਼ਾਇਦ? ਹਾਂ 8 ਐਲਬਮ 'ਚ। ਕੀ ਕਰ ਰਿਹਾ ਫਿਰ ਵੀ ਉਸ ਤੋਂ ਬਾਅਦ ਕੰਮ ਨਹੀਂ ਹੋਇਆ, ਜਾਂ ਫਿਰ ਉਸ ਤੋਂ ਬਾਅਦ ਤੁਸੀਂ ਆਪਣੇ ਰਾਹੇ ਹੋ ਆਪਣੇ ਰਾਹੇ? ਨਹੀਂ ਇੱਦਾਂ ਮਤਲਬ ਕਿ ਰੁਝੇਵੇਂ ਹੋਰ ਤਰ੍ਹਾਂ ਦੇ ਹੋ ਜਾਂਦੇ ਆ। ਮਤਲਬ ਉਹਨਾਂ ਦਾ ਜਦੋਂ ਹੈ ਨਾ ਹੋ ਗਿਆ ਫਿਲਮਾਂ ਵਾਲਾ ਸਿਸਟਮ ਸ਼ੁਰੂ ਹੋ ਗਿਆ, ਮੈਂ ਵੀ ਇੱਧਰ ਬਿਜੀ ਹੋ ਗਿਆ ਆਪਣੇ ਕੰਮਾਂ ਕਾਰਾਂ 'ਚ ਨਾ। ਮੈਂ ਗਾਵਾਂ ਦਾ ਫਾਰਮ ਪਾ ਲਿਆ ਸੀ ਉਹਨਾਂ ਟਾਈਮਾਂ ਦੇ ਵਿੱਚ। ਮੈਨੂੰ ਪਤਾ ਲੱਗ ਗਿਆ ਸੀ ਕਿ ਲੰਬਾ ਸਮੇਂ ਵਾਲੀ ਗੇਮ ਨਹੀਂ ਹੈਗੀ, ਇਹ ਇੱਦਾਂ ਹੀ ਆ ਵੀ ਇਹਨੂੰ ਹੈ ਨਾ ਤੁਸੀਂ ਜਿੰਨਾ ਚਿਰ ਜਲਦੀ ਸਮੇਟ ਲਓ, ਜੇ ਭਰਿਆ ਮੇਲਾ ਛੱਡ ਦੋ ਚੰਗੀ ਗੱਲ ਆ। ਤੇ ਜੇ ਅੱਗੇ ਫਿਰ ਹੈ ਨਾ ਉੱਦਾਂ ਦੀ ਉਹ ਮੈਂ ਗਾਵਾਂ ਦਾ ਫਾਰਮ ਪਾ ਲਿਆ ਪਿੰਡ। ਧੰਨਵਾਦ ਸ਼ੇਖ ਦੌਲਤ ਛੋਟੇ ਵੱਡੇ ਬਾਈਆਂ ਦਾ, ਜਗਦੇਵ ਮਾਨ ਨੇ ਪਾ ਲਿਆ ਪਿੰਡ ਵਿੱਚ ਫਾਰਮ ਗਾਈਆਂ ਦਾ। ਆਪ ਚੰਡੀਗੜ੍ਹ ਘੁੰਮਦਾ ਜੱਟ ਪਾ ਕੇ ਜੀਨਾ ਨਹੀਂ, ਲੇਵਾ ਧੋਣ ਫੁਆਰੇ ਧਾਰਾਂ ਕੱਢਣ ਮਸ਼ੀਨਾਂ ਨਹੀਂ। ਮੈਂ ਮਤਲਬ ਇਹ ਚੀਜ਼ਾਂ ਨੂੰ ਫਿਰ ਮੈਂ ਇੰਜੋਏ ਕਰਨਾ ਸ਼ੁਰੂ ਕਰਤਾ ਇੱਧਰ ਵੀ। ਫਿਰ ਮਤਲਬ ਥੋੜ੍ਹਾ ਹਾਂ ਮੈਂ ਜਦੋਂ ਤੁਸੀਂ ਵਰਤਾਰਾ ਰੋਜ਼ ਦਾ ਉਹ ਲਿਖਿਆ ਹੀ ਜਾਣਾ ਹੈ ਨਾ, ਕੁਛ ਨਾ ਕੁਛ ਆਈ ਜਾਂਦਾ ਰਹਿੰਦਾ। ਤੇ ਇਹ ਫਿਰ ਮੈਂ ਇੱਦਾਂ ਕਰਕੇ ਚਲੋ ਜੀ ਫਿਰ ਮੈਂ ਇੱਕ ਹੈਦਰਾਬਾਦ ਢਾਬਾ ਪਾ ਲਿਆ। ਉੱਥੇ ਵੀ ਸਿਸਟਮ ਚਲੋ ਇੱਦਾਂ ਕਰਕੇ ਸਾਰਾ ਕੁਛ ਹੀ ਕਰੋਨਾ ਕਰਕੇ ਸਾਰਾ ਕੁਝ ਬੰਦ ਆ ਹੁਣ ਤਾਂ ਹੈ ਨਾ, ਫਾਰਮ ਵੀ ਬੰਦ ਆ ਉਹ ਵੀ। ਤੇ ਹੁਣ ਅਸੀਂ ਫਿਲਮਾਂ ਵਾਲੇ ਪਾਸੇ ਹੋਏ ਹਾਂ। ਇੱਕ ਰਿਐਲਿਟੀ ਸ਼ੋਅ ਕਰਨ ਲੱਗਾ ਧਰਤੀ ਦਾ ਪੁੱਤ, ਕਿਉਂਕਿ ਖੇਤੀ ਕਰਨ ਵਾਲੇ ਜਿਹੜੇ ਬੰਦੇ ਆ ਐਕਚੁਅਲੀ ਸਾਡੇ ਹੀਰੋ ਉਹ ਆ। ਬਿਲਕੁਲ ਠੀਕ ਹੈ। ਫਿਲਮਾਂ ਵਾਲੇ ਜਾਂ ਗਾਉਣ ਵਾਲੇ ਸਾਡੇ ਹੀਰੋ ਨਹੀਂ ਹੈਗੇ। ਤੇ ਉਹ ਵਿਚਾਰੇ ਪਿੱਛੇ ਆ, ਉਹ ਕੋਈ ਰਿਸ਼ਤਾ ਹੀ ਨਹੀਂ ਕਰਦਾ ਉਹਨਾਂ ਨੂੰ ਹੈ ਨਾ, ਖੇਤੀ ਕਰਦਿਆਂ ਨੂੰ ਸੁਣ। ਉਹਦੇ 'ਤੇ ਮੈਂ ਤੇ ਹਰਜੋਤ ਭਾਜੀ ਅਸੀਂ ਇੱਕ ਪਲਾਨ ਕੀਤਾ ਕਿ ਇਹਦੇ 'ਤੇ ਕੀਤਾ ਜਾਵੇ। ਉਹ ਧਰਤੀ ਦਾ ਪੁੱਤ ਰਿਐਲਿਟੀ ਸ਼ੋਅ ਅਸੀਂ ਲੈ ਕੇ ਆ ਰਹੇ ਹਾਂ। ਇੱਕ ਤਾਂ ਉਹ 'ਚ ਖੇਤੀ ਕਰਨ ਵਾਲੇ ਮੁੰਡੇ ਹੀ ਆ।
ਤੇ ਉਹਨਾਂ ਨੂੰ ਟਰੈਕਟਰ ਪ੍ਰਾਈਜ਼ ਆ ਤੇ ਉਹ ਉਹਨਾਂ ਨੂੰ ਜਿੱਦਾਂ ਦਾ ਖਤਰੋਂ ਕੇ ਖਿਲਾੜੀ ਟਾਈਪ ਆ ਉਸ ਟਾਈਪ ਤੇ ਇਹਨਾਂ ਤੋਂ ਮਤਲਬ ਉਸ ਤਰ੍ਹਾਂ ਦੇ ਟਾਸਕ ਨੇ। ਕਲਾਕਾਰੀ ਦੇ ਵਿੱਚ ਵੀ ਆਪਣੇ ਆਪ ਨੂੰ ਅਜਮਾਇਆ ਤੁਸੀਂ? ਨਹੀਂ, ਮੈਂ ਮਤਲਬ ਉਹਦਾ ਮੈਂ ਸ਼ੌਕੀਆ ਗੀਤ ਕੀਤੇ ਆ, ਰਿਕਾਰਡ ਵੀ ਹੋਏ ਆ ਮੇਰੇ YouTube ਤੇ ਤੁਹਾਨੂੰ ਮਿਲ ਜਾਣਗੇ, ਪਰ ਮੈਂ ਉਹ ਸ਼ੌਕੀਆ ਹੀ ਕੀਤੇ ਆ, ਮੈਂ ਪ੍ਰੋਫੈਸ਼ਨਲੀ ਲਿਜ਼ਮ ਨਹੀਂ ਲੈ ਕੇ ਆਇਆ। ਮੈਂ ਬਸ ਉੱਦਾਂ ਹੀ, ਹਾਂ ਮਤਲਬ ਇਹ ਨਹੀਂ ਵੀ ਮੈਂ ਪਹਿਲਾਂ ਜਦੋਂ ਮੈਂ ਸ਼ੁਰੂ ਤੁਹਾਨੂੰ ਦੱਸਿਆ ਸੀ ਉਦੋਂ ਮੈਂ ਸ਼ੋਅ ਵੀ ਲਾਏ ਆ। ਅੱਛਾ। ਮੈਂ ਬੜੇ ਸ਼ੋਅ ਲਾਏ, ਮੇਰੇ ਨਾਲ ਬੜੀ ਮਤਲਬ ਹੋਏ ਸੀ। ਇੱਕ ਵਾਰੀ ਮੇਰੇ ਕੋਲੇ ਬੰਦੇ ਆ ਗਏ, ਮਤਲਬ ਗੱਲਾਂ ਇੱਦਾਂ ਹੀ ਆ, ਉਹ ਆ ਗਏ ਮੇਰੇ ਕੋਲੇ, ਮੈਨੂੰ ਕਹਿੰਦੇ ਵੀ ਯਾਰ ਬਿੰਦ ਰੱਖੀਆ ਕਰਨਾ। ਅੱਛਾ। ਵੀ ਕਰਵਾ ਕੇ ਦੇ। ਚਲੋ ਮੈਂ ਕਿਹਾ ਵੀ ਕਰੋ ਬਿੰਦ ਰੱਖੀਆ ਬੁੱਕ। ਫਿਰ ਉਹਨਾਂ ਦੀ ਲਿਸਟ ਦੇ ਸੀ ਸਰਬਜੀਤ ਚੀਮਾ, ਉਹ ਵੀ ਬੁੱਕ। ਇਵੇਂ 5-7 ਕਲਾਕਾਰ ਸੀ, ਮਨਮੋਹਨ ਵਾਰਸ ਭਾਜੀ ਹੋਰੀ, ਇੱਦਾਂ ਹੀ ਜੈਜੀ ਵੀ ਹੈ ਨਾ। ਇਹ ਮਤਲਬ ਇੱਕ ਲਿਸਟ ਸੀ ਉਹਨਾਂ ਕੋਲੇ। ਇਹਨਾਂ ਦਾ ਰੇਟ 70 ਤੋਂ 90 ਹਜ਼ਾਰ ਰੁਪਈਆ ਉਸ ਟਾਈਮ ਸੀਗਾ। ਮੈਂ 15-20 ਹਜ਼ਾਰ 'ਚ ਪ੍ਰੋਗਰਾਮ ਕਰ ਦਿੰਦਾ ਸੀ। ਅੱਛਾ। ਮੇਰਾ ਨਾ ਇੱਕ ਦਿੱਲੀ ਦੂਰਦਰਸ਼ਨ ਤੋਂ ਪ੍ਰੋਗਰਾਮ ਆਇਆ ਸੀ, ਉਹਦੇ 'ਚ ਮੇਰਾ ਸੀ ਗਾਣਾ ਵਿਸਾਖੀ। ਮਤਲਬ ਉਹ 'ਚ ਕਲਾਕਾਰ ਵੀ ਸੀਗੇ, ਸਰਬਜੀਤ ਚੀਮਾ ਸੀ ਤੇ ਮਨਮੋਹਨ ਵਾਰ ਸੀ, ਬਿੱਟੀ ਸੀ, ਇੱਦਾਂ ਦੇ ਉਹ ਸਿੰਗਰ ਸੀ। ਮੈਂ ਹੀ ਇਕੱਲਾ ਨਵਾਂ ਸੀ ਉਹ 'ਚ, ਬਾਕੀ ਸਾਰੇ ਪੁਰਾਣੇ, ਹਰਭਜਨ ਮਾਨ ਭਾਜੀ, ਇਹ ਸਾਰੇ। ਤੇ ਮੈਂ ਨਾ ਉਹਦੇ 'ਚ ਉਹ ਮੇਰੀ VHS ਕੀਤੀ ਹੋਈ ਸੀ, ਰਿਕਾਰਡਿੰਗ ਕੀਤੀ ਹੋਈ ਸੀ TV ਤੋਂ। ਉਹ ਜਦੋਂ ਚਾਹ ਚੂ ਪੀਣ ਲੱਗੇ ਮੈਂ ਉਹਨਾਂ ਨੂੰ ਲਾ ਦਿੱਤੀ। ਮੈਨੂੰ ਕਹਿੰਦਾ ਯਾਰ ਤੂੰ ਵੀ ਵਧੀਆ ਗਾਉਣਾ, ਤੂੰ ਕਿੰਨੇ ਕੁ ਪੈਸੇ ਲੈਣਾ? ਅੱਛਾ। ਮੈਂ ਕਿਹਾ ਜੀ ਮੈਂ ਇਹਨਾਂ ਨੂੰ ਕਹਿੰਦਾ ਮੈਂ 20,000 ਲੈਣਾ, ਇਹਨੇ ਮੈਨੂੰ ਕਰਨਾ ਹੀ ਨਹੀਂ, ਮੈਨੂੰ ਨਹੀਂ ਕਰਨਾ ਨਾ। ਮੈਂ ਕਿਹਾ ਭਾਜੀ ਪੈਸੇ ਤਾਂ ਅਸੀਂ ਇੱਕੋ ਜਿਹੇ ਲੈਂਦੇ ਹਾਂ, ਇੱਕੋ ਜਿਹਾ ਹੀ ਹੈ ਨਾ, ਬਈ 80-90 ਹਜ਼ਾਰ ਰੁਪਈਆ ਲੈ ਲਈਦਾ, ਬਈ ਇੱਕੋ ਜਿਹਾ ਹੀ ਆ ਸਾਡਾ ਰੇਟ, ਇੰਨੇ ਕੀ ਲਈਦੇ ਪਏ। ਕਹਿੰਦੇ ਯਾਰ ਫਿਰ ਤੂੰ ਹੀ ਗੱਲ ਸਾਡੇ, ਤੂੰ ਕਾਹਤੇ ਨਹੀਂ ਗਾਉਂਦਾ? ਮੈਂ ਕਿਹਾ ਜੀ ਮੈਂ ਕੋਈ ਨਾ, ਤੁਹਾਡੀ ਚੁਆਇਸ ਉਹ ਸੀ, ਮੈਂ ਤਾਂ ਨਹੀਂ ਕਿਹਾ। ਕਹਿੰਦੇ ਯਾਰ ਤੂੰ ਹੀ ਚੱਲ। ਮੈਂ ਕਿਹਾ ਠੀਕ ਆ। ਕਹਿੰਦੇ ਸਾਥੋਂ ਕਹਿੰਦੇ, ਮੈਂ ਕਿਹਾ ਜੋ ਮਰਜ਼ੀ ਦੇ ਦਿਓ, ਮੈਂ ਕੀ ਕਰਨਾ ਹੈ ਨਾ। ਉਹ ਜੀ ਮੈਨੂੰ 20,000 ਰੁਪਈਆ ਤਾਂ ਸਾਈ ਫੜਾ ਗਏ ਤੇ 70,000 ਰੁਪਈਆ ਮੈਨੂੰ ਕਹਿ ਗਏ ਵੀ 50 ਹੋਰ ਦੇਣਾ। 70,000 ਰੁਪਈਏ 'ਚ ਮੈਨੂੰ ਬੁੱਕ ਕਰ ਗਏ। ਅੱਛਾ। ਮੋਹਨ ਇੰਟਰਨੈਸ਼ਨਲ ਸੀ ਅੰਮ੍ਰਿਤਸਰ ਸ਼ੋਅ, ਬੜਾ ਵੱਡਾ ਸੀ, ਤਿਆਰੀ ਤੁਰੀ ਕਰਕੇ ਫੁੱਲ ਫਿਰ ਨਾ ਸ਼ੋਅ ਵੀ ਉੱਦਾਂ ਦਾ ਕਰਨ। ਭਾਈ ਸਾਹਿਬ ਅਸੀਂ ਫਿਰ ਲਾਇਆ ਸ਼ੋਅ। ਉਹ ਮਤਲਬ ਉਹ ਸ਼ੋਅ ਤੋਂ 70,000 ਉਹਨਾਂ ਨੇ ਦਿੱਤਾ, 1,40,000-42,000 ਰੁਪਈਆ ਉੱਪਰੋਂ ਹੋ ਗਿਆ। ਅੱਛਾ ਜੀ, ਬਾਹਰ ਨੇ? ਹਾਂ, ਜਿਹੜਾ ਮੈਨੂੰ ਹੋਇਆ। ਤਾਂ 2-2.5 ਲੱਖ ਰੁਪਈਆ ਮਤਲਬ ਮੈਂ ਘਰੇ ਲੈ ਕੇ ਆਏ ਉਸ ਵੇਲੇ। ਮਤਲਬ ਇੱਦਾਂ ਦੀਆਂ ਉਹ ਸਥਿਤੀਆਂ ਹੀ ਇੱਦਾਂ ਦੀਆਂ ਸੀਗੀਆਂ, ਬੜਾ ਮਤਲਬ ਹੋਰ ਹੀ ਤਰ੍ਹਾਂ ਦੀ ਦੁਨੀਆ ਸੀ ਉਹ। ਤੇ ਉਹ ਤੋਂ ਬਾਅਦ ਫਿਰ ਆਹ ਹੋ ਗਿਆ ਮੈਨੂੰ, ਹੈ ਨਾ, ਅਟੈਕ ਜਿਹਾ ਹੋ ਗਿਆ, ਤਦ ਕਰਕੇ ਫਿਰ ਬੰਦ ਹੋ ਗਿਆ ਮੈਂ। ਕੀ ਪ੍ਰੋਬਲਮ ਹੋ ਗਈ ਸੀ ਬਾਈ? ਪਤਾ ਨਹੀਂ, ਸਮਝੋ ਬਾਰੀ ਮਤਲਬ ਮੈਂ ਰਾਤ ਨੂੰ ਪਿਆ ਵਾਂ, ਸਵੇਰੇ ਜਦੋਂ ਉੱਠਿਆ ਤੇ ਉਹ ਦਿਨ ਦੀ ਗੱਲ ਆ। ਮੈਂ ਨਾ ਕੀ ਕੀਤਾ, ਜਦੋਂ 2.25 ਲੱਖ ਰੁਪਏ ਆਇਆ ਤੇ ਮੈਂ ਬੜਾ ਰਾਤ ਜਿਹਨੂੰ ਆਇਆ ਸੀ ਤੇ ਮੈਂ ਨੋਟ ਨਾ ਮੰਜੇ ਤੇ ਵਿਛਾ ਲਏ, ਬੈੱਡ ਤੇ ਆਪਦੇ ਵਿਛਾ ਕੇ ਤੇ ਉੱਤੇ ਰਜਾਈ ਲਾ ਕੇ ਪੈ ਗਿਆ। ਮੈਂ ਸਵੇਰੇ ਉੱਠਿਆ, ਪਤਾ ਨਹੀਂ ਤਾਂ ਉਹਦੇ 'ਚ ਪਤਾ ਨਹੀਂ BP ਵੱਧ ਗਿਆ, ਪਤਾ ਨਹੀਂ ਕੀ ਹੋਇਆ, ਜਾਣੀ ਉੱਦਾਂ ਖੁਸ਼ੀ ਜੀ, ਇਹ ਸਾਰਾ ਸਿਸਟਮ ਹੋ ਗਿਆ। ਉਦੋਂ ਮੁੜ ਕੇ ਫਿਰ ਮੈਂ 6-7 ਮਹੀਨੇ ਮੈਂ ਬੈੱਡ ਤੇ ਰਿਹਾ। ਚਲੋ ਠੀਕ ਹੋ ਗਿਆ ਨਾ, ਮਿੱਤਰ ਪਤਾ ਲੱਗੇ ਸਾਰਾ ਸਿਸਟਮ ਠੀਕ। ਉਦੋਂ ਬਾਅਦ ਫਿਰ ਮੈਨੂੰ ਪਤਾ ਲੱਗ ਗਿਆ ਸੀ ਵੀ ਹੁਣ ਨਹੀਂ ਗਾਇਆ ਜਾਣਾ। ਫਿਰ ਮੈਂ ਸਟੇਜਾਂ ਬੰਦ ਕਰਤੀਆਂ, ਫਿਰ ਇੱਧਰ ਹੋ ਗਏ। ਚਲੋ ਕਰਦੇ ਫਿਰ ਆਹ ਚੀਜ਼ਾਂ ਹੋ ਗਈਆਂ। ਤੇ ਫਿਰ ਮੇਰੇ ਬੇਟਾ ਪ੍ਰੋਬਲਮ ਆ ਗਈ ਸੀ, ਉਹ ਡਿੱਗ ਗਿਆ ਛੱਤ ਤੋਂ, ਉਹਦੀ ਸਕਲ ਟੁੱਟ ਗਈ ਸੀ। ਉਦੋਂ ਬਾਅਦ ਫਿਰ ਮੈਨੂੰ ਫੀਲਡ ਨੂੰ ਥੋੜ੍ਹਾ ਜਿਹਾ ਬੈਕਅਪ ਲੈਣਾ ਪਿਆ, ਪਰਿਵਾਰ ਦੇ ਬੱਚੇ ਨੂੰ ਸੰਭਾਲਣ ਕਰਕੇ। ਉਹ ਟਾਈਮ ਕਾਫੀ ਮੈਂ ਉਹਦੇ ਤੇ ਦਿੱਤਾ। ਗੱਲਾਂ ਤਾਂ ਵਿੱਚ ਉਹੀ ਗੱਲ ਆ ਵੀ ਲੋਕਾਂ ਦੀਆਂ ਅਫਵਾਹਾਂ ਤਾਂ ਗੱਲਾਂ ਤਾਂ ਵਿੱਚ ਇਹ ਵੀ ਹੁੰਦੀਆਂ ਨੇ ਕਿ ਯਾਰ ਗਿੱਪੀ ਬਾਈ ਨਾਲ ਚੰਗਾ ਸੀ, ਉਸ ਤੋਂ ਬਾਅਦ ਟੁੱਟਾ ਹੋ ਗਿਆ। ਬਹੁਤ ਗੱਲਾਂ ਲੋਕਾਂ ਤੋਂ ਚਾਹੀਦੀਆਂ, ਉਹ ਕੋਈ ਨਹੀਂ ਹੈ। ਸਾਡੀ ਹੁਣ ਵੀ ਇਕੱਠੇ ਆ ਰੀਹੀਟਡ ਤੋਂ ਨਾ ਆਇਆ। ਫਿਰ ਤੁਸੀਂ ਮੈਨੂੰ ਕੋਈ ਬੰਦਾ ਦੱਸ ਦੇਵੇ ਬਈ ਰੀਹੀਟਡ ਉਹ ਜਿਹੜੀ ਟੇਪ ਆਈ ਆ ਹੁਣ, ਜਿਹੜੀ ਉਹ 'ਚ ਇਸ ਗਾਣੇ ਤੋਂ ਬਿਨਾਂ ਕਿਸੇ ਨੂੰ ਦੂਜੇ ਗਾਣੇ ਚੇਤੇ ਹੋਣ ਵੀ ਕਿਹੜੇ ਸੀ, ਹੋਰ ਦੱਸ ਦੇਵੇ ਕੋਈ ਦੱਸ ਦੇਵੇ ਵੀ ਉਹਦੇ ਵਿੱਚ 30 ਗਾਣੇ ਸੀ ਨਾ ਉਹ ਕੈਸ਼ ਦੇ ਵਿੱਚ, ਇਹ ਗਾਣੇ ਤੋਂ ਬਿਨਾਂ ਫਿਰ ਤੁਸੀਂ ਦੱਸ ਦਿਓ, ਜਿਹਨੇ ਸੁਣੀ ਕੈਸ਼ ਫਿਰ ਦੱਸ ਦੇਵੇ ਕਿਹੜਾ ਗਾਣਾ ਚੇਤੇ, ਹੈ ਨਾ। ਉਹ ਇਹ ਚੀਜ਼ਾਂ ਸਾਡੇ ਸਾਡਾ ਹੈਗਾ, ਸਾਡਾ ਉਵੇਂ ਹੀ ਪਿਆਰ ਆ, ਉੱਦਾਂ ਹੀ ਉਹਨਾਂ ਦੇ ਰੁਝੇਵੇਂ ਆਪਦੇ ਮੇਰੇ ਆਪਣੇ। ਬਿਲਕੁਲ। ਤਾਂ ਚੰਗਾ ਲੱਗਦਾ ਕਿ ਜਿਹੜੇ ਕਲਾਕਾਰ ਨੂੰ ਮਾਰਕੀਟ ਦੇ ਵਿੱਚ ਲਿਆਂਦਾ, ਜਿਹੜੇ ਕਲਾਕਾਰ ਦੇ ਨਾਲ ਗੀਤ ਹਿੱਟ ਹੋਏ ਤੇ ਅੱਜ ਬੁਲੰਦੀਆਂ ਦੇ ਉੱਪਰ ਹਾਲੀਵੁੱਡ। ਨਹੀਂ, ਮੈਂ ਲਿਖਿਆ ਵੀ ਇਹ ਵੀ ਲਾਈਟ ਨਾ ਨਹੀਂ ਲੈ ਜੀ ਸ਼ੇਖ ਦੌਲਤ ਦੇ ਮਾਨ ਨੂੰ, ਉਹਦੇ ਬੀਜੇ ਬੂਟੇ ਅੱਜ ਛੋਹਦੇ ਅਸਮਾਨ ਨੂੰ। ਸਟਾਰ ਕਈ ਬਣਾਏ ਆ ਤੇ ਕਈ ਰੋਟੀ ਪਾਏ ਆ, ਗਾਣੇ ਜਗਦੇਵ ਦੇ ਤੋਂ ਸੁਣੀ ਲਾ ਕੇ ਡਿੱਕ ਤੇ, ਹੈ ਨਾ। ਨਹੀਂ, ਮੈਂ ਇਹ ਚੀਜ਼ਾਂ ਮੇਰੀਆਂ ਮਤਲਬ ਹੈਗਾ, ਬਾਬੇ ਦੀ ਕਿਰਪਾ ਇੰਨੀ ਹੈਗੀ ਵੀ ਆਪਾਂ ਇਹਨੂੰ ਮਤਲਬ ਜਗਦੇਵ ਸਕੂਨ ਵਾਲੀ ਮੇਰਾ ਨਜ਼ਾਰਾ ਦੇਖੋ। ਮੈਂ ਸੌਂ ਜਾ, ਮੇਰੀ ਆਪਣੀ ਮਰਜ਼ੀ ਹੈ ਮੈਂ ਕਿੰਨੇ ਵਜੇ ਉੱਠਣਾ, ਮੇਰੀ ਆਪਣੀ ਮਰਜ਼ੀ ਮੈਂ ਕਿੰਨੇ ਵਜੇ ਸੌਣਾ। ਅੱਛਾ। ਮੈਨੂੰ ਕੋਈ, ਮੈਂ ਪ੍ਰਮਾਤਮਾ ਨੂੰ ਮੰਨਦਾ
ਮੈਨੂੰ ਪਤਾ ਵੀ ਜੋ ਹੋਣਾ ਉਹ ਪਹਿਲਾਂ ਲਿਖਿਆ ਉਵੇਂ ਹੀ ਹੋਣਾ, ਤੁਸੀਂ ਜੋ ਮਰਜ਼ੀ ਕਰੀਓ, ਚਿੰਤਾ ਕੋਈ ਨਹੀਂ। ਮੈਂ ਜੇ ਪਿੰਡ ਇੱਥੋਂ ਮੈਨੂੰ ਤੁਰ ਕੇ ਜਾਣਾ ਪਵੇ ਪਿੰਡ ਤਾਂ ਵੀ ਮੈਨੂੰ ਕੋਈ ਨਹੀਂ। ਜੇ ਮੈਨੂੰ ਮਤਲਬ ਮੈਂ ਮਸਡੀ 'ਚ ਬੈਠਾ ਹਾਂ ਜਾਂ BW ਵਿਮਰ 'ਚ ਬੈਠਾ ਹਾਂ ਜਾਂ LC 'ਚ, ਮੈਨੂੰ ਕੋਈ ਪਰਵਾਹ ਨਹੀਂ। ਮੈਂ 5 ਸਟਾਰਾਂ ਦੀ ਜ਼ਿੰਦਗੀ ਵੀ ਭੋਗਦਾ ਅਤੇ ਮੈਂ ਘਰੇ ਬਿਲਕੁਲ ਦੇਸੀ ਤਰੀਕੇ ਨਾਲ ਰਹਿਣਾ। ਮੇਰਾ ਕੋਈ ਐਂ ਨਹੀਂ ਹੈ। ਮੈਂ ਜਦੋਂ ਮਤਲਬ ਤੁਸੀਂ ਇਹ ਨਹੀਂ ਹੈ ਵੀ ਯਾਰ 5 ਸਟਾਰ ਤਾਂ ਇਹ ਲਾਈਫ ਹੈ ਨਾ ਜਿਹੜੀ, ਇਹਨੂੰ ਇੰਜੋਏ ਕਰੋ। ਇਹ ਬਾਹਰ ਮੁੜ ਕੇ ਮਿਲਣੀ ਨਹੀਂ ਹੈਗੀ, ਠੀਕ ਹੈ ਜੀ। ਤੁਸੀਂ ਆਪਣਾ ਜੋ ਤੁਹਾਨੂੰ ਲੱਗਦਾ ਕਿ ਤੁਸੀਂ ਕਰ ਸਕਦੇ ਹੋ ਕਰੋ, ਕਿਸੇ ਦਾ ਮਾੜਾ ਨਾ ਕਰੋ, ਕਿਸੇ ਦਾ ਮਾੜਾ ਸੋਚੋ ਨਾ। ਬਾਕੀ ਤੁਹਾਨੂੰ ਕੋਈ ਪ੍ਰੋਬਲਮ ਜਿਹੜਾ ਉਹ ਤੇ ਨੀਲੀ ਛੱਤ ਵਾਲਾ ਆਉਣ ਹੀ ਨਹੀਂ ਦਿੰਦਾ। ਮਤਲਬ ਜਿਹੜੀ ਉਹਨੇ ਤੁਹਾਡੇ ਲਈ ਸਾਰਾ ਕੁਝ ਸੈਂਚਾ ਘੜ ਕੇ ਹੀ ਭੇਜਿਆ, ਤੁਹਾਨੂੰ ਭੇਜਿਆ ਹੀ ਇਸ ਕਰਕੇ ਵੀ ਤੁਸੀਂ ਤੁਰੇ ਚੱਲੋ, ਠੀਕ ਹੈ। ਜੇ ਲਾਲਚ ਕਰੋਗੇ ਤੁਸੀਂ ਬਹੁਤ ਸਾਰੀਆਂ ਚੀਜ਼ਾਂ ਖਾਸ਼ਾਂ ਪਾਲੀ ਜਾਓਗੇ, ਫਿਰ ਤੁਸੀਂ ਆਪੇ ਹੀ ਦੁਖੀ ਹੋਵੋਗੇ ਆਪੇ ਹੀ, ਠੀਕ ਹੈ ਜੀ। ਅਤੇ ਤੁਸੀਂ ਇੰਨਾ ਕਹਾ ਕਿ ਤੁਹਾਡੇ ਬੱਚੇ ਆਗਿਆਕਾਰੀ ਹੋਣ ਤੁਹਾਡੇ ਨਾਲ, ਉਹ ਠੀਕ ਹੈ। ਤੁਸੀਂ ਆਪਣਾ ਵਧੀਆ ਤਰੀਕੇ ਨਾਲ ਜ਼ਿੰਦਗੀ ਜਿਵੇਂ ਤੁਹਾਨੂੰ 4 ਬੰਦੇ ਜਾਣਦੇ ਆ, ਠੀਕ ਹੈ। ਰੋਟੀ ਵਧੀਆ ਖਾਂਦੇ ਹੋ ਤੁਸੀਂ, ਆਪਦਾ ਲੀੜਾ ਲੱਤਾ ਵਧੀਆ ਪਾਉਂਦੇ ਹੋ। ਹੋਰ ਤੁਹਾਨੂੰ ਕੀ ਚਾਹੀਦਾ ਜੇ ਐਵੇਂ ਭੱਜੇ ਫਿਰਾਂਗੇ ਜੀ। ਉਹਦੇ ਬਾਕੀ ਤਾਂ ਬੈਂਕਾਂ 'ਚ ਹੀ ਰਹਿ ਜਾਣਾ। ਬਿਲਕੁਲ ਬਿਲਕੁਲ ਠੀਕ ਹੈ ਜੀ। ਜਿਹੜਾ ਬੈਂਕਾਂ 'ਚ ਰਹਿ ਜਾਣਾ ਉਹ ਨਾ ਤੁਹਾਡੇ ਕੰਮ, ਨਾ ਪਤਾ ਨਹੀਂ ਕਿਹਨੇ ਰੱਖਣਾ। ਜੇ ਕਦੇ ਨੋਟਬੰਦੀ ਵਾਲਾ ਕੰਮ ਹੋ ਗਿਆ ਫਿਰ ਪਤਾ ਨਹੀਂ ਕਦੋਂ ਇਹਨਾਂ ਲੈ ਜਾਣਾ। ਇਹ ਫਿਕਰਾਂ 'ਚ ਉਨਾ ਕੁ ਰੱਖੋ ਜਿੰਨਾ ਤੁਹਾਡੀ ਜੇਬ 'ਚ ਹੈ, ਬਸ ਠੀਕ ਹੈ। ਗੁੱਡ ਆ ਸਾਰਾ ਸਿਸਟਮ। ਅੱਛਾ, ਅੱਜ ਕੱਲ੍ਹ ਦੀ ਕਲਾਕਾਰੀ ਸੁਣਦੇ ਹੋ, ਕਲਾਕਾਰਾਂ ਨੂੰ ਸੁਣਦੇ ਪਸੰਦ? ਯਾਰ ਮੈਨੂੰ ਸੱਚੀ ਮੁੱਚੀ ਕਸਮ ਨਾਲ ਮੈਨੂੰ ਪਤਾ ਹੀ ਨਹੀਂ ਵੀ ਕਿਹੜੇ ਕਿਹੜੇ ਕਲਾਕਾਰ। ਮੈਨੂੰ ਕੋਈ ਬੰਦਾ ਦੱਸ ਦਿੰਦਾ ਵੀ ਆ ਜਰਾ ਕਲਾਕਾਰ ਆ, ਮੈਂ ਗਾਣੇ ਸੁਣੇ ਨਹੀਂ ਨਾ। ਜੇ ਮੈਂ ਕਦੇ ਵਾਰੀ ਕੋਈ ਸੁਣ ਲਾਂ, ਹਾਂ ਮੈਨੂੰ ਨਾ ਮੈਂ ਮਤਲਬ ਸਿੱਧੂ ਮੂਸੇਵਾਲੇ ਦਾ ਇੱਕ ਗਾਣਾ ਸੁਣਿਆ, ਮੈਨੂੰ ਬੜੀ ਵਧੀਆ ਲੱਗਾ। ਬਾਕੀ ਨਹੀਂ ਮੈਨੂੰ ਵਧੀਆ ਲੱਗੇ। ਮੈਂ ਮਾੜੇ ਮੋਟੇ ਕਿਤੇ ਗੱਡੀ 'ਚ ਬੈਠੇ ਜਾਂ ਬੇਹੱਥ ਸੁਣ ਲੈਂਦਾ। ਇੱਕ ਗਾਣਾ ਮੈਨੂੰ ਬੜਾ ਵਧੀਆ ਲੱਗਾ, ਜਿਹੜਾ ਉਹ ਮੈਂ ਕਈ ਵਾਰੀ ਸੁਣਿਆ, ਮਤਲਬ ਮੈਂ ਸ਼ੇਅਰ ਵੀ ਕੀਤਾ ਫੇਸਬੁੱਕ 'ਤੇ ਕਈ ਗੱਲਾਂ 'ਚ, ਹੈ ਨਾ। ਉਹ ਸੀਗਾ ਜਿਹੜਾ ਹੁਣੇ ਆ ਟੇਪ 'ਚ ਆਇਆ ਸੀਗਾ ਯਾਰ, ਉਹ ਸੀਗਾ ਗਾਣਾ ਚੱਲਣੋਂ ਹਟਾਤੇ ਵੱਲ ਗਏ। ਹਾਂ, ਉਹ ਮੈਨੂੰ ਬੜਾ ਵਧੀਆ ਲੱਗਾ। ਉਹਦੀ ਤਰਜ਼ ਸੀ, ਚਮਕੀਲੇ ਦੀ ਵਾਲੀ ਤਰਜ਼ ਸੀ ਉਹਦਾ ਬੜਾ ਮਿਊਜ਼ੀਕਲੀ ਵੀ ਉਹ ਬੜਾ ਵਧੀਆ ਸੀ। ਉਹ ਲਿਖਿਆ ਵੀ ਬੜਾ ਵਧੀਆ, ਮਤਲਬ ਉਹ ਹਰ ਤਰ੍ਹਾਂ ਬੜਾ ਪਿਆਰਾ ਗੀਤ, ਮੈਨੂੰ ਬਹੁਤ ਸੋਹਣਾ ਲੱਗਾ। ਆਪਦੇ ਦਿਲ ਦੇ ਨੇੜੇ। ਹਾਂ, ਮੈਨੂੰ ਬਹੁਤ ਸੁਣਿਆ ਉਹਨੂੰ, ਬਹੁਤ ਸੁਣਿਆ। ਕਈ ਵਾਰੀ ਕਦੇ ਹੁੰਦਾ ਵੀ ਬੰਦਾ ਆਪਦੇ ਆਪ ਨੂੰ ਉੱਥੇ ਰੱਖ ਕੇ ਦੇਖਦਾ। ਨਹੀਂ ਵੈਸੇ ਹੀ ਮੈਨੂੰ ਜਿਹੜੀ ਚੀਜ਼ ਮੈਂ ਕਦੇ ਨਹੀਂ ਇੱਦਾਂ ਨਹੀਂ ਰੱਖਿਆ ਵੀ ਕਿੱਥੇ ਰੱਖਿਆ। ਤੁਹਾਨੂੰ ਇਹ ਗੀਤ ਸੰਗੀਤ ਆ ਜਿਹੜਾ ਤੁਹਾਡੀ ਰੂਹ ਨੂੰ ਚਾਹੀਦਾ, ਜਿਹੜਾ ਤੁਹਾਨੂੰ ਲੱਗੇ ਯਾਰ ਵੀ ਕੰਨ ਰਸ ਆ, ਜੀ 'ਚ ਕੰਨ ਰਸ ਹੋਵੇ ਜਾਂ ਸੁਣ ਕੇ ਕੋਈ ਚੰਗਾ ਲੱਗੇ। ਮੈਨੂੰ ਵਧੀਆ ਲੱਗਾ ਉਹ ਗਾਣਾ, ਮੈਨੂੰ ਸੱਚੀ ਮੁੱਚੀ ਬਹੁਤ ਵਧੀਆ ਲੱਗਾ। ਅੱਛਾ, ਸਿੱਧੂ ਦਾ ਗੀਤ? ਹਾਂ, ਸਿੱਧੂ ਮੂਸੇਵਾਲਾ। ਹਾਲਾਂਕਿ ਮੈਂ ਉਹਦਾ ਕੋਈ ਹੋਰ ਗੀਤ ਮੈਨੂੰ ਯਾਦ ਹੀ ਨਹੀਂ, ਨਾ ਮੈਂ ਕਿਤੇ ਸੁਣਿਆ, ਠੀਕ ਹੈ। ਪਰ ਉਹ ਗੀਤ ਚੰਗਾ ਲੱਗਿਆ ਵੀ ਨਵੀਂ ਕਲਾਕਾਰੀ ਦੇ ਵਿੱਚ। ਲੱਗਦਾ ਵੀ ਜਿਹੜੀ ਨਵੀਂ ਕਲਾਕਾਰੀ, ਲੱਗਦਾ ਵੀ ਇਹਦੇ ਵਿੱਚ ਵੀ ਚੰਗੇ ਕਰਨ ਵਾਲੇ ਹੈਗੇ ਆ ਮੁੰਡੇ, ਨਹੀਂ ਕੁੜੀਆਂ? ਬਹੁਤ ਕੁਛ ਹੈਗਾ, ਇਹ ਨਹੀਂ ਹੈ ਵੀ ਨਹੀਂ ਹੈ ਯਾਰ। ਟੇਲੈਂਟ ਨੇ ਸਾਰੇ ਬਹੁਤ ਵਧੀਆ, ਉਹਨਾਂ ਕੋਲੇ ਵਿਜ਼ਨ ਆ, ਠੀਕ ਆ। ਹੁਣ ਜੇ ਤੁਸੀਂ ਨਵੀਂ ਮੁੰਡੇ ਆ, ਇੱਥੋਂ ਜਾ ਕੇ ਖਾਲੀ ਹੱਥ ਟੈਚੀ ਲੈ ਕੇ ਜਾ ਕੇ ਉੱਥੇ ਬਾਹਰ ਪੜ੍ਹਦੇ ਵੀ ਆ, ਫੀਸਾਂ ਵੀ ਕਰ ਦਿੰਦੇ ਆ, ਫਿਰ ਪਿੰਡਾਂ ਘਰੇ ਵੀ ਭੇਜਦੇ ਆ, ਕਾਰਾਂ ਗੱਡੀਆਂ ਵੱਡੀਆਂ ਲੈ ਕੇ ਲਾਈਫ ਜਿਉ ਰਿਹਾ। ਤਾਂ ਉਹਨਾਂ ਦਾ ਵਿਜ਼ਨ ਤਾਂ ਹੈ ਨਾ ਕੋਈ, ਉਹ ਮਿਹਨਤੀ ਤਾਂ ਹੈਗੇ ਆ ਨਾ। ਇਵੇਂ ਇਹ ਜਿਹੜੇ ਸਿੰਗਿੰਗ ਲਾਈਨ ਦੇ ਵਿੱਚ ਵੀ ਮੁੰਡੇ ਵਧੀਆ ਹੈਗੇ ਆ। ਇਹ ਆ ਵੀ ਥੋੜ੍ਹਾ ਜਿਹਾ ਉਹਨਾਂ ਨੂੰ ਕੁਛ ਪਤਾ ਨਹੀਂ, ਜਾਂ ਗਾਈਡੈਂਸ ਦੀ ਘਾਟ ਆ, ਜਾਂ ਕਿਸੇ ਵੀ ਤਰੀਕੇ ਨਾਲ ਉਹਨਾਂ ਨੂੰ ਥੋੜ੍ਹਾ ਜਿਹਾ ਨਾ ਪੜ੍ਹਨ ਵੱਲ ਜ਼ਿਆਦਾ ਧਿਆਨ ਦੇਣਾ ਚਾਹੀਦਾ। ਥੋੜ੍ਹਾ ਜਿਹਾ ਸਾਹਿਤਕ ਟੱਚ ਉਹਨਾਂ ਨੂੰ ਫਿਰ ਆਉਣਾ ਸ਼ੁਰੂ ਹੋਊਗਾ, ਜਦੋਂ ਹਲੇ ਤਾਂ ਉਹਨਾਂ ਦੀ ਖੂਨ ਦੀ ਗਰਮੀ ਹੀ ਕੱਢਦੇ ਆ ਉਹ, ਜਦੋਂ ਉਹ ਦੱਸਿਆ। ਅੱਛਾ, ਹਾਂ, ਬਸ ਉਹ ਚੀਜ਼ ਆ, ਗੀਤਾਂ ਰਾਹੀਂ ਖੂਨ ਦੀ ਗਰਮੀ ਆ, ਉਹੀ ਨਿਕਲਦੀ। ਕਦੇ ਉਹਦੇ ਲੱਗ, ਕਦੇ ਉਹਦੇ। ਹਾਂ, ਇਹ ਪਹਿਲਾਂ ਤਾਂ ਨਹੀਂ ਹੁੰਦਾ ਸੀ ਮਤਲਬ ਲਾ ਕੇ ਕਿਸੇ ਨਾ ਕਿਤੇ? ਨਹੀਂ, ਪਹਿਲਾਂ ਤਾਂ ਗੀਤ ਹੁੰਦੇ ਸੀ ਯਾਰ। ਗੀਤ ਮਤਲਬ ਐਂਟਰਟੇਨਮੈਂਟ ਦਾ ਸਾਧਨ ਸੀ। ਹੁਣ ਤਾਂ ਕਿਹੜਾ ਕੱਢਣ ਨਾਲ ਲੱਗ ਕੇ ਦੁਸ਼ਮਣੀਆਂ, ਮਤਲਬ ਅੱਗੇ ਗੋਲੀ ਨਾਲ ਮਾਰਦਾ ਸੀ ਬੰਦਾ, ਹੁਣ ਇੱਦਾਂ ਹੀ ਕਰੀ ਜਾਂਦੇ। ਉਹਦੇ 'ਤੇ ਕਰ ਉਹ ਇਹ ਜਾਣ ਕੇ ਗੇਮ ਵੀ ਆ, ਇਹ ਉੱਦਾਂ ਹੀ ਮਤਲਬ ਇੱਕ ਤਰ੍ਹਾਂ ਨਾਲ ਜਾਣ ਬੁੱਝ ਕੇ ਗੇਮਾਂ ਪਾਈ ਜਾਂਦੇ ਵੀ ਤੂੰ ਮੈਨੂੰ ਕੀ ਜਾਂ ਮੈਂ ਤੈਨੂੰ ਕੀ ਜਾਂ, ਮਿੱਥ ਕੇ ਵੀ ਖੇਡਾਂ ਖੇਡੀਆਂ ਜਾਂਦੀਆਂ ਕਈ ਵਾਰੀ। ਅੱਛਾ ਮਾਨ ਸਾਹਿਬ, ਇੱਕ ਚੀਜ਼ ਹੋਰ ਦੱਸਿਓ, ਜਿਹੜੀ ਕਲਾਕਾਰੀ ਆ ਇਹ ਅਫੈਕਟ ਕਰਦੀ ਹੈ ਲੋਕਾਂ ਨੂੰ? ਬਿਲਕੁਲ ਕਰਦੀ ਹੈ। ਜਿਹੜੇ ਮਤਲਬ ਜਦੋਂ ਤੁਸੀਂ 12 ਗਾਉਂਦੇ ਨੇ ਢਾਡੀ, ਤੇ ਤੁਹਾਡੇ ਡੋਲੇ ਫਰਕਣ ਲੱਗ ਜਾਂਦੇ। ਇਵੇਂ ਜਿਹੜੇ ਗੀਤ ਆ ਤੁਸੀਂ ਸੁਣੀ ਜਾਣੇ, ਮਾਨਸਿਕਤਾ ਤੇ ਅਸਰ ਪਾਉਂਦੇ। ਤੁਸੀਂ ਫਿਲਮ ਦੇਖ ਕੇ ਨਿਕਲੋ ਬਾਹਰ, ਜਿੱਦਾਂ ਦੀ ਫਿਲਮ ਹੁੰਦੀ ਹੈ ਤੁਸੀਂ ਉੱਦਾਂ ਦੇ ਕਰੈਕਟਰ 'ਚ ਆਏ ਹੁੰਦੇ ਹੋ। ਇਵੇਂ ਤੁਸੀਂ ਗੀਤ 24 ਘੰਟੇ ਸੁਣੀ ਜਾਂਦੇ। ਹੁਣ ਤਾਂ ਟਰੈਕਟਰਾਂ ਦੇ ਏਡੇ ਲੱਗੇ, ਉਹ ਇੱਥੇ ਹੀ ਵੱਜੀ ਜਾਂਦੇ ਆ। ਆਹ ਜਿਹੜਾ ਐਕਚੁਅਲੀ ਨਾ, ਆਹ ਜਿਹੜਾ ਸਾਡਾ ਪਾਰਟ ਆ, ਇਹ ਬਹੁਤ ਹੀ ਮਤਲਬ ਮੈਡੀਕਲ ਸਾਇੰਸ ਕਹਿੰਦੀ ਹੈ ਕਿ ਇਹ ਬਹੁਤ ਨਾਜ਼ੁਕ ਹੈ। ਬਿਲਕੁਲ,
ਠੀਕ ਹੈ। ਆ ਜਿਹੜੀਆਂ ਗੇਮਾਂ ਖੇਡੀਆਂ ਜਾਂਦੀਆਂ ਇਹਨਾਂ ਦੀ ਜਿਹੜੀ ਫ੍ਰੀਕੁਐਂਸੀ ਹੈ ਨਾ ਗੇਮਾਂ ਦੀ, ਉਹ ਤੁਹਾਡੀ ਇਹਨੂੰ ਟੱਚ ਕਰਦੀ ਹੈ ਤੇ ਇਹਨੂੰ ਮਤਲਬ ਮੈਂਟਲੀ ਤੁਹਾਨੂੰ ਨਸ਼ੇ ਵਾਂਗੂ ਉਹ ਜਿਹੜੀ ਉਹ ਕਰਦੀ ਹੈ, ਨਸ਼ਾ ਜੋ ਅਸਰ ਹੁੰਦਾ ਉਹੀ ਇਹਦੇ ਨਾਲ ਹੁੰਦਾ ਗੇਮਾਂ ਨਾਲ। ਇਹੀ ਜਦੋਂ ਮਿਊਜ਼ਿਕ ਇੱਥੇ ਵੱਜਦਾ ਨਾ, ਆ ਚੀਜ਼ ਜਦੋਂ ਤੁਸੀਂ ਜ਼ਿਆਦਾ ਉਹ ਵੱਜਦੀ ਹੈ ਤਾਂ ਉਹਦੇ ਨਾਲ ਤੁਹਾਨੂੰ ਉਹ ਜੇ ਤੁਸੀਂ ਨਹੀਂ ਉਹ ਚੀਜ਼ ਲੈਂਦੇ ਤਾਂ ਤੁਹਾਨੂੰ ਤੋੜ ਲੱਗਣ ਆ ਜਾਂਦੀ ਹੈ। ਬਿਲਕੁਲ ਤੁਹਾਨੂੰ ਮਾਨਸਿਕ ਤੌਰ ਤੇ ਤੁਸੀਂ ਪਰੇਸ਼ਾਨ ਹੋ ਜਾਂਦੇ ਹੋ। ਉਹ ਚੀਜ਼ ਤੁਹਾਨੂੰ ਬਿਮਾਰ ਕਰ ਦਿੰਦੀ ਹੈ। ਉਸ ਤੋਂ ਬਾਅਦ ਜਦੋਂ ਕਮਜ਼ੋਰ ਹੋ ਗਏ ਤਾਂ ਇਹ ਬਹੁਤ ਮਤਲਬ ਖਤਰਨਾਕ ਆ ਚੀਜ਼, ਜਿਹੜੇ ਵੱਡੇ ਵੱਡੇ ਟਰੈਕਟਰਾਂ ਤੇ ਲਾ ਗਿਆ ਨਾ ਇੱਥੇ। ਅੱਛਾ, ਆਉਣ ਵਾਲੇ ਸਮੇਂ ਦੇ ਕੀ ਪਲਾਨ ਨੇ ਜਗਦੇਵ ਮਾਨ ਦੇ, ਜੇਕਰ ਮੈਂ ਕਲਾਕਾਰੀ ਦੀ ਗੱਲ ਕਰਾਂ? ਦੇਖੋ ਜੀ, ਮੈਂ ਫਿਲਮਾਂ ਕਰ ਰਿਹਾ 2-4, 1-2 ਰਿਐਲਿਟੀ ਸ਼ੋਅ ਆ ਤੇ ਬਾਕੀ ਦਾ ਹੋਰ ਤਾਮਝਾਮ ਜਿਹਾ ਜਿਹੜਾ ਕੀਤਾ ਰੋਟੀ ਦਾ ਜੁਗਾੜ ਆ ਉਹਦੇ ਤੇ ਲੱਗੇ ਹੋਏ ਆ। ਸਾਰੇ ਦੋਸਤ ਮਿੱਤਰ ਮੇਰੇ ਨਾਲ ਨੇ, ਮੇਰੇ ਪਿੱਛੇ ਬੈਕ ਤੇ ਮੇਰੇ ਬੰਦੇ ਬਹੁਤ ਵਧੀਆ ਨੇ, ਹਨਾ। ਤੇ ਇਸ ਕਰਕੇ ਸਾਰਾ ਜਿਹੜਾ ਹੈਗਾ ਮੈਂ ਖੇਡੀ ਜਾਂਦਾ। ਠੀਕ ਹੈ, ਉਹ ਖੜਾਈ ਜਾਂ ਤੁਸੀਂ ਖੇਡੀ ਜਾਂਦੇ? ਮੈਂ ਖੇਡੀ ਜਾਂਦਾ, ਬਸ ਇਹੀ ਹੈ। ਅੱਛਾ ਬਾਈ ਜੀ, ਆਪਣੀ ਕਲਮ ਦੇ ਵਿੱਚੋਂ ਕੋਈ ਚੰਦ ਬੋਲ ਜ਼ਰੂਰ ਸਾਂਝੇ ਕਰਦੇ ਜਾਂਦੇ ਮਿੱਤਰਾਂ 'ਚ ਤੜੀ ਰਵੇ, ਮੁੱਛ ਸਦਾ ਖੜੀ ਰਵੇ, ਜੱਟਾਂ ਦੀ ਤਾਂ ਇੱਕੋ ਹੀ ਉਡਾਉਣੀ ਹੁੰਦੀ ਹੈ, ਬਸ ਬੱਲੇ ਬੱਲੇ ਪਿੰਡ 'ਚ ਕਰਾਉਣੀ ਹੁੰਦੀ ਹੈ। ਉਹ ਤਾਂ ਕਰਵਾਈ ਹੋਈ ਆ। ਘਰ ਜਦੋਂ ਪਾਵੇ ਨਹੀਂ ਉਹ ਕੱਚਾ ਕੱਤ ਦਾ, ਬੰਨ੍ਹਦਾ ਏ ਜੰਗਲਾ ਟਿਕਾ ਕੇ ਛੱਤ ਦਾ, ਅੱਗ ਕਾਲ ਦੇ ਗਵਾਂਢੀਆਂ ਦੇ ਲਾਉਣੀ ਹੁੰਦੀ ਹੈ, ਬਸ ਬੱਲੇ ਬੱਲੇ ਪਿੰਡ 'ਚ ਕਰਾਉਣੀ ਹੁੰਦੀ ਹੈ। ਮੁੰਡੇ ਦੇ ਵਿਆਹ ਤੇ ਖੁੱਲ੍ਹਾ ਕਰੇ ਖਰਚਾ, ਆਖਣ ਸ਼ਰੀਕ ਜੱਟਾ ਸਿਰਾ ਕਰਤਾ, ਗਾਉਣ ਵਾਲੀ ਤਾਂ ਹੀ ਤਾਂ ਲਵਾਉਣੀ ਹੁੰਦੀ ਹੈ, ਬਸ ਬੱਲੇ ਬੱਲੇ ਪਿੰਡ 'ਚ ਕਰਾਉਣੀ ਹੁੰਦੀ ਹੈ। ਪੂਰਾ ਸ਼ੇਖ ਦੌਲਤ 'ਚ ਮਾਨ ਦਿਸਦਾ, ਕਿਸੇ ਨੂੰ ਕੀ ਪਤਾ ਕਿੰਨਾ ਦੇਣਾ ਕਿਸ ਦਾ, ਕਿਸ਼ਤ ਤਾਂ 6 ਮਹੀਨੇ ਆਉਣੀ ਹੁੰਦੀ ਹੈ, ਬਸ ਬੱਲੇ ਬੱਲੇ ਪਿੰਡ 'ਚ ਕਰਾਉਣੀ ਹੁੰਦੀ ਹੈ। ਅੱਛਾ, ਮੈਂ ਚਾਹੂੰਗਾ ਕੋਈ ਨਵੀਂ ਕਲਮ ਦੇ ਵਿੱਚ ਜੇਕਰ ਤੁਸੀਂ ਸਾਂਝਾ ਕਰਨਾ ਚਾਹੋ ਕੁਛ ਨਾ ਕੁਛ। ਯਾਰ ਮੈਂ ਨਾ ਹੁਣ ਮੈਂ ਇੱਕ ਤੁਹਾਨੂੰ ਸਿੱਧੀ ਜਿਹੀ ਗੱਲ ਆਦਾ, ਮੈਂ ਯਾਦ ਰੱਖਣਾ ਮਤਲਬ ਮੈਨੂੰ ਨਹੀਂ, ਮੈਂ ਜਿਹੜੀ ਹੈ ਨਾ ਮੈਂ ਲਿਖ ਦੇਣਾ, ਯਾਦਦਾਸ਼ਤ ਨਹੀਂ ਕਮਜ਼ੋਰ, ਮੈਂ ਮਤਲਬ ਯਾਦ ਕਰਨੇ ਛੱਡਤੇ, ਲਿਖੀ ਜਾਂਦੇ ਆ, ਲਿਖ ਲਈਦੇ ਆ ਬਸ। ਯਾਦ ਨਹੀਂ ਮੈਂ ਹੁਣ ਬਹੁਤੇ ਜਿਹੜੇ ਨਵੇਂ ਲਿਖੇ ਆ ਨਾ, ਨਵੀਆਂ ਗੱਲਾਂ ਮੈਂ ਯਾਦ ਨਹੀਂ ਕਰਦੀਆਂ, ਕਿਉਂਕਿ ਅੱਗੇ ਨਾ ਜਦੋਂ ਕਲਮ ਪੈਨ ਨਾਲ ਲਿਖਦੇ ਹੋ ਤੁਹਾਡੇ ਯਾਦ ਰਹਿੰਦੇ ਸੀ। ਹੁਣ ਟਾਈਪ ਕਰ ਦਈਦੇ ਆ, ਹਾਂ, ਫੋਨ ਤੇ ਜਾਂ ਲੈਪਟਾਪ ਤੇ, ਉਹ ਮੁੜ ਕੇ ਨਾ ਤਾਂ ਪੜ੍ਹ ਹੁੰਦੇ ਆ, ਕਾਪੀ ਦੇ ਮੂਹਰੇ ਆ ਜਾਂਦੇ, ਤੁਹਾਨੂੰ ਯਾਦ ਪੜ੍ਹੀ ਜਾਂਦੇ ਸੀ ਨਾ। ਹੁਣ ਉਹ ਵੀ ਮਤਲਬ ਹੈ ਨਹੀਂ ਜਿਹੜਾ ਯਾਦ ਵਾਲਾ ਕੰਮ ਹੈ। ਬਿਲਕੁਲ ਠੀਕ ਹੈ ਨਾ। ਹਾਂਜੀ। ਤੇ ਇੱਕ ਆ ਸਾਡੇ ਸੀਮ ਸਾਹਿਬ ਨੇ, ਚੰਨੀ ਸਾਹਿਬ ਨੇ, ਉਦੋਂ ਮੈਂ ਗਾਣਾ ਕੀਤਾ ਸੀ, ਰਿਕਾਰਡ ਵੀ ਕਰਾਇਆ ਸੀ। ਉਹ ਬੁਣੀਆਂ ਨੇ ਮੰਜੀਆਂ ਤੇ ਟੈਂਟ ਬੜੇ ਲਾਏ ਆ, ਵੇਚਿਆ ਪਟਾਕੇ ਨਾਲੇ ਰਿਕਸ਼ੇ ਚਲਾਏ ਆ, ਜਾਣਦਾ ਜਹਾਜ਼ ਪਰ ਜਾਣ ਕੇ ਚਲਾਉਂਦਾ ਨਹੀਂ, ਉਹ ਕਿਹੜਾ ਕੰਮ ਜਿਹੜਾ ਮਿੱਤਰਾਂ ਨੂੰ ਆਉਂਦਾ ਨਹੀਂ। ਇਹ ਚੀਜ਼ ਕਰੀਏ। ਹਾਂ, ਇਹ ਵੀ ਉਹ ਕਿਹੜਾ ਕੰਮ ਜਿਹੜਾ ਮਿੱਤਰਾਂ ਨੂੰ ਆਉਂਦਾ ਨਹੀਂ, ਹਨਾ। ਤੇ ਉਹ ਵੀ ਇਦਾਂ ਦੇ ਲਿਖੀ ਜਾਂਦੇ ਆ, ਕਦੇ ਨਾ ਕੁਛ ਇੱਕ ਤੋਂ ਹੋਰ ਕੋਈ ਚੀਜ਼ ਹੋਊਗੀ। ਹਾਸੇ ਮਜ਼ਾਕ 'ਚ ਲਿਖਤਾ ਸੀ? ਹਾਂ, ਹਾਸੇ ਮਜ਼ਾਕ ਉਦਾਂ ਹੀ ਸੀਰੀਅਸ ਰਿਕਾਰਡ ਵੀ ਕਰਾਤਾ ਸੀ, ਉਹਦੇ ਤੇ ਵੀ ਪਿਆ ਇਹ। ਅੱਛਾ, ਇਹ ਉਹਦੇ ਤੇ ਹਾਂ ਵਾਹਵਾ, ਹਾਂ, 1.5 ਲੱਖ ਬੰਦੇ ਨੇ ਦੇਖ ਲੈ। ਉਹ ਬਸ ਜਦ ਤੱਕ ਵਿਚਾਰੇ ਸੀਐਮ ਨਹੀਂ ਰਹੇ। ਅੱਛਾ ਜੀ। ਤੇ ਇਦਾਂ ਕਰਕੇ ਨਾ ਉਹ ਚੀਜ਼ਾਂ ਜਿਹੜੀਆਂ ਬੜਾ ਸ਼ੁਗਲ ਮੇਲਾ ਜਿਹੜਾ ਹੈ, ਇੱਥੇ ਕੋਈ ਇੱਕ ਅੱਧਾ ਮੈਨੂੰ ਲੱਭ ਜੇ ਤਾਂ ਮੈਂ ਤੁਹਾਨੂੰ ਸੁਣਾ ਦਿੰਦਾ। ਖਾਲੀ ਆ ਖਜ਼ਾਨਾ ਜੋ ਪੰਜਾਬ ਸਰਕਾਰ ਦਾ, ਨਹੀਂ ਉਹੀ ਹਾਲ ਅੱਲੜੇ ਤੂੰ ਕਰ ਦਿੱਤਾ ਯਾਰ ਦਾ। ਮੇਰੇ ਵਾਲੇ ਕਾਰਡਾਂ ਤੇ ਪੂਰੀ ਮੌਜ ਲੁੱਟੀ, ਕਦੇ ਸ਼ਾਪਿੰਗਾਂ ਨੇ ਕੀਤੀਆਂ ਦਵਾਈਆਂ ਘੱਟ ਨਹੀਂ। ਮੇਰੇ ਵਾਲੇ ਕਾਰਡਾਂ ਤੇ ਪੂਰੀ ਮੌਜ ਲਿੱਟੀ, ਕਿਤੇ ਸ਼ਾਪਿੰਗਾਂ ਨਾ ਕਿਤੇ ਸ਼ਾਪਿੰਗ ਨਾ ਕੀਤੀ ਤੂੰ ਦਵਾਈਆਂ ਘੱਟ ਨਹੀਂ। ਸ਼੍ਰੋਮਣੀ ਕਮੇਟੀ ਜਿਵੇਂ ਬਾਦਲਾਂ ਨੇ ਖਾਲੀ, ਤੂੰ ਵੀ ਲੁੱਟ ਕੇ ਰਕਾਨੇ ਉਵੇਂ ਖਾ ਗਈ ਜੱਟ ਨੇ। ਇਹ ਨਹੀਂ ਕੀ ਸੋਚਿਆ ਕਿ ਰਿਕਾਰਡ ਕਰਵਾ? ਨਹੀਂ, ਕਰਾ ਦੇਣਾ, ਇਹ ਰਿਕਾਰਡ ਕਰਾ ਦੇਣਾ, ਮੈਂ ਕਰਾ ਦੇਣਾ। ਹੁਣ ਮਤਲਬ ਮੈਂ ਥੋੜਾ ਜਿਹਾ ਜਾਣ ਕੇ ਇਹ ਨਾ ਇਹਨਾਂ ਚੀਜ਼ਾਂ ਨੂੰ ਹਜੇ ਰੱਖਿਆ ਹੋਇਆ ਉਦਾਂ ਹੀ ਸ਼ਗਲ, ਕਿਉਂਕਿ ਹੁਣ ਤਾਂ ਉਧਰਲੇ ਪਾਸੇ ਬਹੁਮਤ ਵੀ ਬਾਹਲੀ ਹੈ ਨਹੀਂ। ਨਹੀਂ, ਉਹ ਨਹੀਂ, ਉਹ ਕੋਈ ਨਹੀਂ, ਉਹ ਚੀਜ਼ਾਂ ਨਹੀਂ ਹੈ, ਨਿੱਜੀ ਰਿਲੇਸ਼ਨ ਨਹੀਂ ਕੋਈ। ਸਾਨੂੰ ਤਾਂ ਰੁਪਈਏ ਸਾਡੇ ਭੇਜਦੇ ਆ ਬਾਹਰਲੇ, ਤਾਈਓ ਜਗਦੇਵ ਨੇ ਕਢਾਇਆ ਨਵਾਂ ਹਾਰਲੇ। ਲੋਕ ਸਿੱਖ ਦੌਲਤ ਦੇ ਭਾਵੇਂ ਕਹਿੰਦੇ ਹੋਣਗੇ, ਚੰਦ ਦੇ ਜਵਾਕ ਸਾਲੀ ਫੁਗਰੀ ਨੇ ਮਾਰ ਲਏ। ਹੈਂ, ਇਹ ਚੀਜ਼ਾਂ ਨੇ ਮਤਲਬ ਇਦਾਂ ਦਾ ਕੁਛ ਮਾੜਾ ਮੋਟਾ ਹਨਾ ਉਹ ਚੱਲੀ ਜਾਂਦਾ, ਜਿਹੜਾ ਕਰੀ ਜਾਂਦੇ ਆ। ਬਹੁਤ ਖੂਬ। ਭਾਜੀ ਸੁਨੇਹਾ ਕੀ ਰਹੂਗਾ ਸਰੋਤਿਆਂ ਦੇ ਲਈ, ਤੁਹਾਨੂੰ ਪਿਆਰ ਕਰਨ ਵਾਲਿਆਂ ਦੇ, ਜਿਹੜੇ ਅੱਜ ਵੀ ਜਦੋਂ ਫੁਲਕਾਰੀ ਵੱਜਦਾ ਉਹਨੂੰ ਪਿਆਰ ਕਰਦੇ ਨੇ, ਹਾਲਾਤ ਵੱਜਦਾ ਉਹਨੂੰ ਪਿਆਰ ਕਰਦੇ ਨੇ, ਜਾਂ ਫਿਰ ਕਿਸੇ ਵੀ ਗੀਤ ਦੇ ਵਿੱਚ ਸਿੱਖ ਦੌਲਤ ਵਾਲੇ ਮਾਣ ਦਾ ਜਿਹੜਾ ਨਾਮ ਆਉਂਦਾ ਉਹਨੂੰ ਪਿਆਰ ਕਰਦੇ ਨੇ, ਕੀ ਕਹੂੰਗਾ? ਉਹਨਾਂ ਦਾ ਧੰਨਵਾਦ ਜਿਹੜੇ ਮੈਨੂੰ ਪਿਆਰ ਕਰਦੇ ਆ। ਸੁਨੇਹਾ ਮੈਂ ਦੇ ਨਹੀਂ ਸਕਦਾ, ਕਿਉਂਕਿ ਆਪ ਹੀ ਸਿਆਣੇ ਲੋਕ, ਬਹੁਤ ਸਿਆਣੇ ਆ ਪੰਜਾਬ ਦੇ। ਤੇ ਬਸ ਇੱਕ ਮੇਰਾ ਹੈਗਾ ਕਿ ਜਿਹੜੇ ਬਿਰਧ ਆਸ਼ਰਮ ਬਣ ਲਏ ਨਾ, ਇਹ ਐਕਚੁਅਲੀ ਕਲੰਕ ਆ। ਸਾਡੇ ਮਹਾਂਪੁਰਸ਼ ਬਾਬੇ ਬਣਾਉਂਦੇ ਤਾਂ ਇੱਦਾਂ ਨੇ ਬਿਰਧਾਂ, ਪਰ ਸਾਡੀ ਦੇਖੋ ਤਰਾਸ਼ਦੀ ਕਿੰਨੀ ਆ। ਜੇ ਉਹਨਾਂ ਦਾ ਕੋਈ ਅਸਰ ਹੋਵੇ, ਸੰਤਾਂ ਦਾ, ਬਾਬਿਆਂ ਦਾ, ਜਾਂ ਗੁਰਦੁਆਰਿਆਂ ਵਾਲਿਆਂ ਦਾ, ਜਾਂ ਸ਼੍ਰੋਮਣੀ ਕਮੇਟੀ ਦਾ, ਤਾਂ ਲੋਕ ਇੰਨੇ ਸਿਆਣੇ ਹੋ ਜਾਂਦੇ ਆਪਦੇ ਮਾਂ ਪਿਓ ਦੀ ਸੇਵਾ ਕਰਨ।
ਠੀਕ ਹੈ ਨਾ। ਫਿਰ ਉਹ ਬਿਰਧ ਆਸ਼ਰਮਾਂ ਦੀ ਕਾਹਤੋਂ ਜ਼ਰੂਰਤ ਪਈ? ਇਹਦਾ ਮਤਲਬ ਉਹਨਾਂ ਦੀ ਨਾਕਾਮੀ ਹੈ ਨਾ ਇਹ। ਉਹ ਆਪਣੀ ਨਾਕਾਮੀ ਪਾਉਣ ਵਾਸਤੇ ਹੀ ਬਿਰਧ ਆਸ਼ਰਮ ਬਣਾਈ ਜਾਂਦੇ। ਇਸ ਕਰਕੇ ਥੋੜ੍ਹਾ ਜਿਹਾ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹੋ, ਉਹਦੇ 'ਤੇ ਬਹੁਤ ਕੁਛ ਆ, ਬੜਾ ਕੁਛ ਆਉਂਦਾ ਜਿਹੜਾ ਤੁਹਾਨੂੰ ਸਮਝਣਾ। ਕਿਸੇ ਤੋਂ ਕੋਈ ਤੁਹਾਨੂੰ ਵਿਆਖਿਆ ਆਪਣੀ ਜੋ ਉਹਨਾਂ ਨੂੰ ਜ਼ਰੂਰਤ ਆ ਉੱਦਾਂ ਦੀ ਕਰਕੇ ਦੇਈ ਜਾਂਦੇ ਆ। ਆਪ ਖੁਦ ਪੜ੍ਹੋ, ਖੁਦ ਸਮਝੋ, ਆਪੇ ਪਤਾ ਲੱਗ ਜੂ। ਅਤੇ ਬਿਰਧ ਆਸ਼ਰਮ ਆ ਜਿਹੜੇ ਜੋ ਵੀ ਬਣਾਉਂਦਾ ਉਹਨਾਂ ਦਾ ਵਿਰੋਧ ਕਰੋ ਵੀ ਨਾ, ਇਹ ਬਿਰਧ ਆਸ਼ਰਮ ਨਹੀਂ ਚਾਹੀਦੇ। ਸਗੋਂ ਦੀ ਲੋਕਾਂ ਨੂੰ ਮੱਤ ਦਿਓ ਕਿ ਆਪਦੇ ਮਾਂ ਪਿਓ ਦੀ ਸੇਵਾ ਕਰਨਾ, ਬਸ ਆਹੀ ਆ। ਹੋਰ ਤਾਂ ਮਤਲਬ ਥੋੜ੍ਹਾ ਜਿਹਾ ਹੈਗਾ। ਮਾਨ ਸਾਹਿਬ ਤੁਸੀਂ ਕੀਮਤੀ ਸਮੇਂ ਦੇ ਵਿੱਚ ਸਮਾਂ ਦਿੱਤਾ, ਦਿੱਲੀ ਜਾਣਾ ਸੀ ਪਰ ਸਾਡੇ ਲਈ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਤੁਹਾਡਾ ਧੰਨਵਾਦ ਜੀ, ਸਾਰਾ ਜਸ ਗਰੇਵਾਲ ਬਾਈ ਜੀ, ਤੁਹਾਡਾ ਸਾਰੇ ਚੈਨਲ ਦਾ, ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਮੇਰੇ ਵਰਗੇ ਬੰਦੇ ਨੂੰ। ਗੱਲ ਪਤਾ ਮਾਨ ਸਾਹਿਬ ਕੀ ਹੁੰਦੇ, ਜੇਕਰ ਕਿਸੇ ਇੱਕ ਦੋ ਹਿੱਟ ਗੀਤ ਜਿਹਦੇ ਹੋਏ ਹੁੰਦੇ ਆ, ਚਾਹੇ ਕਲਾਕਾਰ ਹੋ ਜਾਂ ਗੀਤਕਾਰ ਹੋਵੇ, ਅੱਜ ਕੱਲ੍ਹ ਦੇ ਵਿੱਚ ਪਤਾ ਨਹੀਂ ਇਹ ਚੀਜ਼ ਕਿਉਂ ਚੱਲ ਪਈ। ਜੇਕਰ ਫੋਨ ਲਾਈ ਦਾ ਗੱਲਬਾਤ ਕਰੀਦੀ ਆ ਤਾਂ ਬਹੁਤੀ ਛੇਤੀ ਟਾਈਮ ਨਹੀਂ ਮਿਲਦਾ। ਨਹੀਂ ਯਾਰ ਇਦਾਂ ਨਹੀਂ, ਪਰ ਮੈਨੂੰ ਤਾਂ ਜਦੋਂ ਜਿੰਨੇ ਵਾਰੀ ਮੇਰੀ ਤੁਹਾਡੇ ਨਾਲ ਗੱਲ ਹੋਈ, ਤੁਸੀਂ ਕਿਹਾ ਕਿ ਅੱਜ ਆ ਜੋ ਕੱਲ੍ਹ, ਤੁਸੀਂ ਖੁਦ ਹੀ ਕਿਹਾ। ਨਹੀਂ ਬਸ ਆਹੀ, ਮੈਂ ਥੋੜ੍ਹਾ ਜਿਹਾ ਜਿਵੇਂ ਜੇ ਜ਼ਿੰਦਗੀ ਨਵੇਂ ਸਿਰੇ ਜੋ ਜਦੋਂ ਇੰਡਸਟਰੀ ਤੁਸੀਂ ਨਵੇਂ ਸਿਰੇ ਖੜਾ ਹੋਣਾ ਹੁੰਦਾ ਤਾਂ ਕਾਫੀ ਕੁਛ ਜਿਹੜਾ ਕਰਨਾ ਤਾਂ ਕਰਕੇ ਰਹਿ ਗਿਆ, ਹੋਰ ਤਾਂ ਨਹੀਂ ਕੋਈ ਚੱਕਰ ਨਹੀਂ। ਲੇਟ ਹਾਂ ਠੀਕ ਥੈਂਕ ਯੂ। ਮੇਰੇ ਨਾਲ ਬਾਈ ਜਗਦੇਵ ਮਾਨ ਹੋਰੀ ਸੀ। ਸੋ ਜਿਸ ਤਰ੍ਹਾਂ ਦੇ ਨਾਲ ਪਹਿਲਾਂ ਕਿਹਾ ਸੀ ਕਿ ਪੁਰਾਣੇ ਗੀਤ ਉਹ ਜਿਹੜੇ ਨੇ, ਜਾਂ ਮੈਂ ਪੁਰਾਣੇ ਨਹੀਂ ਆਖੂੰਗਾ, ਉਹਨਾਂ ਨੂੰ ਨਵੇਂ ਗੀਤ ਹੀ ਆਖੂੰਗਾ, ਕਿਉਂਕਿ ਜਦੋਂ ਅੱਜ ਵੀ ਸੁਣਦਾ, ਜਿਵੇਂ ਬਾਈ ਜੀ ਆਖਦੇ ਨੇ ਕਿ ਜਦੋਂ ਮੇਰਾ ਬੇਟਾ ਜਿਹੜਾ ਗੀਤ ਸੁਣਦਾ ਤਾਂ ਉਹ ਕਹਿੰਦਾ ਕਿ ਪਾਪਾ ਮੈਨੂੰ ਇੱਦਾਂ ਨਹੀਂ ਲੱਗਦਾ ਕਿ ਇਹ ਗੀਤ ਦੁਬਾਰੇ ਮੈਂ ਨਾ ਸੁਣਾ, ਮੈਨੂੰ ਦੁਬਾਰੇ ਸੁਣਿਆ। ਜਦੋਂ ਮੈਂ ਆਪਣੇ ਯਾਰਾਂ ਦੋਸਤਾਂ ਨੂੰ ਸੁਣਾਉਣਾ ਤਾਂ ਉਹ ਵੀ ਆਖਦੇ ਆ ਕਿ ਯਾਰ ਇਹ ਗੀਤ ਦੁਬਾਰੇ ਸੁਣਨ ਵਾਲਾ। ਤਾਂ ਇੱਦਾਂ ਦੀ ਕਲਾਕਾਰਾਂ ਨੂੰ ਤੁਹਾਡੇ ਸਾਹਮਣੇ ਪੇਸ਼ ਕਰਨ ਦੀ ਸਾਡੀ ਕੋਸ਼ਿਸ਼ ਹੁੰਦੀ ਹੈ, ਇੱਦਾਂ ਦੇ ਗੀਤਕਾਰ ਨੂੰ ਤੁਹਾਡੇ ਸਾਹਮਣੇ ਪੇਸ਼ ਕਰਨ ਦੀ ਸਾਡੀ ਕੋਸ਼ਿਸ਼ ਹੁੰਦੀ ਆ। ਅਤੇ ਜੇਕਰ ਤੁਸੀਂ ਵੀ ਚਾਹੁੰਦੇ ਹੋ ਤੁਹਾਡੇ ਮਨਪਸੰਦ ਦੇ ਕਲਾਕਾਰ ਨੂੰ ਤੁਹਾਡੇ ਸਾਹਮਣੇ ਪੇਸ਼ ਕੀਤਾ ਜਾਵੇ ਪ੍ਰੋਗਰਾਮ ਖੁੱਲ੍ਹੀਆਂ ਗੱਲਾਂ ਦੇ ਵਿੱਚ, ਤਾਂ ਤੁਸੀਂ ਵੀ ਸਾਨੂੰ ਕਮੈਂਟ ਕਰਕੇ ਜਿਹੜਾ ਜ਼ਰੂਰ ਦੱਸ ਸਕਦੇ ਹੋ। ਪ੍ਰੋਗਰਾਮ ਕਿੱਦਾਂ ਦਾ ਲੱਗਿਆ ਸਾਨੂੰ ਜ਼ਰੂਰ ਦੱਸਿਓ। ਹੁਣ ਆਪਣੇ ਦੋਸਤ ਜਸ ਗਰੇਵਾਲ ਤੇ ਮੇਰੇ ਸਾਡੇ ਮਹਿਮਾਨ ਜਗਦੇਵ ਮਾਨ ਹੋਰਾਂ ਨੂੰ ਦਿਓ ਇਜਾਜ਼ਤ। ਦੇਖਦੇ ਰਹੋ RMB ਟੈਲੀਵਿਜ਼ਨ। ਧੰਨਵਾਦ।